ਰੱਖਣਾ ਲਿਹਾਜ਼ ਗੱਲ ਕਰਨੀ ਮਿਲਾਪ ਦੀ, ਦੁਖੀ ਨੂੰ ਦਿਖਾਉਣ ਮਾੜਾ, ਮਾੜਿਆਂ ਨੂੰ ਢਾਉਣ ਮਾੜਾ, ਦੂਏ ਦੀ ਸ਼ਰਮ ਨੂੰ ਸ਼ਰਮ ਜਾਣੋ ਆਪ ਦੀ। ਬਾਬੂ ਜੀ ਜ਼ੁਬਾਨਾਂ ਫਿਰੇ ਸਿੱਖ ਦਾ ਪੰਜਾਬੀ ਹੋਰ, ਵੀਰ ਜੀ ਪੰਜਾਬੀ ਬੋਲੀ ਤੇਰੇ ਮਾਂ ਤੇ ਬਾਪ। ਸਾਡੇ ਬੱਚਿਆਂ ਨੂੰ ਪੰਜਾਬੀ ਨਹੀਂ ਪੜ੍ਹਾਈ ਜਾ ਰਹੀ, ਨਾ ਸਰਕਾਰੀ ਸਕੂਲ ਵਿੱਚ ਨਾ ਕਨਵੈਂਟ ਸਕੂਲ ਵਿੱਚ। ਸਰਕਾਰੀ ਇੰਗਲਿਸ਼ ਮੀਡੀਅਮ ਹੈ, ਉਹਦੇ ਵਿੱਚ ਵੀ ਨਹੀਂ ਪੰਜਾਬੀ ਸਿਖਾਉਂਦੇ। ਇੰਗਲਿਸ਼ ਪੰਜਾਬੀ ਮੱਧਮ ਦੇ ਬੱਚਿਆਂ ਨੂੰ ਜੇ 8ਵੀਂ ਦੇ 55% ਬੱਚਿਆਂ ਨੂੰ ਦੂਜੀ ਦੀ ਕਿਤਾਬ ਨਹੀਂ ਪੜ੍ਹਨੀ ਆਉਂਦੀ ਤਾਂ ਫਿਰ ਇਹਦਾ ਮਤਲਬ ਪੰਜਾਬੀ 'ਚ ਕਿਤੇ ਵੱਡੀ ਗੜਬੜ ਪੜ੍ਹਾਉਣ 'ਚ। ਤੁਸੀਂ ਪੰਜਾਬੀ ਦੇ ਲੋਕਾਂ ਨੂੰ ਬੋਲਦਿਆਂ ਨੂੰ ਸੁਣ ਲਿਓ, ਉਹਦਾ ਸਾਰੇ ਦਾ ਸਾਰਾ ਤੁਸੀਂ ਦਸਤਾਵੇਜ਼ ਤਿਆਰ ਕਰ ਲਓ, ਤੁਹਾਨੂੰ ਇਹ ਪਤਾ ਲੱਗ ਜੂ ਵੀ ਜਿਹੜਾ ਪੰਜਾਬੀ ਦਾ ਵੱਡੇ ਮਾਹਰ ਨੇ ਉਹ ਆਪਦੇ ਵਿਖਿਆਨ ਦੇ ਵਿੱਚ ਕਿੰਨੇ ਸ਼ਬਦ ਅੰਗਰੇਜ਼ੀ ਦੇ ਬੋਲਦੇ। ਇਹ ਤੁਹਾਡਾ ਵਿਚਾਰ ਹੈ, ਮੇਰਾ ਵਿਚਾਰ ਇਹ ਹੈ ਕਿ ਜਿਹੜੀ ਲੈਣੀ ਚਾਹੀਦੀ ਲੰਬੀ ਗੱਲ ਸੁਣ ਵੀ ਲੈਣੀ ਚਾਹੀਦੀ, ਆਰਗੂਮੈਂਟ ਹੁੰਦਾ ਲੰਬੀ ਗੱਲ ਦੇ ਵਿੱਚ ਹੈ ਨਾ। ਤੁਸੀਂ ਇਸ ਗੱਲ ਨੂੰ ਇੱਕ ਵਿਚਾਰ ਨਹੀਂ ਹੈਗਾ, ਤੁਸੀਂ ਬੋਲ ਰਹੇ ਹੋ, ਮੈਂ ਤਾਂ ਬੋਲੇ ਨਹੀਂ। ਸਰ ਤੁਸੀਂ ਵੀ ਬੋਲ ਰਹੇ ਹੋ, ਮੈਂ ਤਾਂ ਬੋਲੇ ਨਹੀਂ। ਬੇਚੈਨਾ ਨਾ ਇੰਨੇ ਹੋਵੋ, ਮੈਂ ਤਾਂ ਬੋਲੇ ਹੀ ਨਹੀਂ। ਮੈਂ ਕਹਿੰਦਾ ਮੈਂ ਤੁਹਾਡੇ ਨਾਲ ਡਿਫਰ ਕਰਦਾ, ਮੈਂ ਐਕਸਪਲੇਨ ਨਹੀਂ ਕਰਾਂਗਾ। ਮੈਂ ਥਾਂ ਦੇ ਉੱਤੇ ਇਹ ਜਦ ਤੁਸੀਂ ਉਹ ਤੁਹਾਡਾ opinion ਹੈ, ਤੁਹਾਡਾ ਆਪਣਾ opinion ਹੈ, ਤੁਸੀਂ ਹੁਣ ਮੈਨੂੰ ਧੱਕੇ ਨਾਲ ਪੂਰਾ ਬਣਾਉਣਾ ਹੈ। ਇਹੀ ਫਰਕ ਹੈ। ਪੰਜਾਬੀ ਪੜ੍ਹਾਉਣੀ ਅਸੀਂ ਅਸਲ 'ਚ ਬੰਦ ਕਰਤੀ। ਪੰਜਾਬੀ ਅਸੀਂ ਸਿਰਫ ਤਨਖਾਹਾਂ ਵਾਸਤੇ ਪੜ੍ਹਾ ਰਹੇ ਹਾਂ, ਜਾਂ ਜਿਹੜਾ ਦਵੇ ਕੋਚਰਾ ਬੰਦਾ ਹੈ ਉਹ ਵਿਚਾਰਾ, ਉਹਦਾ ਬੱਚਾ ਸਰਕਾਰੀ ਸਕੂਲ 'ਚ ਜਾਂਦਾ ਹੈ, ਉੱਥੇ ਵੀ ਅੱਧਿਆਂ ਨੂੰ ਅਸੀਂ ਰੌਲਾ ਪਾ ਕੇ ਨਹੀਂ ਜੀ ਅੰਗਰੇਜ਼ੀ ਮਾਧਿਅਮ ਚਾਹੀਦਾ, ਉੱਥੇ ਵੀ ਕਈ ਅੰਗਰੇਜ਼ੀ ਮਾਧਿਅਮ ਸਕੂਲ ਬਣਵਾ। ਦੇਖੋ ਜਿਹੜੀਆਂ ਗਲਤੀਆਂ ਕੀਤੀਆਂ ਜਾ ਰਹੀਆਂ ਨੇ, ਜਿਹੜੇ ਬੰਦਿਆਂ ਦਾ ਇਹਨਾਂ ਨੇ ਉਦਾਹਰਣ ਵਜੋਂ ਨਾਮ ਲਿਆ, ਇਹ ਬੰਦੇ ਮੁੱਖ ਤੌਰ ਤੇ ਇਤਿਹਾਸ ਦੇ ਵਿਸ਼ੇ ਨਾਲ ਸੰਬੰਧਿਤ ਨੇ। ਇਹਨਾਂ ਦੀ ਸਾਰੀ ਪੜ੍ਹਾਈ ਲਿਖਾਈ ਅੰਗਰੇਜ਼ੀ ਦੇ ਵਿੱਚ ਹੁੰਦੀ ਹੈ। ਹੋਣਾ ਇਹ ਚਾਹੀਦਾ, ਤੇ ਮੈਨੂੰ ਇਹਦੀ ਪਤਾ ਨਹੀਂ ਕਿ ਬਣਤਰ ਕੀ ਸੀ ਜਿਹੜੀ ਕਮੇਟੀ ਜਿਸ ਨੇ ਇਹ ਕੰਮ ਕੀਤਾ ਹੈ, ਕਿ ਉਹਦੇ ਵਿੱਚ ਭਾਸ਼ਾ ਦੇ ਮਾਹਰ ਉਹਦੇ ਵਿੱਚ ਸ਼ਾਮਿਲ ਕੀਤੇ ਗਏ ਸੀ। ਕੁਝ ਭਾਸ਼ਾ ਦੇ ਜਿਹੜੇ ਮਾਹਰ ਨੇ ਜੇ ਉਹ ਨਾਲ ਇਹਨਾਂ ਦੇ ਲੱਗੇ ਹੋਣ ਤਾਂ ਜ਼ਾਹਿਰ ਹੈ ਕਿ ਗਲਤੀਆਂ ਜਿਹੜੀਆਂ ਨੇ ਉਹ ਉਹਨਾਂ ਵਿੱਚ ਕਾਫੀ ਕਮੀ ਆ। ਪੰਜਾਬੀ ਦੇ ਪਾਠਕ੍ਰਮ ਤੇ ਪੰਜਾਬੀ ਦਾ ਅਧਿਆਪਨ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਹੈਗਾ, ਠੀਕ। ਤੇ ਇੱਥੋਂ ਤੱਕ ਕਿ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਦਿੱਕਤ ਹੈ ਨਾ, ਉਹ ਇਹ ਹੈ ਕਿ ਬਹੁਤ ਸਾਰੇ ਲੋਕ ਅਜਿਹੇ ਪੰਜਾਬੀ ਪੜ੍ਹਨ ਦੇ ਯੋਗ ਸਮਝ ਲਏ ਜਾਂਦੇ ਨੇ, ਪੜ੍ਹਾਉਣ ਦੇ ਯੋਗ ਸਮਝ ਲਏ ਜਾਂਦੇ ਨੇ, ਜਿਨ੍ਹਾਂ ਦੀ ਪਹਿਲਾਂ ਜਿਹੜੀ ਸਿੱਖਿਆ ਹੁੰਦੀ ਹੈ ਕਿਸੇ ਹੋਰ ਵਿਸ਼ੇ 'ਚ ਹੁੰਦੀ ਹੈ। ਪੰਜਾਬੀ ਉਹ ਕਹਿੰਦੇ ਕਿ ਡਰਾਇੰਗ ਵਾਲਾ ਵੀ ਪੰਜਾਬੀ ਪੜ੍ਹਾ ਸਕਦਾ ਹੈ ਨਾ, ਤੇ ਇਹ ਵਿਗਿਆਨ ਵਾਲੇ ਜਿਹੜੇ MA ਕਰ ਲਈ ਉਹ ਮੁੜ ਕੇ ਇੱਕਦਮ ਹੀ ਉਹਦਾ ਲੈਕਚਰਰ ਬਣ ਜਾਂਦਾ ਤੇ ਉਹ ਉਚੇਰੀਆਂ ਕਲਾਸਾਂ ਨੂੰ ਪੰਜਾਬੀ ਪੜ੍ਹਾਉਣੀ ਸ਼ੁਰੂ ਕਰ ਦਿੰਦਾ। ਉਹ ਲੱਗਦਾ ਕਿ ਪੰਜਾਬੀ ਤਾਂ ਕੋਈ ਵੀ ਪੜ੍ਹਾ ਸਕਦਾ। ਜੇ ਮੈਂ ਡਾਕਟਰੀ ਕਰਦਾ, ਮੇਰੇ ਅਨਪੜ੍ਹ ਮਰੀਜ਼ ਨੂੰ ਸਮਝ ਨਾ ਆਵੇ ਡਾਕਟਰੀ ਦੀ, ਤਾਂ ਮੈਂ ਨਲਾਇਕ ਹਾਂ। ਮੈਂ ਬਹਾਨਾ ਜੋ ਮਰਜ਼ੀ, ਤਾਂ ਧਿਆਨ ਨਹੀਂ ਕਰਿਆ, ਤੂੰ ਸਾਡੇ ਕੋਲ ਕਿਉਂ ਨਹੀਂ ਆਇਆ। ਇਹ ਪੰਜਾਬੀ 'ਚ ਸਾਰੀਆਂ ਕਹਾਣੀਆਂ ਨੇ। ਪੰਜਾਬੀ ਨੂੰ ਪੰਜਾਬੀ ਵਾਲੇ ਖੁਦ ਡੋਬ ਰਹੇ ਨੇ, ਕਿਉਂਕਿ ਸਿਰਫ ਤਨਖਾਹ ਲੈਣ ਜਾਂਦੇ ਨੇ, ਉਹਨਾਂ ਦੀ ਪੰਜਾਬੀ ਨਾਲ ਕਮਿਟਮੈਂਟ ਨਹੀਂ। ਪੰਜਾਬੀ 'ਚ ਸਭ ਕੁਝ ਹੋ ਸਕਦਾ ਹੈ, ਪੰਜਾਬੀ 'ਚ ਪੂਰੀ ਡਾਕਟਰੀ ਪੜ੍ਹਾਈ ਜਾ ਸਕਦੀ ਹੈ। ਪਰ ਜਿਹੜੇ ਇਹ ਪੰਜਾਬੀ ਦੇ ਹੁੰਦੇ ਵਿਦਵਾਨ ਨੇ, ਜੇ ਇਹਨਾਂ ਦੀ ਪੜ੍ਹਾਈ ਹੋਈ ਪੰਜਾਬੀ ਦੀ ਕਰੀ ਹੋਈ, ਟਰਾਂਸਲੇਸ਼ਨ ਕਰੀ ਹੋਈ, ਉਤਲੱਥਾ ਕਰਿਆ ਹੋਇਆ ਕੋਈ ਪੰਜਾਬੀ 'ਚ ਪੜ੍ਹੇਗਾ, ਉਹਨੂੰ ਨਾ ਕਹਿੰਦੇ ਕਿ ਉਹ ਦੁਬਿਧਾ ਵਿੱਚ ਦੋਨੋਂ ਗਏ, ਨਾ ਮਾਇਆ ਮਿਲੀ ਨਾ ਰਾਮ, ਨਾ ਉਹਨੂੰ ਪੜ੍ਹਾਈ ਆਉਣੀ ਹੈ ਨਾ ਉਹਨੂੰ ਪੰਜਾਬੀ ਆਉਣੀ। ਮੈਂ ਪਿਛਲੇ ਘੱਟੋ ਘੱਟ 15 ਸਾਲ ਤੋਂ ਇਹ ਕਹਿ ਰਿਹਾ ਕਿ ਸਾਡੀਆਂ ਜਿਹੜੀਆਂ ਪਾਠ ਪੁਸਤਕਾਂ ਨੇ ਉਹ ਇਸ ਪੱਧਰ ਦੀਆਂ ਹੋਣੀਆਂ ਚਾਹੀਦੀਆਂ ਨੇ ਕਿ ਤਕਨੀਕੀ ਸ਼ਬਦਾਵਲੀ ਮੰਨ ਲਈ ਜਾਵੇ, ਜਿਹੜੀ ਅੰਤਰਰਾਸ਼ਟਰੀ ਵਿਗਿਆਨਕ ਸ਼ਬਦਾਵਲੀ ਹੈ ਉਸ ਨੂੰ ਅਪਣਾ ਲਿਆ ਜਾਵੇ। ਤੇ ਮੇਰੀ ਰਾਏ ਵੀ ਪੰਜਾਬੀ ਯੂਨੀਵਰਸਿਟੀ ਦੇ ਹੀ ਇੱਕ ਅਧਿਆਪਕ ਦੀ ਰਾਏ ਹੈ। ਮੈਂ ਜ਼ਿੰਮੇਵਾਰੀ ਨਾਲ ਕਹਿਣਾ ਕਿ ਪੰਜਾਬ ਦੇ ਲੇਖਕ, ਪੰਜਾਬ ਦੇ ਪੰਜਾਬੀ ਨਾਲ ਜੁੜੇ ਹੋਏ ਜਿਹੜੇ ਅਧਿਆਪਕ ਨੇ, ਉਹ ਸਾਰੇ ਹੀ ਇੱਕ ਸੁਰ ਹੋ ਕੇ ਉਹਨਾਂ ਸਾਰੀਆਂ ਚੀਜ਼ਾਂ ਦਾ ਵਿਰੋਧ ਕਰਦੇ ਨੇ, ਦਰਜ ਕਰਦੇ ਨੇ। ਕੋਈ ਨਹੀਂ ਡਰਦਾ ਇਸ ਗੱਲ ਤੋਂ। ਜਿਹੜਾ ਬੰਗਾਲੀ ਡਾਕਟਰ ਹੈ, ਜਦ ਉਹਦਾ ਸਟੂਡੈਂਟ ਉਹਦੇ ਨਾਲ ਗੱਲ ਕਰਦਾ ਹੈ ਡਾਕਟਰੀ ਬਾਰੇ, ਉਹ ਬੰਗਲਾ 'ਚ ਗੱਲ ਕਰਦੇ ਨੇ। ਜਿਹੜਾ ਤੇਲਗੂ ਵਾਲੇ ਨੇ ਜ਼ਿਆਦਾ, ਉੱਥੇ ਬਹੁਤ ਸਾਰੇ ਬੰਗਾਲੀ ਔਰ ਤੇਲਗੂ ਬਹੁਤ ਜ਼ਿਆਦਾ ਨੇ, ਤੇਲਗੂ ਵਾਲਾ ਤੇਲਗੂ 'ਚ ਗੱਲ ਕਰਦਾ ਹੈ, ਪਰ ਜਿਹੜਾ ਪੰਜਾਬੀ ਵਾਲਾ ਉਹ ਪੰਜਾਬੀ ਡਾਕਟਰ ਨਾਲ ਅੰਗਰੇਜ਼ੀ 'ਚ ਗੱਲ ਕਰਦਾ ਜੀ। ਇਹ ਜਿਹੜੀ ਸਾਡੀ ਸਮੱਸਿਆ ਹੈ ਨਾ, ਸਾਡੇ ਮਨ 'ਚ ਕਿਤੇ ਜ਼ਹੀਨੀਅਤ ਗੁਲਾਮੀ ਹੈ। ਅਸੀਂ ਆਪੇ ਮੰਨ ਲਿਆ ਵੀ ਸਾਡੀ ਪੰਜਾਬੀ ਤਾਂ ਮਾੜੀ ਹੈ। ਸਤਿ ਸ਼੍ਰੀ ਅਕਾਲ। ਦੀ ਸਪੋਕਸਮੈਨ ਡਿਬੇਟ 'ਚ ਸਾਰਿਆਂ ਦਾ ਸਵਾਗਤ ਹੈ। ਰੱਖਣਾ ਲਿਹਾਜ਼ ਗੱਲ ਕਰਨੀ ਮਿਲਾਪ ਦੀ, ਦੁਖੀ ਨੂੰ ਦਿਖਾਉਣ ਮਾੜਾ, ਮਾੜਿਆਂ ਨੂੰ ਢਾਉਣ ਮਾੜਾ, ਦੂਏ ਦੀ ਸ਼ਰਮ ਨੂੰ ਸ਼ਰਮ ਜਾਣੋ ਆਪ ਦੀ। ਬਾਬੂ ਜੀ ਜ਼ੁਬਾਨਾਂ ਫਿਰੇ ਸਿੱਖ ਦਾ ਪੰਜਾਬੀ ਹੋਰ, ਵੀਰ ਜੀ ਪੰਜਾਬੀ ਬੋਲੀ ਤੇਰੇ ਮਾਂ ਤੇ ਬਾਪ ਦੀ। ਅੱਜ ਕੱਲ੍ਹ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਕਰਾਂਗੇ। ਪੰਜਾਬੀ ਮਾਂ ਬੋਲੀ ਦੀ ਜੋ ਪੰਜਾਬ 'ਚ ਹਾਲਤ ਹੈ, ਜੋ ਤਰਾਸਦੀ ਸਾਨੂੰ ਆ ਰਹੇ ਨਤੀਜਿਆਂ ਤੋਂ ਸਾਹਮਣੇ ਵਿਖਦੀ ਹੈ, ਉਹ ਤੋਂ ਅਸੀਂ ਅੱਖਾਂ ਨਹੀਂ ਫੇਰ ਸਕਦੇ, ਉਹ ਤੋਂ ਅਸੀਂ ਮੂੰਹ ਨਹੀਂ ਪਵਾ ਸਕਦੇ।
ਗੱਲ ਇਹ ਹੈ ਕਿ ਪਿੱਛੇ ਜੇ ਇੱਕ ਪਰਚਾ ਲਿਆ ਗਿਆ ਕਿਸੇ ਯੋਗਤਾ ਸੰਬੰਧੀ 36000 ਜਿਹੜੇ ਉਹਦੇ ਵਿੱਚ ਬੈਠਣ ਵਾਲੇ ਪਰਚਾ ਦੇਣ ਵਾਲੇ ਐਪਲੀਕੈਂਟ ਸੀਗੇ, ਜਿਹੜੇ ਉਮੀਦਵਾਰ ਸੀ, ਉਹਨਾਂ ਦੇ ਵਿੱਚੋਂ 13000 ਪੰਜਾਬੀ ਚੋਂ ਫੇਲ ਹੋ ਗਏ। 2200 ਤੋਂ ਵਧੇਰੇ 10ਵੀਂ ਚੋਂ ਫੇਲ ਹੋ ਗਏ। ਹੋਰ ਵੀ ਕਈ ਜਮਾਤਾਂ ਦੇ ਨਤੀਜੇ ਇਸ ਤਰੀਕੇ ਨਾਲ ਹੈ। ਪਰ ਸਵਾਲ ਇਹ ਵੱਡਾ ਹੈ, ਪੰਜਾਬ 'ਚ ਪੰਜਾਬੀ ਨਾਲ ਜਿਹੜਾ ਧੱਕਾ ਹੋ ਰਿਹਾ, ਪੰਜਾਬ 'ਚ ਪੰਜਾਬੀ ਦੀ ਜਿਹੜੀ ਹਾਲਤ ਹੋ ਰਹੀ ਹੈ, ਤੇ ਫਿਰ ਅਸੀਂ ਆਸ ਕਰਦੇ ਹਾਂ ਕਿ ਗਵਾਂਢੀ ਰਾਜ ਹਰਿਆਣੇ 'ਚ, ਰਾਜਸਥਾਨ 'ਚ, ਜੰਮੂ 'ਚ ਜਿਹੜੀ ਹੈ ਉਹ ਪੰਜਾਬੀ ਨਾਲ ਵਿਤਕਰਾ ਨਾ ਹੋਵੇ। ਜਦੋਂ ਪੰਜਾਬੀ ਨਾਲ ਵਿਤਕਰਾ ਤੁਹਾਡੇ ਆਪਣੇ ਸਕੂਲਾਂ 'ਚ ਹੋ ਰਿਹਾ ਹੈ, ਜਦੋਂ ਪੰਜਾਬੀ ਬੋਲਣ ਦੇ ਉੱਤੇ ਜੁਰਮਾਨੇ ਲੱਗ ਰਹੇ ਹੈ, ਤਾਂ ਅਸੀਂ ਕਿਸ ਆਸ ਨਾਲ ਜਿਹੜਾ ਹੈ ਪੰਜਾਬੀ ਦੇ ਵਿਕਾਸ ਤੇ ਇਹਦੀ ਪ੍ਰਫੁੱਲਤਾ ਦੀ ਗੱਲ ਕਰਾਂਗੇ। ਹੁਣ ਦੇ ਮੁੱਖ ਮੰਤਰੀ ਤੇ ਉਦੋਂ ਦੇ ਲੋਕ ਸਭਾ ਮੈਂਬਰ ਜਦੋਂ ਪਾਰਲੀਮੈਂਟ ਵਿੱਚ ਪੰਜਾਬੀ ਨੂੰ ਲੈ ਕੇ ਕੀ ਕੁਝ ਕਹਿੰਦੇ, ਇੱਕ ਵਾਰੀ ਉਹ ਸੁਣ ਲੈਂਦੇ ਹਾਂ। ਮਿਨਿਸਟਰ ਸਾਹਿਬ, ਬੜੇ ਦੁੱਖ ਨਾਲ ਕਹਿਣਾ ਪੈ ਰਿਹਾ, ਪੰਜਾਬ ਦੇ ਬਹੁਤ ਸਾਰੇ ਪ੍ਰਾਈਵੇਟ ਸਕੂਲ ਇਦਾਂ ਦੇ ਨੇ ਜਿੱਥੇ ਜੇ ਕੋਈ ਬੱਚਾ ਪੰਜਾਬੀ ਬੋਲਦਾ ਫੜਿਆ ਜਾਵੇ ਤਾਂ ਉਹਨੂੰ ਜੁਰਮਾਨਾ ਹੁੰਦਾ ਜੀ। ਪੰਜਾਬ ਦੇ ਵਿੱਚ ਪੰਜਾਬੀ ਬੋਲਣ ਤੇ ਜੁਰਮਾਨਾ ਹੋ ਰਿਹਾ ਜੀ। ਸੋ ਇਸ ਤਰ੍ਹਾਂ ਦੇ ਸਕੂਲਾਂ ਤੇ ਵੀ ਚੈੱਕ ਹੋਣਾ ਚਾਹੀਦਾ। ਕਿਸੇ ਨੂੰ ਦੁਆ ਦੇਣੀ ਹੋਵੇ ਤਾਂ ਉਹਨੂੰ ਕਹਿਣਾ ਜਾਂ ਤੇਰੀ ਉਮਰ ਲੋਕ ਗੀਤ ਜਿੱਡੀ ਹੋਵੇ। ਲੋਕ ਗੀਤ ਕਦੇ ਮਰਦੇ ਨਹੀਂ ਹੁੰਦੇ। ਜੇ ਕਿਸੇ ਨੂੰ ਬਦਦੁਆ ਦੇਣੀ ਹੈ ਤਾਂ ਇਸ ਤੋਂ ਵੱਡੀ ਬਦਦੁਆ ਨਹੀਂ ਹੋ ਸਕਦੀ ਕਿ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜੇ। ਇਹੋ ਜਿਹੇ ਨੇ ਮੇਰੇ ਧਿਆਨ ਚ ਆਏ, ਮਿਨਿਸਟਰ ਸਾਹਿਬ ਨਾਲ ਗੱਲ ਕੀਤੀ, ਹੈਗੇ ਪੰਜਾਬ ਚ ਨੇ। ਪਾਣੀ ਥੱਲੇ ਨਲਕਾ ਲੱਗਿਆ, ਪੰਜਾਬ ਦਾ ਪਾਣੀ ਨਿਕਲਦਾ ਹੈ। ਜਿਹੜੇ ਅੱਧੀ ਛੁੱਟੀ ਵੇਲੇ ਖਾਣਾ ਖਾਂਦੇ ਟੀਚਰ ਵੀ ਤੇ ਸਾਰੇ ਵੀ, ਉਹ ਪੰਜਾਬ ਦੀ ਰੋਟੀ ਹੈ। ਪਰ ਪੰਜਾਬੀ ਬੋਲਣ ਤੇ ਪਾਬੰਦੀ ਲੱਗੀ ਹੋਈ ਹੈ। ਜੇ ਪਹਿਲੀ ਵਾਰ ਬੱਚੇ ਪੰਜਾਬੀ ਬੋਲਦੇ ਫੜੇ ਗਏ ਤਾਂ 10 ਰੁਪਏ ਜੁਰਮਾਨਾ, ਜੇ ਦੂਜੀ ਵਾਰ ਫੜੇ ਗਏ ਤਾਂ ਫੜੇ ਗਏ ਮਤਲਬ ਚੋਰੀ ਦਾ ਕੰਮ ਹੈ। ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਪਹਿਲੀ ਵਾਰ ਜੁਰਮਾਨਾ ਕੀਤਾ, ਤੁਹਾਡੇ ਸਕੂਲ ਦੀ ਐਫੀਲੀਏਸ਼ਨ ਅਸੀਂ ਖਤਮ ਕਰ ਦਿਆਂਗੇ, ਅਸੀਂ ਉਹਨੂੰ ਓਵਰਟੇਕ ਕਰ ਲਾਂਗੇ ਫਿਰ। ਔਰ ਜਦੋਂ ਗਰਾਊਂਡ ਜ਼ੀਰੋ ਤੇ ਜਾ ਕੇ ਵੇਖਦੇ ਹਾਂ, ਵਿਚਰਦੇ ਹਾਂ, ਤਾਂ ਹਾਲਾਤ ਤੋਂ ਜਾਣੂ ਹੁੰਦੇ ਹਾਂ। ਸਾਡਾ ਇੱਕ ਵਿਸ਼ੇਸ਼ ਪ੍ਰੋਗਰਾਮ ਹੈ ਸੱਥ, ਸਪੋਕਸਮੈਨ ਦੀ ਸੱਥ 'ਚ ਜਦੋਂ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਗਏ ਤਾਂ ਉੱਥੇ ਪਿੰਡਾਂ 'ਚ ਪੰਜਾਬੀ ਦਾ ਕੀ ਹਾਲ ਹੈ, ਕਨਵੈਂਟ ਸਕੂਲਾਂ 'ਚ ਪੜ੍ਹਨ ਵਾਲੇ ਬੱਚੇ ਕਿੰਨੀ ਕੁ ਪੰਜਾਬੀ ਜਾਣਦੇ ਆ, ਤੁਸੀਂ ਇਸ ਵੀਡੀਓ ਦੇ ਜ਼ਰੀਏ ਸਮਝ ਸਕਦੇ ਹੋ। ਐਜੂਕੇਸ਼ਨ ਦੀ ਗੱਲ ਤੇ ਮੈਂ ਇਸ ਪਿੰਡ ਵਾਲਿਆਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਤੁਹਾਡੇ ਬੱਚਿਆਂ ਨੂੰ ਪੰਜਾਬੀ ਨਹੀਂ ਪੜ੍ਹਾਈ ਜਾ ਰਹੀ, ਨਾ ਸਰਕਾਰੀ ਸਕੂਲ ਵਿੱਚ ਨਾ ਕਨਵੈਂਟ ਸਕੂਲ ਵਿੱਚ। ਇੱਥੇ ਤੇ ਮਾਪੇ ਨੂੰ ਜਾਗਣਾ ਪਏਗਾ। ਤੁਹਾਡੇ ਬੱਚੇ ਮੈਨੂੰ ਹੁਣ ਦੱਸਦੇ ਸੀਗੇ ਕਿ ਵੀ ਕਨਵੈਂਟ ਸਕੂਲ ਜਾਂਦੇ ਤਾਂ ਉੱਥੇ ਉਹਨਾਂ ਨੇ ਮਨਾ ਕੀਤਾ ਹੋਇਆ ਸਕੂਲ ਵਿੱਚ ਪੰਜਾਬੀ ਨਹੀਂ ਬੋਲਣੀ। ਇੰਗਲਿਸ਼ ਮੀਡੀਅਮ ਪੰਜਾਬੀ ਨਹੀਂ ਸਿਖਾਉਂਦੇ। ਸਾਡਾ ਸਰਕਾਰੀ ਇੰਗਲਿਸ਼ ਮੀਡੀਅਮ, ਸਰਕਾਰੀ ਇੰਗਲਿਸ਼ ਮੀਡੀਅਮ ਉਹਦੇ ਵਿੱਚ ਵੀ ਨਹੀਂ ਪੰਜਾਬੀ ਸਿਖਾਉਂਦੇ। ਇੰਗਲਿਸ਼ ਇਹ ਜਲਾਲਾਬਾਦ ਦੇ ਪਿੰਡ ਦਾ ਗੁਬਾਇਆ ਦਾ ਹਾਲ ਹੈ ਕਿ ਪੰਜਾਬੀ ਨਹੀਂ ਸਿਖਾਈ ਜਾ ਰਹੀ ਬੱਚਿਆਂ ਨੂੰ। ਤਾਂ ਫਿਰ ਅਸੀਂ ਮਾਂ ਬੋਲੀ ਦਾ ਸਤਿਕਾਰ ਕਿੱਦਾਂ ਕਰਾਂਗੇ? ਤੁਹਾਨੂੰ ਪਤਾ ਨਹੀਂ ਮਾਂ ਬੋਲੀ ਕਿਹੜੀ ਹੈ? ਕਿਹੜੀ? ਪੰਜਾਬੀ। ਫਿਰ ਪੰਜਾਬੀ ਤਾਂ ਆਉਣੀ ਚਾਹੀਦੀ ਹੈ ਨਾ। ਪੰਜਾਬੀ ਬੋਲਣ ਨਹੀਂ ਦਿੰਦੇ ਕਨਵੈਂਟ ਸਕੂਲ ਵਿੱਚ। ਕੀ ਕਹਿੰਦੇ ਨੇ? ਇੰਗਲਿਸ਼ ਓਨਲੀ। 42 43 44 44 45 46 ਮਾਂ ਬਾਪ ਦੀ ਵੀ ਤਾਂ ਹੈ। ਮੈਂ ਤਾਂ ਕਹਿੰਦੀ ਮੇਰੇ ਫਾਦਰ ਨੇ ਮੇਰੇ ਕੰਨ ਖਿੱਚ ਕੇ ਮੈਨੂੰ ਪੰਜਾਬੀ ਸਿਖਾਈ। ਕੋਈ ਰੋਕਿਆ ਜਾਵੇਗਾ ਵੀ ਪੰਜਾਬੀ ਨਹੀਂ ਪੜ੍ਹਾਣੀ, ਟੀਚਰ ਕਿਵੇਂ ਪੜ੍ਹਾ ਦੇਣਗੇ? ਕਨਵੈਂਟ ਸਕੂਲ, ਨਿੱਜੀ ਸਕੂਲ ਵਿੱਚ ਤੁਸੀਂ ਮਾਂ ਬਾਪ ਪਾ ਰਹੇ ਹੋ, ਤੁਹਾਨੂੰ ਜਾ ਕੇ ਆਵਾਜ਼ ਚੁੱਕਣੀ ਪਏਗੀ। ਸੋ ਇਹ ਹਾਲਾਤ ਨੇ। ਪਹਿਲਾਂ ਗਾਹੇ ਬਗਾਹੇ ਅਜਿਹੀ ਗੱਲ ਕਿਤੇ ਦੇਖਣ ਨੂੰ ਮਿਲਦੀ ਸੀ ਜਿੱਥੇ 29 39 ਚ ਭੁਲੇਖਾ ਲੱਗਦਾ ਸੀ, 49 59 ਦੇ ਵਿੱਚ, 69 79 99 ਦੇ ਵਿੱਚ ਭੁਲੇਖਾ ਲੱਗਦਾ ਸੀ। ਹੁਣ ਤਾਂ 30 ਤੋਂ ਅਗਾਂਹ ਜਾ ਕੇ ਇਹ ਆਪਣੀ ਗਿਣਤੀ ਪੰਜਾਬੀ 'ਚ ਭੁੱਲ ਜਾਂਦੇ ਆ। ਹਾਲਾਤ ਇਸ ਤਰੀਕੇ ਦੇ ਹੋਣ ਦਾ ਮੁੱਢ ਕਿੱਥੋਂ ਵੱਜਿਆ, ਇਹਦਾ ਮੁੱਖ ਕਾਰਨ ਕੀ ਹੈ, ਇਹ ਜਾਣਨ ਸਮਝਣ ਦੇ ਲਈ ਅੱਜ ਸਾਡੇ ਨਾਲ ਜਿਹੜੇ ਵਿਸ਼ੇਸ਼ ਮਹਿਮਾਨ ਆਏ ਹੈ, ਮੁਖੀ ਰਹਿ ਚੁੱਕੇ ਹੈ ਇੱਕ ਪੰਜਾਬੀ ਯੂਨੀਵਰਸਿਟੀ, ਉਹ ਯੂਨੀਵਰਸਿਟੀ ਜਿਹੜੀ ਕਿ ਪੰਜਾਬੀ ਭਾਸ਼ਾ ਦੇ ਨਾਮ ਤੇ ਬਣੀ ਇਕਲੌਤੀ ਯੂਨੀਵਰਸਿਟੀ ਹੈ। ਸੋ ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋਫੈਸਰ ਨੇ ਡਾਕਟਰ ਸੁਰਜੀਤ ਸਿੰਘ, ਉਹਨਾਂ ਦਾ ਅਸੀਂ ਸਵਾਗਤ ਕਰਾਂਗੇ। ਡਾਕਟਰ ਸਾਹਿਬ, ਤੁਹਾਡਾ ਇਸ ਚਰਚਾ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਡਾਕਟਰ ਸਾਹਿਬ, ਪਬਲੀਕੇਸ਼ਨ ਬਿਊਰੋ ਤੇ ਸ਼ੁਕਰੀਆ। ਹਾਂਜੀ, ਸ਼ੁਕਰੀਆ ਜੀ। ਪ੍ਰਿੰਟਿੰਗ ਪ੍ਰੈਸ ਦੀ ਇਸ ਵੇਲੇ ਵਾਧੂ ਦੀ ਜ਼ਿੰਮੇਵਾਰੀ ਵੀ ਨਿਭਾ ਰਹੇ ਆ ਤੇ ਜਿਹੜਾ ਅਧਿਆਪਨ ਦਾ ਕੀਤਾ ਉਹਨੂੰ ਬਾਖੂਬੀ ਪਿਛਲੇ ਕਈ ਸਾਲਾਂ ਤੋਂ ਕਈ ਵੱਖ-ਵੱਖ ਥਾਵਾਂ ਤੇ ਨਿਭਾ ਚੁੱਕੇ ਆ। ਡਾਕਟਰ ਸਾਹਿਬ, ਮੈਂ ਜਾਣਨਾ ਚਾਹੂੰਗਾ, ਅਸਲ ਮਕਸਦ ਇਹ ਆ ਕਿ ਇਸ ਪੰਜਾਬੀ ਦੀ ਬਣਦੀ ਜਾ ਰਹੀ ਇਸ ਮਾੜੀ ਹਾਲਤ ਨੂੰ ਲੈ ਕੇ ਅਸੀਂ ਗੱਲ ਕਰੀਏ, ਪਰ ਮੁੱਢ ਉੱਥੋਂ ਵੱਜਦਾ ਹੈ ਕਿ ਚਰਚਾ ਸਾਨੂੰ ਤਾਂ ਮੁਨੱਕਦ ਕਰਨੀ ਪਈ ਕਿ
36000 ਬੱਚੇ ਇੱਕ ਟੈਸਟ ਦੇ ਵਿੱਚ ਬਹਿੰਦੇ ਆ ਤੇ ਉਹਦੇ ਚੋਂ 13000 ਫੇਲ ਹੋ ਜਾਂਦੇ ਆ। 10ਵੀਂ ਦੇ ਵਿੱਚੋਂ 2200 ਤੋਂ ਵਧੇਰੇ ਬੱਚੇ ਪੰਜਾਬੀ ਚੋਂ ਫੇਲ ਹੋ ਜਾਂਦੇ ਆ। ਪੰਜਾਬ ਦੇ ਅੰਦਰ ਪੰਜਾਬੀ ਲੋਕ ਪੰਜਾਬੀ ਵਿਸ਼ੇ ਚੋਂ ਫੇਲ ਹੋਣ, ਇਦੋਂ ਮਾੜੀ ਹਾਲਤ ਸਾਡੀ ਕੀ ਹੋ ਸਕਦੀ ਹੈ? ਨਵਜੋਤ ਜੀ, ਇਸ ਤਰ੍ਹਾਂ ਕਿ ਜਿਹੜੀ ਇਹ ਦੋ ਗਿਣਤੀਆਂ ਤੁਸੀਂ ਦੱਸੀਆਂ ਨੇ ਨਾ, ਜੀ। ਇਹਨੂੰ ਥੋੜਾ ਜਿਹਾ ਆਪਾਂ ਸਾਪੇਖਕ ਰੂਪ ਦੇ ਵਿੱਚ, ਤੁਲਨਾਤਮਕ ਰੂਪ 'ਚ ਵੀ ਦੇਖ ਲਈਏ। ਜੀ ਜਿਹੜਾ ਇਹ 36000 ਕਿਸੇ ਨੌਕਰੀ ਵਾਸਤੇ ਟੈਸਟ ਲਿਆ ਗਿਆ, ਜੀ ਜਦੋਂ ਤੱਕ ਮੇਰੀ ਜਾਣਕਾਰੀ ਹੈ ਕਿ ਐਕਸਾਈਜ਼ ਐਂਡ ਟੈਕਸੇਸ਼ਨ ਜਿਹੜਾ ਆਫੀਸਰ ਨੇ ਉਹਦਾ ਟੈਸਟ ਹੋਇਆ ਸੀ ਤੇ ਉਹਦੇ ਵਿੱਚੋਂ 13000, ਇਹ ਬਹੁਤ ਵੱਡੀ ਪ੍ਰਤੀਸ਼ਤਤਾ ਹੈ। ਜੀ ਪਰ ਜਿਹੜੀ ਉਹ 2265 'ਚ ਜਿਹੜੇ ਵਿਦਿਆਰਥੀ 10ਵੀਂ 'ਚੋਂ ਫੇਲ ਹੋਏ ਨੇ, ਉਹ ਜਦੋਂ ਅਸੀਂ ਦੇਖਾਂਗੇ ਕਿੰਨੇ ਲੱਖ ਵਿਦਿਆਰਥੀ ਉਹਦੇ ਵਿੱਚ ਬੈਠੇ ਤੇ ਉਹਦੇ ਚੋਂ ਇਹ ਬੱਚੇ ਫੇਲ ਹੋਏ ਨੇ। ਭਾਵੇਂ ਕਿ ਜਦੋਂ ਸਾਡੀ ਮਾਤ ਭਾਸ਼ਾ ਪੰਜਾਬੀ ਹੈ ਤਾਂ ਇੱਕ ਬੱਚਾ ਵੀ ਕਿਉਂ ਫੇਲ ਹੋਵੇ, ਜੀ ਪਰ ਇਹ ਜਿਹੜੀ ਗਿਣਤੀ ਹੈਗੀ ਆ, ਇਹ ਸਾਨੂੰ ਦੋਵੇਂ ਗਿਣਤੀਆਂ ਦਾ ਵੱਖਰਾ ਵੱਖਰਾ ਵਿਸ਼ਲੇਸ਼ਣ ਕਰਨਾ ਪਊ ਤੇ ਕਾਰਨ ਇਸ ਦੇ ਵੀ ਕੁਝ ਸਾਂਝੇ ਹੋਣਗੇ ਤੇ ਕੁਝ ਵੱਖਰੇ ਕਾਰਨ ਵੀ ਹੋਣਗੇ। ਠੀਕ ਹੈ ਜੀ। ਉਹਨਾਂ ਵਿੱਚੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਬੱਚੇ ਇਸ ਮੁਕਾਬਲੇ ਦੀ ਪ੍ਰੀਖਿਆ 'ਚ ਬੈਠੇ ਨੇ, ਇਹਨਾਂ ਦਾ ਦੇਖਣਾ ਪਊਗਾ ਕਿ ਕਿੰਨੇ ਬੱਚੇ ਇਹਨਾਂ ਚੋਂ ਜਿਹੜੇ ਪੰਜਾਬੀ ਮਾਧਿਅਮ ਸਕੂਲ ਦੇ ਵਿੱਚੋਂ ਪੜ੍ਹੇ ਨੇ ਤੇ ਕਿੰਨੇ ਜਿਹੜੇ ਹੈਗੇ ਨੇ ਉਹ ਅੰਗਰੇਜ਼ੀ ਮਾਧਿਅਮ ਸਕੂਲਾਂ ਦੇ ਵਿੱਚੋਂ ਪੜ੍ਹ ਕੇ ਗਏ ਨੇ। ਜਿਹੜੀਆਂ ਤੁਸੀਂ ਵੀਡੀਓ ਦਿਖਾਈਆਂ ਉਹਦੇ ਵਿੱਚੋਂ ਸਥਾਪਿਤ ਹੋ ਜਾਂਦਾ ਕਿ ਜਦੋਂ ਅਸੀਂ ਅੰਗਰੇਜ਼ੀ ਮਾਧਿਅਮ ਸਕੂਲ ਜਿਹੜੇ ਹੈਗੇ ਉੱਥੇ ਪੜ੍ਹਦੇ ਹਾਂ ਤੇ ਉਹਦੇ ਵਿੱਚ ਸਾਰਾ ਮਾਧਿਅਮ ਨਾ ਕੇਵਲ ਉਹ ਅੰਗਰੇਜ਼ੀ ਬਣ ਜਾਂਦਾ, ਸਗੋਂ ਬੱਚਿਆਂ ਨੂੰ ਅੰਗਰੇਜ਼ੀ ਸਿਖਾਉਣ ਦੇ ਨਾਮ ਉੱਪਰ ਪੰਜਾਬੀ ਤੋਂ ਦੂਰ ਕੀਤਾ ਜਾਂਦਾ। ਪੰਜਾਬੀ ਦੀ ਪੜ੍ਹਾਈ ਜਿਹੜੀ ਹੈਗੀ ਆ ਉਹ ਵਿਗਿਆਨਕ ਤੌਰ ਤੇ ਵੀ ਨੁਕਸਦਾਰ ਤਰੀਕੇ ਨਾਲ ਕਰਵਾਈ ਜਾਂਦੀ ਆ, ਅਧਿਆਪਕ ਉੱਥੇ ਦਿੱਤੇ ਨਹੀਂ ਜਾਂਦੇ ਤੇ ਇਸ ਦੇ ਨਾਲ ਨਾਲ ਜਿਹੜਾ ਮਾਹੌਲ ਬਣਾਇਆ ਜਾਂਦਾ ਹੈ ਕਿ ਬੱਚਾ ਪੰਜਾਬੀ ਦਾ ਵਾਕ ਵੀ ਜਾ ਕੇ ਨਾ ਬੋਲੇ। ਜਦੋਂ ਬੱਚੇ ਸਕੂਲਾਂ ਦੇ ਵਿੱਚ ਜਾਣਾ ਸ਼ੁਰੂ ਕਰਦੇ ਨੇ, ਅੰਗਰੇਜ਼ੀ ਮਾਧਿਅਮ ਸਕੂਲਾਂ ਵਿੱਚ ਜਾਣਾ ਸ਼ੁਰੂ ਕਰਦੇ ਨੇ, ਤਾਂ ਉਹਨਾਂ ਦੀ ਬੋਲੀ ਜਿਹੜੀ ਹੈਗੀ ਆ ਹੌਲੀ ਹੌਲੀ ਉਹ ਘਰ ਦੇ ਵਿੱਚ ਵੀ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾਂਦਾ ਹੈ। ਤੇ ਇੱਥੋਂ ਤੱਕ ਕਿ ਤੁਹਾਨੂੰ ਪਤਾ ਹੋਊਗਾ ਕਿ ਜਦੋਂ ਵੱਡੇ ਜਿਹੜੇ ਚੰਗੇ ਸਕੂਲ ਮੰਨੇ ਜਾਂਦੇ ਨੇ, ਬਹੁਤ ਹੀ ਚੰਗੇ ਸਕੂਲ ਮੰਨੇ ਜਾਂਦੇ ਨੇ, ਉਹਨਾਂ ਦੇ ਵਿੱਚ ਇਹ ਜਿਹੜਾ ਜਦੋਂ ਇੰਟਰਵਿਊ ਲਈ ਜਾਂਦੀ ਦਾਖਲੇ ਵਾਸਤੇ, ਤਾਂ ਇਹ ਦੇਖਿਆ ਜਾਂਦਾ ਕਿ ਬੱਚੇ, ਇਹ ਪੇਰੈਂਟਸ, ਇਹ ਮਾਂ-ਬਾਪ ਆਪਣੇ ਬੱਚਿਆਂ ਨੂੰ ਕੀ ਅੰਗਰੇਜ਼ੀ ਸਿਖਾ ਸਕਦੇ ਨੇ, ਕੀ ਘਰ ਦੇ ਵਿੱਚ ਅੰਗਰੇਜ਼ੀ ਦਾ ਮਾਹੌਲ ਬਣਾ ਸਕਦੇ ਨੇ। ਤਾਂ ਫਿਰ ਮਾਂ-ਬਾਪ ਵੀ ਉਹਦੇ ਪਿੱਛੇ ਲੱਗ ਜਾਂਦੇ ਨੇ ਤੇ ਉਹਨਾਂ ਨੂੰ ਮਜਬੂਰੀ ਬਸ ਲੱਗਣਾ ਪੈਂਦਾ ਤੇ ਉਹ ਘਰ ਦੇ ਵਿੱਚ ਬੱਚੇ ਨਾਲ ਹਿੰਦੀ ਦੇ ਵਿੱਚ ਜਾਂ ਅੰਗਰੇਜ਼ੀ, ਦੇਖੋ ਅੰਗਰੇਜ਼ੀ ਤਾਂ ਬਹੁਤੇ ਮਾਂ-ਬਾਪ ਸਾਡੇ ਬੋਲ ਨਹੀਂ ਸਕਦੇ, ਬਿਲਕੁਲ। ਪਰ ਇਹ ਬੜੀ ਰੌਚਕ ਗੱਲ ਹੈ ਕਿ ਅੰਗਰੇਜ਼ੀ ਸਿੱਖਣੀ ਆ ਪਰ ਘਰ ਦੇ ਵਿੱਚ ਅਸੀਂ ਉਹਦਾ ਹਿੰਦੀ ਬੋਲਣੀ ਸ਼ੁਰੂ ਕਰ ਦਿੰਦੇ ਹਾਂ। ਬਿਲਕੁਲ। ਤੇ ਜਿਹੜੀ ਮਰਜ਼ੀ ਬੋਲੀ ਅਸੀਂ ਬੋਲਣੀ ਘਰ ਦੇ ਵਿੱਚ ਸ਼ੁਰੂ ਕਰ ਦਿੰਦੇ ਹਾਂ, ਪਰ ਪੰਜਾਬੀ ਦਾ ਜਿਹੜਾ ਉਹਦਾ ਬੱਚੇ ਦਾ ਮੁਹਾਵਰਾ, ਪੰਜਾਬੀ ਦੇ ਵਿੱਚ ਜਿਹੜਾ ਉਹਦਾ ਵਿਕਾਸ ਹੋਣਾ ਸੀ, ਉਹਦੀ ਭਾਸ਼ਾ ਦੀ, ਉਹਦੇ ਸ਼ਬਦਾਂ ਦਾ ਭੰਡਾਰ ਵੱਡਾ ਹੋਣਾ ਸੀ, ਉਹ ਖਤਮ ਹੋ ਜਾਂਦਾ। ਉਹਦਾ ਪੰਜਾਬੀ ਦਾ ਵਾਕ ਸੁੰਗੜਦਾ ਸੁੱਕ ਜਾਂਦਾ ਤੇ ਉਸ ਨੂੰ ਠੀਕ ਪੰਜਾਬੀ ਦਾ ਵਾਕ ਬੋਲਣਾ ਨਹੀਂ ਆਉਂਦਾ, ਕਿਉਂਕਿ ਹਿੰਦੀ ਦਾ ਵੀ ਨਾਲ ਗਲਬਾ ਹੈ। ਉਹ ਸਾਡੇ ਬਹੁਤ ਸਾਰੇ ਬੱਚੇ ਹੁਣ ਜਦੋਂ ਬੋਲਦੇ ਨੇ ਤਾਂ ਉਹ ਜਿਹੜੇ ਉਹ ਬੱਚੇ ਬੋਲਦਿਆਂ ਹੋਇਆਂ ਹਿੰਦੀ ਦੀਆਂ ਕਿਰਿਆਵਾਂ, ਹਿੰਦੀ ਦੇ ਬਹੁਵਚਨ, ਉਹ ਸਾਡੇ ਹੁਣ ਗੀਤਾਂ ਤੱਕ ਵੀ ਆ ਗਏ ਕਿ ਜਦੋਂ ਅਸੀਂ ਬਹੁਵਚਨ ਬਣਾਉਂਦੇ ਹਾਂ ਤਾਂ ਅਸੀਂ ਹਿੰਦੀ ਦਾ ਬਹੁਵਚਨ ਬਣਾ ਰਹੇ ਹਾਂ, ਨਾ ਕਿ ਪੰਜਾਬੀ ਦਾ ਬਹੁਵਚਨ ਬਣਾਉਂਦੇ ਹਾਂ। ਤਾਂ ਇਹ ਪ੍ਰਭਾਵ ਜਿਹੜਾ ਹੈਗਾ ਬੱਚੇ ਦੇ ਉੱਪਰ ਜਦੋਂ ਪੈਣਾ ਸ਼ੁਰੂ ਹੋ ਜਾਂਦਾ ਹੈ ਅੰਗਰੇਜ਼ੀ ਮਾਧਿਅਮ ਸਕੂਲਾਂ ਦੇ ਵਿੱਚ, ਤਾਂ ਜ਼ਾਹਿਰ ਹੈ ਕਿ ਪੰਜਾਬੀ ਤੋਂ ਬੱਚਾ ਟੁੱਟਦਾ ਅਖੀਰ ਦੇ ਵਿੱਚ ਉਸ ਦਾ ਠੀਕ ਵਾਕ ਲਿਖਣ ਦੀ ਸਮਰੱਥਾ ਗਵਾ ਲੈਂਦਾ। ਉਹਨੂੰ ਤੁਸੀਂ ਜਿਹੜੀ ਉਦਾਹਰਣ ਦਿੱਤੀ ਆ ਉਹ ਹੈਗੀ ਹੈ ਸ਼ਬਦਾਵਲੀ ਨਾਲ ਸੰਬੰਧਿਤ, ਕਿ ਪੰਜਾਬੀ ਦੀ ਜਿਹੜੀ ਗਿਣਤੀ ਹੈਗੀ ਆ ਉਹ ਵੀ ਉਹ ਸ਼ਬਦਾਵਲੀ ਦੇ ਵਿੱਚ ਆਉਂਦੀ ਆ ਤੇ ਉਹ ਗਵਾ ਲੈਂਦਾ ਤੇ ਉਹ ਨਹੀਂ ਬੋਲ ਸਕਦਾ। ਠੀਕ ਹੈ, ਸਾਡੇ ਨਾਲ ਇਸ ਦਰਮਿਆਨ ਡਾਕਟਰ ਪਿਆਰੇ ਲਾਲ ਗਰਗ ਸਾਹਿਬ ਵੀ ਜੁੜ ਚੁੱਕੇ ਆ। ਗਰਗ ਸਾਹਿਬ, ਤੁਹਾਡਾ ਵੀ ਇਸ ਚਰਚਾ ਦੇ ਵਿੱਚ ਸਵਾਗਤ ਹੈ। ਇਸ ਤੋਂ ਪਹਿਲਾਂ ਡਾਕਟਰ ਸੁਰਜੀਤ ਸਿੰਘ ਹੁਰੀ ਪੰਜਾਬੀ ਦੀ ਜਿਹੜੀ ਹਾਲਤ ਪੰਜਾਬ ਦੇ ਵਿੱਚ ਮੰਦੜੀ ਹੋ ਰਹੀ ਹੈ ਉਸ ਬਾਬਤ ਆਪਣੀ ਚਿੰਤਾ ਜ਼ਾਹਰ ਕਰ ਰਹੇ ਸੀਗੇ। ਗਰਗ ਸਾਹਿਬ, ਅਸੀਂ ਚਰਚਾ ਉਤੋਂ ਕਰਨ ਲੱਗੇ ਜਦੋਂ ਇਹ ਸਾਡੇ ਕੋਲ ਅੰਕੜੇ ਆਉਂਦੇ ਆ ਕਿ ਪੰਜਾਬ ਦੇ ਵਿੱਚ ਕਈ ਜਿਹੜੇ 10ਵੀਂ 12ਵੀਂ ਜਾਂ ਗ੍ਰੈਜੂਏਸ਼ਨ ਦੇ ਜਾਂ ਹੋਰ ਪਰਚਿਆਂ ਦੇ ਨਤੀਜੇ ਆਉਂਦੇ ਆ ਜੋ ਪੰਜਾਬ 'ਚ ਪੰਜਾਬੀ ਵਿਸ਼ੇ 'ਚੋਂ ਹੀ ਬੱਚੇ ਫੇਲ ਹੋ ਜਾਂਦੇ ਆ। ਕਾਰਨ ਕੀ ਮੰਨਦੇ ਹੋ? ਕਾਰਨ ਵੱਡਾ ਮੈਂ ਜੋ ਸਮਝਦਾ, ਮੈਂ ਪਿਛਲੇ ਸਮੇਂ ਤੋਂ ਉਹਨੂੰ ਕਾਫੀ ਦੇਖਣ ਦੀ ਕੋਸ਼ਿਸ਼ ਕਰੀ ਹੈ ਕਿ ਪੰਜਾਬੀ ਵਿਸ਼ੇ ਦੇ ਉੱਤੇ ਅਸੀਂ ਗੱਲਾਂ ਜਿੰਨੀਆਂ ਮਰਜ਼ੀ ਮਾਰ ਲਈਏ, 8ਵੀਂ ਦੇ ਜੇ 55% ਬੱਚਿਆਂ ਨੂੰ ਪੰਜਾਬੀ ਮੀਡੀਅਮ ਦਿਆਂ ਨੂੰ, ਬਹੁਤ ਲੋਕ ਕਹਿੰਦੇ ਪੰਜਾਬੀ ਮਾਧਿਅਮ 'ਚ ਪੜ੍ਹਨ ਵਾਲਿਆਂ ਦਾ ਆ ਕਰਾਂਗੇ ਜੀ, ਪੰਜਾਬੀ ਮਾਧਿਅਮ ਦੇ ਬੱਚਿਆਂ ਨੂੰ ਜੇ 8ਵੀਂ ਦੇ 55% ਬੱਚਿਆਂ ਨੂੰ ਦੂਜੀ ਦੀ ਕਿਤਾਬ ਨਹੀਂ ਪੜ੍ਹਨੀ ਆਉਂਦੀ ਤਾਂ ਫਿਰ ਇਹਦਾ ਮਤਲਬ ਪੰਜਾਬੀ 'ਚ ਕਿਤੇ ਵੱਡੀ ਗੜਬੜ ਪੜ੍ਹਾਉਣ 'ਚ। ਅਸੀਂ ਵੀ ਪੰਜਾਬੀ ਸਕੂਲਾਂ 'ਚ ਪੜ੍ਹੇ ਹਾਂ। ਜਿਹੜਾ ਇਹ ਕਹਿਣਾ ਹੈ ਵੀ ਪੰਜਾਬੀ ਸਕੂਲਾਂ 'ਚ ਜਿਹੜੇ ਮਾਧਿਅਮ 'ਚ ਪੜ੍ਹੇ ਨੇ ਉਹ ਜ਼ਿਆਦਾ ਪੰਜਾਬੀ 'ਚ ਸਿਆਣੇ ਹੁੰਦੇ ਨੇ, 10ਵੀਂ ਤੱਕ ਪੰਜਾਬੀ ਕਰਕੇ BA ਦੀ ਪੰਜਾਬੀ ਕਿਵੇਂ ਕਰ ਲੂਗਾ ਅਗਲਾ?
ਸੋ ਇਹ ਗੱਲਾਂ ਜਿਹੜੀਆਂ ਨੇ ਇਹ ਕੁਝ ਹੱਦ ਤੱਕ ਤਾਂ ਹੁੰਦੀਆਂ ਨੇ। ਪੇਪਰ ਹੋਇਆ ਹੈ, ਪੇਪਰ ਦੇ ਸਾਰਾ ਪਹਿਲਾਂ ਵੀ ਆਪਾਂ ਦੇਖਦੇ ਹਾਂ। ਵੱਡੀ ਗੱਲ ਇਹ ਹੈ, ਮੈਂ ਯੂਨੀਵਰਸਿਟੀਆਂ ਦੇ ਦੇਖਦਾ, ਯੂਨੀਵਰਸਿਟੀ ਦੇ ਜਿਹੜੇ ਭਾਸ਼ਾ ਵਿਕਾਸ ਵਿਭਾਗ ਦੇ ਪੰਜਾਬੀ ਦੇ ਮੁਖੀ ਨੇ ਉਹਨਾਂ ਦੀਆਂ ਚਿੱਠੀਆਂ ਤਾਂ ਅੱਧੇ ਅੰਗਰੇਜ਼ੀ ਦੇ ਸ਼ਬਦ ਹੁੰਦੇ ਨੇ ਤੇ ਵਾਕ ਗਲਤ ਹੁੰਦੇ ਨੇ। ਜੇ ਯੂਨੀਵਰਸਿਟੀ ਦੇ ਲੈਵਲ ਤੇ ਵੀ ਵਾਕ ਗਲਤ ਨੇ, ਔਰ ਮੈਂ ਉਹ ਪਾ ਦਿੱਤੀ ਸੀ ਕਿਤੇ ਵੀ ਆ ਪੜ੍ਹ ਲਓ, ਉਹਨਾਂ ਦੀ ਚਿੱਠੀਆਂ ਮੇਰੇ ਕੋਲ ਪਈ ਆ, ਦਿਖਾ ਦੇਣਾ ਮੈਂ। ਸੋ ਜੇ ਇੱਕ 3 ਲਾਈਨਾਂ ਦੀ ਚਿੱਠੀ ਗਲਤ ਲਿਖੀ ਜਾ ਰਹੀ ਹੈ ਯੂਨੀਵਰਸਿਟੀ ਦੇ ਜਿਹੜੇ ਭਾਸ਼ਾ ਵਿਭਾਗ ਦੇ ਵਿਕਾਸ ਵਿਭਾਗ ਦੇ ਮੁਖੀ ਨੇ ਜਾਂ ਜਿਹੜੇ ਕਿਸੇ ਹੋਰ ਚੇਅਰ ਦੇ ਮੁਖੀ ਨੇ, ਤਾਂ ਫਿਰ ਇਹ ਤੋਂ ਇਹ ਪਤਾ ਲੱਗਦਾ ਵੀ ਅਸੀਂ ਪੰਜਾਬੀ ਬਾਰੇ ਕਿੰਨੇ ਕੁ ਚੇਤਨਾ। ਬਿਲਕੁਲ ਤੁਸੀਂ ਚਿੱਠੀ ਕੱਢ ਰਹੇ ਹੋ, ਪੜ੍ਹੇ ਲਿਖੇ ਲੋਕਾਂ ਨੂੰ ਕੱਢ ਰਹੇ ਹੋ ਆਪਦੇ ਯੂਨੀਵਰਸਿਟੀ ਦੇ ਵਿੱਚ ਵੀ ਆਓ ਭਾਈ ਪੰਜਾਬੀ ਦੀ ਗੱਲ ਕਰ ਰਹੇ ਹੋ, ਤੇ ਤੁਸੀਂ ਉਹਦੇ ਚ ਆ ਜੇ ਹੋਊਗਾ ਹਾਲ ਫਿਰ ਪੇਪਰ ਚ ਕਿੱਥੋਂ ਤੁਸੀਂ ਆਸ ਕਰੋਗੇ। ਤੇ ਇਹ ਗੱਲਾਂ ਕਹਿਣੀਆਂ ਸੌਖੀਆਂ ਨੇ। ਇਦਾਂ ਹੀ ਮੈਂ ਸਕੂਲ ਐਜੂਕੇਸ਼ਨ ਬੋਰਡ ਦੇ ਗ੍ਰਾਮਰ ਦੇਖਦਾ, ਉਹ ਗ੍ਰਾਮਰ ਚ ਬੜੀਆਂ ਗਲਤੀਆਂ ਨੇ, ਕਿਉਂਕਿ ਅਸੀਂ ਪੰਜਾਬੀ ਦੇ ਵਿੱਚ ਅਸੀਂ ਇਸ ਗੱਲ ਨੂੰ ਬਿਲਕੁਲ ਹੀ ਮੰਨਣ ਲੱਗ ਗਏ। ਤੁਸੀਂ ਪੰਜਾਬੀ ਦੇ ਲੋਕਾਂ ਨੂੰ ਬੋਲਦਿਆਂ ਨੂੰ ਸੁਣ ਲਿਓ, ਉਹਦਾ ਸਾਰੇ ਦਾ ਸਾਰਾ ਤੁਸੀਂ ਦਸਤਾਵੇਜ਼ ਤਿਆਰ ਕਰ ਲਓ, ਤੁਹਾਨੂੰ ਇਹ ਪਤਾ ਲੱਗ ਜੂ ਵੀ ਜਿਹੜਾ ਪੰਜਾਬੀ ਦਾ ਵੱਡੇ ਮਾਹਰ ਨੇ ਉਹ ਆਪਦੇ ਵਿਖਿਆਨ ਦੇ ਵਿੱਚ ਕਿੰਨੇ ਸ਼ਬਦ ਅੰਗਰੇਜ਼ੀ ਦੇ ਬੋਲਦੇ ਨੇ। ਕਿਉਂਕਿ ਉਹ ਅੰਗਰੇਜ਼ੀ ਹੁਣ ਜੇ ਅਸੀਂ ਕੀ ਸਮਝ ਲਿਆ, ਸਾਡਾ ਕਿਉਂ ਪਿੱਛਾ ਸਾਡਾ ਇਸ ਪਾਸੇ ਨੂੰ ਗਿਆ। ਪੰਜਾਬੀ ਪੜ੍ਹਾਉਣੀ ਅਸੀਂ ਅਸਲ 'ਚ ਬੰਦ ਕਰਤੀ। ਪੰਜਾਬੀ ਅਸੀਂ ਸਿਰਫ ਤਨਖਾਹਾਂ ਵਾਸਤੇ ਪੜ੍ਹਾ ਰਹੇ ਹਾਂ, ਜਾਂ ਜਿਹੜਾ ਦਵੇ ਕੋਚਰਾ ਬੰਦਾ ਹੈ ਉਹ ਵਿਚਾਰਾ ਉਹਦਾ ਬੱਚਾ ਸਰਕਾਰੀ ਸਕੂਲ 'ਚ ਜਾਂਦਾ ਹੈ, ਉੱਥੇ ਵੀ ਅੱਧਿਆਂ ਨੂੰ ਅਸੀਂ ਰੌਲਾ ਪਾ ਕੇ ਨਹੀਂ ਜੀ ਅੰਗਰੇਜ਼ੀ ਮਾਧਿਅਮ ਚਾਹੀਦਾ, ਉੱਥੇ ਵੀ ਕਈ ਅੰਗਰੇਜ਼ੀ ਮਾਧਿਅਮ ਸਕੂਲ ਬਣਵਾਤੇ, ਔਰ ਉਹ ਕਦੀ ਸਰਕਾਰ ਨੇ ਸ਼ੁਰੂ ਕਰੇ ਸੀ ਪਹਿਲਾਂ ਜਦੋਂ ਤੋਤਾ ਸਿੰਘ ਸੀ ਗੰਦਰੋਂ। ਤੇ ਹੁਣ ਇਹਨਾਂ ਨੇ ਵੀ ਸਾਰੇ ਗਾਹਾਂ ਦੀ ਗਾਹਾਂ ਵੀ, ਬਲਕਿ ਆਪਦੇ ਇਸ ਦੇ ਨਾਲ ਇਹ ਕਹਿੰਦੇ ਨੇ ਵੀ ਅਸੀਂ ਤਾਂ ਜੀ ਉਸ ਤੋਂ ਵੱਡੀ ਗੱਲ ਹੋ ਜੂਗੀ। ਸੋ ਮੇਰਾ ਜਿਹੜਾ ਮੋਟਾ ਜਿਹਾ ਸਵਾਲ ਹੈ ਉਹ ਇਹ ਹੈ ਕਿ ਪੰਜਾਬੀ ਪਿੱਛੇ ਰਹਿਣ ਦਾ ਕਾਰਨ ਸਾਡੇ ਪੰਜਾਬੀ ਦੇ ਵਿੱਚ ਜਿੱਦਾਂ ਵਿਕਾਸ ਹੋਣਾ ਸੀ, ਜੋ ਕੁਝ ਹੋਣਾ ਸੀ, ਉਹਨੂੰ ਅਸੀਂ ਛੱਡਤਾ। ਅੰਦਰੋਂ ਅੰਦਰ ਹੀ ਸਾਡਾ ਅਸੀਂ ਇੱਕ ਦਿਖਾਵੇ ਦੇ ਤੌਰ ਤੇ ਕਹਿੰਦੇ ਕਿ ਸਾਨੂੰ ਪੰਜਾਬੀ ਨਾਲ ਪਿਆਰ ਹੈ। ਜਿਹੜੇ ਪੰਜਾਬੀ ਵਾਲੇ ਨੂੰ ਖੁਦ ਪੰਜਾਬੀ ਦੇ ਉੱਤੇ ਨਹੀਂ ਹੋ ਲਾਉਂਦੇ, ਉਹ ਅੰਗਰੇਜ਼ੀ ਦੇ ਸ਼ਬਦਾਂ ਨੂੰ ਗੁਰਮੁਖੀ ਲਿਪੀ 'ਚ ਲਿਖ ਕੇ ਉਹਨੂੰ ਪੰਜਾਬੀ ਮੰਨਦੇ ਨੇ। ਅੱਜ ਤੱਕ ਮੈਂ ਕਿਸੇ ਨੂੰ ਨਹੀਂ ਦੇਖਿਆ ਉਹਨਾਂ ਨੇ ਕਹੇ ਇਸ ਗੱਲ ਦੇ ਉੱਤੇ ਲੇਖਕ ਸਭਾਵਾਂ ਨੇ, ਹੋਰ ਕਈ ਜਿਹੜੇ ਮਾਹਰ ਨੇ, ਵਿਸ਼ਾ ਮਾਹਰ, ਉਹ ਗੱਲਾਂ ਕਰਦੇ ਨੇ ਵੀ ਜੇ ਉਹਨਾਂ ਨੇ ਇਹ ਕਿਹਾ ਹੋਵੇ ਕਿ ਭਾਈ ਆਪਾਂ ਨੇ ਅੰਗਰੇਜ਼ੀ ਨੂੰ ਗੁਰਮੁਖੀ ਲਿਪੀ 'ਚ ਨਹੀਂ ਲਿਖਣਾ, ਆ ਪਟਿਆਲੇ ਤੋਂ ਰਾਜਪੁਰੇ ਨੂੰ ਆਓ, ਰਸਤੇ ਜਾਂ ਚੰਡੀਗੜ੍ਹ ਨੂੰ ਮੁੜਨਾ ਹੁੰਦਾ ਹੈ ਤਾਂ ਉੱਥੇ ਲਿਖਿਆ ਹੈ ਐਕਸੀਡੈਂਟ ਪ੍ਰੋਨ ਜ਼ੋਨ, ਐਕਸੀਡੈਂਟ ਪ੍ਰੋਨ ਜ਼ੋਨ ਗੁਰਮੁਖੀ 'ਚ ਲਿਖਿਆ। ਹੁਣ ਇਹ ਦੱਸ ਲਓ ਵੀ ਇਹਦੇ 'ਚ ਪੰਜਾਬੀ ਕਿਹੜੀ ਹੈ? ਪੰਜਾਬੀ ਕਿਹੜੀ ਹੈ? ਬਿਲਕੁਲ ਸਹੀ ਜਿਹਨੂੰ ਗੱਲ ਹੈ। ਪੰਜਾਬੀ ਆਉਂਦੀ ਹੈ, ਜਿਹਨੂੰ ਪੰਜਾਬੀ ਆਉਂਦੀ ਹੈ ਉਹਨੂੰ ਮਤਲਬ ਨਹੀਂ ਸਮਝ ਆਉਂਦਾ, ਗੁਰਮੁਖੀ ਲਿਪੀ ਆਉਂਦੀ ਹੈ ਜਿਹਨੂੰ ਅੰਗਰੇਜ਼ੀ ਆਉਂਦੀ ਹੈ ਉਹਨੂੰ ਗੁਰਮੁਖੀ ਲਿਪੀ ਨਹੀਂ ਪੜ੍ਹਨੀ ਆਉਂਦੀ। ਇਹ ਤਾਂ ਦੋਹਾਂ ਦੀ ਕੰਮ ਦਾ ਨਹੀਂ। ਬਿਲਕੁਲ ਬੋਰਡ ਲਾਇਆ ਹੋਇਆ, ਵੱਡਾ ਪੈਸਾ ਵੀ ਲੱਗਿਆ ਹੋਇਆ। ਸੋ ਜਿੱਥੇ ਅੱਛਾ ਫਿਰ ਜਿੱਥੇ ਜਾ ਕੇ ਦੇਖ ਲਓ ਪੰਜਾਬੀ ਦੇ ਸ਼ਬਦ ਜੋੜਾਂ ਦੇ ਉੱਤੇ ਯੂਨੀਵਰਸਿਟੀਆਂ ਬਣੀਆਂ ਹੋਈਆਂ ਨੇ। ਆ ਭਾਈ ਕਾਹਨ ਸਿੰਘ ਨਾਭਾ ਦਾ ਸ਼ਬਦਕੋਸ਼ ਛਾਪਿਆ ਪੰਜਾਬੀ ਯੂਨੀਵਰਸਿਟੀ ਨੇ, ਸਾਰੇ ਦਾ ਸਾਰਾ ਗਲਤ ਛਾਪਤਾ, ਅੰਗਰੇਜ਼ੀ ਪੰਜਾਬੀ ਹਿੰਦੀ 'ਚ। ਭਾਸ਼ਾ ਵਿਭਾਗ ਨੇ ਉਦੋਂ ਵਧੀਆ ਛਾਪਿਆ ਹੋਇਆ ਸੀ, ਮੈਨੂੰ ਇੰਨਾ ਧਿਆਨ ਵੀ ਨਹੀਂ ਸੀ। ਤੁਸੀਂ ਕਹਿੰਦਾ ਪਰਚਾ ਸੀ ਮੇਰੇ ਸਾਹਮਣੇ ਪਿਆ, ਸਾਰੇ 200 ਕੁਛ ਰੁਪਏ ਦਾ, ਔਰ ਏਡਾ ਵੱਡਾ ਸਾਡਾ ਧਰੋਹਰ ਹੈ ਇਹ ਧਰੋਹਰ ਨੂੰ ਗਲਤ ਛਾਪਤਾ। ਹਾਈ ਕੋਰਟ 'ਚ ਗਏ, ਹਾਈ ਕੋਰਟ 'ਚ ਫੈਸਲਾ ਹੋ ਗਿਆ, ਉੱਥੇ ਕਹਿਤਾ ਜੀ ਹਾਂ ਇਹ ਗਲਤ ਛਪ ਗਿਆ। ਅੱਜ ਤੱਕ ਉਹਨੂੰ ਰੱਖ ਰੱਖਿਆ ਤਾਂ ਕਿ 50 ਸਾਲਾਂ ਬਾਅਦ ਕੋਈ ਇਹਨੂੰ ਕੱਢ ਕੇ ਦਿਖਾ ਦੂਗਾ ਕਿ ਜੇ ਦੇਖੋ ਜੀ ਯੂਨੀਵਰਸਿਟੀ ਦਾ ਛਪਿਆ ਹੋਇਆ, ਇਹਦੇ ਬੇਸ ਤੇ ਗੁਰਬਾਣੀ ਚੱਕ ਕੇ ਬਦਲ ਦੂਗੀ, ਇਹ ਤਾਂ ਗੁਰਬਾਣੀ ਦੀ ਕੁੰਜੀ ਹੈ। ਆ ਸਾਡਾ ਜਦ ਅਸੀਂ ਪੰਜਾਬੀ ਦੇ ਨਾਲ ਇੱਕ ਹੈਗਾ, ਮੈਂ ਕਹਿੰਦਾ ਤੁਸੀਂ ਉਹਦੇ ਬਾਰੇ ਸੰਵੇਦਨਕ ਨਾ ਹੋਵੋ। ਤੁਹਾਨੂੰ ਤਨਖਾਹ ਮਿਲਦੀ ਹੈ ਨਾ, ਤੁਸੀਂ ਪੰਜਾਬੀ ਪੜ੍ਹਾਓ ਤਾਂ ਠੀਕ ਨਾ, ਆਪਦੇ ਕਿੱਤੇ ਨਾਲ ਤਾਂ ਤੁਸੀਂ ਮਤਲਬ ਮੈਂ ਕਹਾਂਗਾ ਜਿਹੜਾ ਹੈ ਉਹ ਇਨਸਾਫ ਕਰੋ। ਤੁਸੀਂ ਨਾ ਹੋਵੋ, ਤੁਸੀਂ ਕਹੋ ਵੀ ਮੈਨੂੰ ਨਹੀਂ, ਮੇਰਾ ਕੋਈ ਪੰਜਾਬੀ ਨਾਲ ਸੰਬੰਧ ਨਹੀਂ। ਜੇ ਤੁਸੀਂ ਪੰਜਾਬੀ ਦੇ ਖਾਤੇ ਤਨਖਾਹ ਲੈ ਰਹੇ ਹੋ ਤਾਂ ਪੰਜਾਬੀ ਦਾ ਕੰਮ ਤਾਂ ਕਰੋ। ਬਿਲਕੁਲ, ਉਹ ਤਾਂ ਤੁਸੀਂ ਕਰਦੇ ਹੀ ਨਹੀਂ। ਇੱਥੇ ਸਕੂਲ ਦੇ ਐਜੂਕੇਸ਼ਨ ਬੋਰਡ ਸਕੂਲ ਸਿੱਖਿਆ ਬੋਰਡ ਦੀਆਂ ਸਾਰੀਆਂ ਕਿਤਾਬਾਂ, ਹੁਣ ਮੈਂ ਦੱਸਦਾ ਇਹਨਾਂ ਦਾ, ਜਿਹੜਾ ਕਹਿਣ ਦੀਆਂ ਗੱਲਾਂ ਬੜੀਆਂ ਸੌਖੀਆਂ ਨੇ। ਕਿਤੇ ਵੀ ਜਾ ਕੇ ਕੋਈ ਇੱਕ, ਤੁਹਾਨੂੰ ਪਤਾ ਹੋਊਗਾ ਇਤਿਹਾਸ ਦੀ ਇੱਕ ਕਿਤਾਬ ਛਪੀ ਸੀ ਕਾਂਗਰਸ ਸਰਕਾਰ ਵੇਲੇ, 12ਵੀਂ ਦੇ ਇਤਿਹਾਸ ਦੀ, ਉਹ ਤੇ ਰੌਲਾ ਬਹੁਤ ਪਿਆ ਸੀ, ਗੁਰੂਆਂ ਦੀ ਉਹ ਕੱਢਤੀ। ਉਦੋਂ ਪਹਿਲੀ ਕਿਤਾਬ ਦੇ ਵੈਸੇ ਰੌਲਾ ਸੀ ਵੀ ਉਹ ਸਾਰੀ ਗਲਤ ਲਿਖੀ ਹੋਈ ਹੈ, ਇਹਦੇ ਉੱਤੇ ਇਹ ਹੋ ਗਿਆ ਵੀ ਗੁਰੂਆਂ ਗੁਰਬਾਣੀ, ਕਿਉਂਕਿ ਅਸਲ 'ਚ ਉਹ ਤਾਂ ਬਿਜ਼ਨਸ ਇੰਟਰਸਟ ਸੀਗੇ, ਵਪਾਰਕ ਹਿੱਤ ਸੀਗੇ। ਪਰ ਉਹ ਜਿਹੜੀ ਕਿਤਾਬ ਫਿਰ ਵੱਡੇ ਵਿਦਵਾਨਾਂ ਨੇ, ਔਰ ਸੱਚੀ ਮੁੱਚੀ ਉਹ ਚੋਟੀ ਦੇ ਵਿਦਵਾਨ ਸੀ ਜਿਨ੍ਹਾਂ ਨੇ ਉਹ ਕਿਤਾਬ ਲਿਖੀ, ਤੇ ਉਹਦਾ ਇੱਕ ਪਾਠ ਲਿਖ ਕੇ ਉਹ ਲਿਖ ਦਿੰਦੇ ਸੀ, ਦੇ ਦਿੰਦੇ ਸੀ ਉਹਨਾਂ ਨੂੰ। ਇੱਕ ਦਿਨ ਉਹਨਾਂ ਦਾ ਇੱਕ ਪਾਠ ਦਾ ਇੱਕ ਪੇਜ ਦਾ ਇੱਕ ਪਹਿਰਾ
ਜੀ ਇੱਕ ਪੰਨੇ ਦਾ ਮੇਰੇ ਹੱਥ 'ਚ ਆਇਆ, ਉਹਦੇ ਵਿੱਚ ਵੱਡੇ ਵੱਡੇ ਵਿਦਵਾਨਾਂ ਨੇ ਜਿਨ੍ਹਾਂ ਨੇ MA PhD ਕਰੀ ਹੋਈ ਹੈ ਪੰਜਾਬੀ ਦੀ, ਜੀ ਇਤਿਹਾਸ ਦੇ ਵੀ ਨਾਲ ਸਾਰੀਆਂ ਟੀਮਾਂ ਨੇ ਟਰਾਂਸਲੇਸ਼ਨ ਕਰੀ ਹੋਈ। ਹੂੰ ਉਹ ਰੱਥਾ ਜਿਹੜਾ ਸੀ ਉਹ ਇੰਨੀ ਕਹਿਰ ਕਾਫਰੀ ਸੀ ਜੀ ਦੱਸਾਂਗੀ। 3 ਲਾਈਨਾਂ 'ਚ ਮੈਂ ਛੋਟੀ ਛੋਟੀ ਗੱਲ ਦੱਸਣਾ ਕਿਉਂ ਕਹਿਣਾ ਮੈਂ, ਤਾਂ ਕਿ ਸੋਚਣ, ਨਹੀਂ ਤਾਂ ਫਿਰ ਠੀਕ ਹੈ ਆਪਦੇ ਆਪ ਨੂੰ ਤਾਂ ਠੀਕ ਹਰੇਕ ਹੀ ਕਹੀ ਜਾਂਦਾ ਹੁੰਦਾ। ਹੂੰ ਉਹਦੇ 'ਚ ਲਿਖਿਆ ਸੀ ਰਾਜਪੂਤਸ ਵਰ ਡੀਥਰੋਨਡ, ਹੂੰ ਉਹਦੀ ਪੰਜਾਬੀ ਕਰੀ ਹੋਈ ਸੀ ਰਾਜਪੂਤਾਂ ਨੂੰ ਤਖਤ ਤੋਂ ਵਾਂਝੇ ਕਰ ਦਿੱਤਾ ਗਿਆ। ਵਾਂਝੇ ਹੁੰਦਾ ਉੱਥੇ ਜਾਣ ਹੀ ਨਹੀਂ ਦੇਣਾ। ਹੂੰ ਡੀਥਰੋਨ ਦਾ ਮਤਲਬ ਉਹਨਾਂ ਨੂੰ ਖਦੇੜਤਾ ਤਖਤ ਤੋਂ। ਹੂੰ ਬੈਠੇ ਸੀ ਉਹ ਪਹਿਲਾਂ, ਖਦੇੜਤਾ। ਫਿਰ ਅੱਗੇ ਲਿਖਿਆ ਦੀ ਨੇਚਰ ਆਫ ਦੀ ਸਟੇਟ ਚੇਂਜਡ, ਇਹਦਾ ਮਤਲਬ ਹੁੰਦਾ ਹੈ ਰਾਜ ਦਾ ਖਾਸਾ ਬਦਲ ਗਿਆ। ਹੂੰ ਉਹ ਕਹਿੰਦਾ ਰਾਜ ਦੀ ਕੁਦਰਤ ਬਦਲ ਗਈ, ਕਿਉਂਕਿ ਉਹਨੂੰ ਨੇਚਰ ਦਾ ਪੰਜਾਬੀ ਕੁਦਰਤੀ ਆਉਂਦੀ ਹੈ। ਬਿਲਕੁਲ ਫਿਰ ਉਸ ਤੋਂ ਅੱਗੇ ਉਹਨੇ ਆਖਿਆ ਹੈ ਦੀ ਬ੍ਰਾਹਮਣਸ ਜੀ who used to serve the rich Rajputs ਜੀ started serving the middle and poor Rajput। ਕਹਿੰਦਾ ਜਿਹੜੇ ਬ੍ਰਾਹਮਣ ਪਹਿਲਾਂ ਅਮੀਰ ਰਾਜਪੂਤਾਂ ਦੀ ਨੌਕਰੀ ਕਰਦੇ ਸੀ, ਹੂੰ ਕਿਉਂਕਿ ਉਹਨੂੰ ਸਰਵ ਦਾ ਮਤਲਬ ਨੌਕਰੀ ਆਉਂਦਾ, ਉਹਨੂੰ ਪਤਾ ਹੀ ਨਹੀਂ ਵੀ ਪੂਜਾ ਪਾਠ ਵੀ ਸੇਵਾ ਹੀ ਹੈ। ਵੀ ਜਿਹੜੇ ਉਹਨਾਂ ਦੇ ਉਹ ਰਸਮ ਰਿਵਾਜ ਨਿਭਾਉਂਦੇ ਸੀ, ਉਹਦੇ ਧਰਮ ਕਰਨ ਦੀਆਂ ਕਿਰਿਆਵਾਂ ਜਿਹਨੂੰ ਆਪਾਂ ਕਹਿੰਦੇ ਆ ਕਰਮ ਕਾਂਡ ਜੋ ਵੀ ਕਹਿ ਲਓ ਕਰਦੇ ਸੀ, ਉਹ ਪਹਿਲਾਂ ਅਮੀਰਾਂ ਦੇ ਕਰਦੇ ਸੀ, ਹੁਣ ਉਹਨਾਂ ਨੂੰ ਗਰੀਬਾਂ ਔਰ ਦਰਮਿਆਨੇ ਦੇ ਵੀ ਕਰਨਾ ਪਿਆ। ਹੁਣ ਜੇ ਇੱਕ ਪੈਰ ਵਿੱਚ ਐਡੀਆਂ ਗਲਤੀਆਂ ਨੇ ਐਡੇ ਐਡੇ ਵੱਡੇ ਵਿਦਵਾਨਾਂ ਨੇ ਕਰੀ ਹੋਈ ਹੈ ਕਿ ਫਿਰ ਆਪਾਂ ਪੰਜਾਬੀ ਦੀ ਕਿੱਥੋਂ ਉਮੀਦ ਕਰਾਂਗੇ? ਕਰ ਸਕਦੇ ਹਾਂ? ਮੈਨੂੰ ਨਹੀਂ ਲੱਗਦਾ। ਬਿਲਕੁਲ। ਕਹਿਣ ਮੈਂ ਨੂੰ ਜੋ ਮਰਜ਼ੀ ਕਹਿਣ। ਡਾਕਟਰ ਸਾਹਿਬ ਨੂੰ ਪੁੱਛਦਾ, ਮੈਂ ਸੁਰਜੀਤ ਜੀ ਨੂੰ ਪੁੱਛਣਾ ਚਾਹੂੰਗਾ, ਉਹਨਾਂ ਨੂੰ ਵੀ ਨਾਲ ਜੋੜਦੇ ਹਾਂ। ਜ਼ਰੂਰ ਡਾਕਟਰ ਸਾਹਿਬ, ਗਰਗ ਸਾਹਿਬ ਨੇ ਬਹੁਤ ਚਿੰਤਾ ਜ਼ਾਹਰ ਕਰਦੇ ਆ, ਮਤਲਬ ਜਿਹੜੇ ਸਾਡੇ ਪੰਜਾਬੀ ਦੇ ਕੁਝ ਅਧਿਆਪਕ ਨੇ ਸਾਰਿਆਂ ਨੂੰ ਤਾਂ ਨਹੀਂ ਇੱਕੋ ਰੱਸੇ ਨਾਲ ਬੰਨ੍ਹ ਕੇ ਵੇਖਿਆ ਜਾ ਸਕਦਾ, ਔਰ ਈਵਨ ਕਿ ਜਿਹੜੇ ਖਾਸ ਕਰਕੇ ਵਿਭਾਗ ਪੰਜਾਬੀ ਦੇ ਵਿਕਾਸ ਵਾਸਤੇ ਬਣੇ ਹੋਏ ਆ, ਉਹਨਾਂ ਦੇ ਵੱਲੋਂ ਐਡੇ ਵੱਡੇ ਪੱਧਰ ਦੀ ਕਹਿੰਦੇ ਗਲਤੀਆਂ ਕੀਤੀਆਂ ਜਾ ਰਹੀਆਂ, ਤੇ ਅਸੀਂ ਜਿਨ੍ਹਾਂ ਨੂੰ ਸਿਖਾਉਣਾ ਹੈ ਉਹਨਾਂ ਤੋਂ ਫਿਰ ਅਸੀਂ ਤਵੱਕੁ ਹੀ ਕੀ ਕਰਾਂਗੇ? ਦੇਖੋ, ਜਿਹੜੀਆਂ ਗਲਤੀਆਂ ਕੀਤੀਆਂ ਜਾ ਰਹੀਆਂ ਨੇ, ਜਿਹੜੇ ਬੰਦਿਆਂ ਦਾ ਇਹਨਾਂ ਨੇ ਉਦਾਹਰਣ ਵਜੋਂ ਨਾਮ ਲਿਆ, ਇਹ ਬੰਦੇ ਮੁੱਖ ਤੌਰ ਤੇ ਇਤਿਹਾਸ ਦੇ ਵਿਸ਼ੇ ਨਾਲ ਸੰਬੰਧਿਤ ਨੇ। ਇਹਨਾਂ ਦੀ ਸਾਰੀ ਪੜ੍ਹਾਈ ਲਿਖਾਈ ਅੰਗਰੇਜ਼ੀ ਦੇ ਵਿੱਚ ਹੁੰਦੀ ਹੈ, ਤੇ ਦਿੱਕਤ ਇਹ ਹੈ ਕਿ ਸਾਡੇ ਕੋਲ ਇਤਿਹਾਸ ਵਿਭਾਗ ਪੰਜਾਬ ਦੇ ਵਿੱਚ ਬਹੁਤ ਕਮਜ਼ੋਰ ਕਿਸਮ ਦੀ ਕੜੀ ਨੇ ਸਾਡੀ, ਤੇ ਉਹਦੇ ਵਿੱਚ ਜਿਹੜੀ ਸਾਰੀ ਪੜ੍ਹਾਈ ਲਿਖਾਈ ਸਿਖਲਾਈ ਪਿੱਛੋਂ ਜਿਹੜੀ ਲਈ ਹੋਈ ਆ ਉਹਨਾਂ ਨੇ, ਉਹ ਸਾਰੀ ਅੰਗਰੇਜ਼ੀ 'ਚ ਲਈ ਹੋਈ ਆ। ਉਹਨਾਂ ਨੂੰ ਹੀ ਅਸੀਂ ਕੰਮ ਦਿੰਦੇ ਹਾਂ ਕਿ ਉਹ ਇਤਿਹਾਸ ਦੀਆਂ ਕਿਤਾਬਾਂ ਦਾ ਪੰਜਾਬੀ ਦੇ ਵਿੱਚ ਅਨੁਵਾਦ ਕਰ ਦੇਣ। ਹੋਣਾ ਇਹ ਚਾਹੀਦਾ, ਤੇ ਮੈਨੂੰ ਇਹਦੀ ਪਤਾ ਨਹੀਂ ਕਿ ਬਣਤਰ ਕੀ ਸੀ ਜਿਹੜੀ ਕਮੇਟੀ ਜਿਸ ਨੇ ਇਹ ਕੰਮ ਕੀਤਾ, ਕਿ ਉਹਦੇ ਵਿੱਚ ਭਾਸ਼ਾ ਦੇ ਮਾਹਰ ਉਹਦੇ ਵਿੱਚ ਸ਼ਾਮਿਲ ਕੀਤੇ ਗਏ ਸੀ। ਕੁਝ ਭਾਸ਼ਾ ਦੇ ਜਿਹੜੇ ਮਾਹਰ ਨੇ, ਜੇ ਉਹ ਨਾਲ ਇਹਨਾਂ ਦੇ ਲੱਗੇ ਹੋਣ ਤਾਂ ਜ਼ਾਹਿਰ ਹੈ ਕਿ ਗਲਤੀਆਂ ਜਿਹੜੀਆਂ ਨੇ ਉਹ ਉਹਨਾਂ ਵਿੱਚ ਕਾਫੀ ਕਮੀ ਆਊਗੀ। ਇੱਕ ਦੂਸਰੀ ਚੀਜ਼ ਜਿਹੜੀ ਗੱਲ ਮੈਂ ਇਹ ਕਹਿਣਾ ਚਾਹੂੰਗਾ ਕਿ ਕੋਈ ਵੀ ਭਾਸ਼ਾ ਇਸ ਤਰ੍ਹਾਂ ਦੀ ਨਹੀਂ ਹੁੰਦੀ ਕਿ ਅਸੀਂ ਕਹੀਏ ਕਿ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਅਸੀਂ ਬਿਲਕੁਲ ਹੀ ਨਕਾਰ ਦਾਂਗੇ, ਲੈ ਨਹੀਂ ਸਕਦੇ। ਦੁਨੀਆ ਦੀਆਂ ਭਾਸ਼ਾਵਾਂ ਨੇ, ਉਹਨਾਂ ਨੇ ਵਿਕਾਸ ਕੀਤਾ, ਜਿਨ੍ਹਾਂ ਨੇ ਹੋਰਾਂ ਭਾਸ਼ਾਵਾਂ ਤੋਂ ਸ਼ਬਦ ਲਏ ਨੇ। ਉਹ ਸ਼ਬਦ ਲੈਣੇ ਹੁੰਦੇ ਨੇ। ਸਾਡੇ ਦਿੱਕਤ ਇਹ ਹੈਗੀ ਆ ਕਿ ਅਸੀਂ ਸਿਰਫ ਸ਼ਬਦ ਨਹੀਂ ਲੈਂਦੇ, ਅਸੀਂ ਉਸ ਦੇ ਵਿਆਕਰਨਕ ਰੂਪਾਂ ਦੀ ਵੀ ਉਵੇਂ ਹੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਾਂ। ਅੰਗਰੇਜ਼ੀ ਦੇ ਵਿੱਚ ਦੁਨੀਆ ਭਰ ਦੀਆਂ ਭਾਸ਼ਾਵਾਂ ਦੇ ਵਿੱਚੋਂ ਸ਼ਬਦ ਨੇ, ਉਹ ਹਰ ਕੁਝ ਸਾਲਾਂ ਦੇ ਵਕਫੇ ਤੋਂ ਬਾਅਦ ਜਦੋਂ ਆਕਸਫੋਰਡ ਜਿਹੜੀ ਡਿਕਸ਼ਨਰੀ ਹੈਗੀ ਆ, ਉਸ ਦਾ ਜਿਹੜਾ ਨਵਾਂ ਸੰਸਕਰਨ ਆਉਂਦਾ, ਉਸ ਸਮੇਂ ਉਹਦੇ ਵਿੱਚ ਭਾਰਤ ਤੋਂ ਲੈ ਕੇ ਦੁਨੀਆ ਭਰ ਦੀਆਂ ਭਾਸ਼ਾਵਾਂ ਦੇ ਸ਼ਬਦ ਵਿੱਚ ਪਾਉਂਦੇ ਨੇ। ਤੇ ਸਾਡੀਆਂ ਜਿਹੜੀਆਂ ਹੁਣ ਸਾਡੇ ਸ਼ਬਦਕੋਸ਼ ਨੇ, ਸਾਡੀਆਂ ਡਿਕਸ਼ਨਰੀਆਂ ਨੇ, ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਸ਼ਬਦ ਆਪਣੀਆਂ ਅਸੀਂ ਕੋਸ਼ਾਂ 'ਚ ਸ਼ਾਮਲ ਕਰ ਚੁੱਕੇ ਹਾਂ। ਉਹਨਾਂ ਸ਼ਬਦਾਂ ਦੀ ਵਰਤੋਂ ਜਿਹੜੀ ਹੈਗੀ ਆ, ਉਹ ਸਾਡੇ ਜੀਵਨ ਦੇ ਵਿੱਚ ਹੋਊਗੀ। ਉਹ ਸਾਡੇ ਜਿੰਨੇ ਸਾਡੇ ਵੱਖਰੇ ਵੱਖਰੇ ਖੇਤਰ ਨੇ ਪੜ੍ਹਨ ਦੇ, ਜਿੰਨੇ ਅਧਿਐਨ ਅਨੁਸ਼ਾਸਨ ਨੇ, ਜਿਹਨੂੰ ਅਸੀਂ ਡਿਸਪਲਿਨਸ ਕਹਿੰਦੇ ਹਾਂ, ਉਹਨਾਂ ਸਾਰਿਆਂ ਦੇ ਵਿੱਚ ਜਦੋਂ ਅਸੀਂ ਕੋਈ ਵੀ ਭਾਸ਼ਾ ਫੈਲਦੀ ਹੈ ਤਾਂ ਦੂਸਰੀਆਂ ਭਾਸ਼ਾਵਾਂ ਦੇ ਸ਼ਬਦ ਲੈ ਕੇ ਉਹ ਆਪਣਾ ਸੰਕਲਪੀ ਜਿਹੜਾ ਸੰਸਾਰ ਹੈ ਉਹ ਬਣਾਉਂਦੀ ਹੈ। ਪੰਜਾਬੀ ਦੇ ਜਿਹੜੇ ਸਰੋਤ ਨੇ, ਉਹਨਾਂ ਦੇ ਵਿੱਚ ਫਾਰਸੀ ਵੀ ਆ, ਉਹਦੇ ਵਿੱਚ ਅਰਬੀ ਵੀ ਆ, ਉਹਦੇ ਵਿੱਚ ਨਵੀਆਂ ਭਾਸ਼ਾਵਾਂ ਦੇ ਵਿੱਚੋਂ ਅੰਗਰੇਜ਼ੀ ਵੀ ਆ। ਤੁਸੀਂ ਹੈਰਾਨ ਹੋਵੋਗੇ ਕਿ ਤੁਸੀਂ ਜਿਹੜੀਆਂ ਯੂਰਪ ਦੀਆਂ ਜਿੰਨੀਆਂ ਭਾਸ਼ਾਵਾਂ ਨੇ, ਉਹਨਾਂ ਵਿੱਚੋਂ ਲਗਭਗ ਸਾਰੀਆਂ ਭਾਸ਼ਾਵਾਂ ਦੇ ਵਿੱਚੋਂ ਪੰਜਾਬੀ ਦੇ ਵਿੱਚ ਸ਼ਬਦ ਆਏ ਹੋਏ ਨੇ। ਸੰਸਕ੍ਰਿਤ ਦੇ ਵਿੱਚੋਂ ਬਹੁਤ ਸਾਰੇ ਸ਼ਬਦ ਨੇ। ਅਸੀਂ ਜਦੋਂ ਆਲੋਚਨਾ ਕਰਦੇ ਹਾਂ ਤਾਂ ਸਾਡੇ ਤੇ ਵੀ ਇਤਰਾਜ਼ ਲੱਗਦਾ ਕਿ ਤੁਸੀਂ ਜੀ ਸੰਸਕ੍ਰਿਤ ਨੁਮਾ ਸ਼ਬਦ ਵਰਤਦੇ ਹੋ, ਤੇ ਕੁਝ ਸ਼ਬਦ ਅਜਿਹੇ ਹੋਣਗੇ ਜਿਨ੍ਹਾਂ ਦੇ ਪੰਜਾਬੀ ਦੇ ਵਿੱਚ ਅਸੀਂ ਜੇ ਕੋਈ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਬੜੇ ਹਾਸੋਹੀਣੇ ਸ਼ਬਦ ਕਈ ਵਾਰ ਬਣ ਜਾਂਦੇ ਨੇ। ਹਿੰਦੀ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਹੁੰਦੀਆਂ ਨੇ। ਸ਼ਬਦਾਂ ਨੂੰ ਲੈਣਾ ਹੁੰਦਾ, ਸ਼ਬਦਾਂ ਨੂੰ ਲੈ ਕੇ ਵਿਆਕਰਨਕ ਢਾਂਚੇ ਵਿੱਚ ਢਾਲਣਾ ਹੁੰਦਾ। ਇਹ ਕੰਮ ਜਿਹੜਾ ਹੈਗਾ, ਇਹ ਭਾਸ਼ਾ ਦੇ ਅਧਿਆਪਕਾਂ ਨੇ, ਭਾਸ਼ਾ ਦੇ ਵਿਦਵਾਨਾਂ ਨੇ ਇਸ ਨੂੰ ਇੱਕ ਤਰ੍ਹਾਂ ਨਾਲ ਜਿਹਨੂੰ ਕਹੀਏ ਕਿ ਇਹਦਾ ਮਿਆਰ ਸਥਾਪਿਤ ਕਰਨਾ ਹੁੰਦਾ।
ਬਿਲਕੁਲ। ਤਾਂ ਇਸ ਤਰ੍ਹਾਂ ਦੀਆਂ ਦਿੱਕਤਾਂ ਜਿਹੜੀਆਂ ਹੈਗੀਆਂ ਨੇ ਉਹ ਆਉਂਦੀਆਂ ਨੇ। ਉਹ ਸਾਡੇ ਹੁਣ ਭਾਸ਼ਾਈ ਵਤੀਰੇ ਦੇ ਵਿੱਚ ਇਹ ਚੀਜ਼ਾਂ ਇਸ ਤਰ੍ਹਾਂ ਦੀਆਂ ਸ਼ਾਮਲ ਹੋ ਗਈਆਂ ਕਿ ਅਸੀਂ ਵਿਆਕਰਣਕ ਰੂਪ ਵੀ ਦੂਜੀ ਭਾਸ਼ਾ ਦੇ, ਅੰਗਰੇਜ਼ੀ ਭਾਸ਼ਾ, ਮੈਂ ਤੁਹਾਨੂੰ ਜਿਵੇਂ ਪਹਿਲਾਂ ਕਿਹਾ ਸੀਗਾ ਕਿ ਅਸੀਂ ਬਹੁਵਚਨ ਹਿੰਦੀ ਵਾਲੇ ਬਣਾਉਣ ਲੱਗ ਪਏ। ਹਿੰਦੀ ਦਾ ਪ੍ਰਭਾਵ ਸਾਡੇ ਗੀਤਾਂ ਦੇ ਵਿੱਚ ਵੀ ਇਸ ਤਰ੍ਹਾਂ ਨਾਲ ਆ ਜਾਂਦਾ ਹੈ। ਵੀ ਆਪਾਂ ਕਹਿੰਦੇ ਆ ਕਿ ਕੋਈ ਪਾਤਰ ਕਹਿ ਕੇ ਕਿ ਉਹਨਾਂ ਦੀਆਂ ਬੰਦੂਕਾਂ ਕਹਿਣ ਦੀ ਬਜਾਏ ਉਹਨਾਂ ਦੀ ਬੰਦੂਕਾਂ ਕਹਿਣਗੇ, ਹੈ ਨਾ। ਹੁਣ ਜਿਹੜਾ ਸੰਬੰਧਕ ਰੂਪ ਹੈ ਉਹ ਬਦਲਤਾ, ਸੰਬੰਧਕ ਰੂਪ ਹਿੰਦੀ ਵਾਲਾ ਲੈ ਲਿਆ, ਦੀਆਂ ਦੀ ਥਾਂ ਦੇ ਉੱਪਰ ਦੀ ਲੈ ਲਿਆ, ਕਿਉਂਕਿ ਪੰਜਾਬੀ ਦੇ ਵਿੱਚ ਜਦੋਂ ਅਸੀਂ ਸ਼ਬਦਾਂ ਦੇ ਬਹੁਵਚਨ ਬਣਾਉਂਦੇ ਆ ਤਾਂ ਜਿੰਨੇ ਉਹਦੇ ਕਿਰਿਆ ਰੂਪ ਹੁੰਦੇ ਨੇ, ਜਿੰਨੇ ਉਹਦੇ ਸੰਬੰਧਕੀ ਰੂਪ ਹੁੰਦੇ ਨੇ, ਸਾਰੇ ਹੀ ਬਦਲ ਜਾਂਦੇ ਨੇ। ਬਿਲਕੁਲ। ਇਹ ਜਿਹੜਾ ਪ੍ਰਭਾਵ ਪੈ ਰਿਹਾ ਹੈ, ਇਹ ਪ੍ਰਭਾਵ ਪੰਜਾਬੀ ਨੂੰ ਬਿਨਾਂ ਸ਼ੱਕ ਵਿਗਾੜ ਰਿਹਾ ਹੈ। ਸ਼ਬਦਾਂ ਦਾ ਆਉਣਾ ਇੰਨਾ ਖਤਰਨਾਕ ਨਹੀਂ ਹੁੰਦਾ ਜਿੰਨਾ ਵਿਆਕਰਣਕ ਰੂਪਾਂ ਦਾ ਬਦਲਣਾ ਖਤਰਨਾਕ ਹੁੰਦਾ ਹੈ। ਤੇ ਜੇ ਕੁਝ ਲੋਕ ਇਸ ਤਰ੍ਹਾਂ ਦੇ ਕੰਮ 'ਚ ਲੱਗੇ ਹੋਏ ਨੇ, ਉਹ ਲਾਜ਼ਮੀ ਤੌਰ ਤੇ ਮੁੱਢਲੇ ਤੌਰ ਤੇ ਗਲਤੀਆਂ ਹੁੰਦੀਆਂ ਨੇ, ਉਹਨਾਂ ਗਲਤੀਆਂ ਨੂੰ ਠੀਕ ਕੀਤਾ ਜਾ ਸਕਦਾ ਹੁੰਦਾ। ਪਰ ਇਹ ਕਰ ਲੈਣਾ ਨਾ, ਇਸ ਤਰ੍ਹਾਂ ਦਾ ਵਤੀਰਾ ਜਿਸ ਤਰ੍ਹਾਂ ਨਾਲ ਕਈ ਵਾਰ ਗੱਲ ਚੱਲਦੀ ਹੈ ਤੇ ਅਸੀਂ ਅਖੀਰ ਦੇ ਉੱਪਰ ਲਗਭਗ ਉੱਥੇ ਪਹੁੰਚ ਜਾਂਦੇ ਹਾਂ ਜਿਹਦਾ ਮਤਲਬ ਇਹ ਹੁੰਦਾ ਕਿ ਪੰਜਾਬੀ 'ਚ ਕੁਝ ਹੋ ਨਹੀਂ ਸਕਦਾ, ਹੈ ਨਾ। ਜਿਹੜੀਆਂ ਚੀਜ਼ਾਂ ਠੀਕ ਹੋਈਆਂ ਨੇ ਉਹਨਾਂ ਦੀ ਸਲਾਹੁਤਾ ਹੋਣੀ ਚਾਹੀਦੀ ਹੈ। ਜਿਹੜੀਆਂ ਚੀਜ਼ਾਂ ਗਲਤ ਹੋਈਆਂ ਨੇ ਉਹਨਾਂ ਨੂੰ ਮਤਲਬ ਇਹ ਨਹੀਂ ਕਿ ਅਸੀਂ ਕਿ ਪਿੱਠ ਥਾਪੜੀਏ, ਉਹਨਾਂ ਦੀ ਆਲੋਚਨਾ ਹੋਣੀ ਚਾਹੀਦੀ ਹੈ। ਉਹਨਾਂ ਦੇ ਕੋਲ ਸਿਰਜਣਾਤਮਕ ਕਿਸਮ ਦੇ ਸੁਝਾਅ ਜਾਣੇ ਚਾਹੀਦੇ ਨੇ ਤਾਂ ਕਿ ਚੀਜ਼ਾਂ ਠੀਕ ਹੋ ਜਾਣ। ਸਾਡੇ ਕੋਲ ਬਹੁਤ ਵਤੀਰਾ ਇਹ ਹੈ ਕਿ ਅਸੀਂ ਬਹੁਤ ਜ਼ਿਆਦਾ ਰੱਦ ਬਹੁਤ ਕਰ ਦਿੰਦੇ ਹਾਂ ਤੇ ਜਿਹੜੇ ਬੰਦੇ ਜੁੜੇ ਹੋਏ ਹੁੰਦੇ ਨੇ ਜਾਂ ਜੁੜ ਸਕਦੇ ਹੁੰਦੇ ਨੇ ਉਹ ਮੁੜ ਕੇ ਹੌਸਲਾ ਵੀ ਨਹੀਂ ਕਰਦੇ ਕਿ ਅਸੀਂ ਇਸ ਖੇਤਰ ਦੇ ਵਿੱਚ ਕੰਮ ਕਰੀਏ। ਡਾਕਟਰ ਸਾਹਿਬ, ਗੱਲ ਇਹ ਹੈ ਕਿ ਜਿਸ ਕਦਰ ਇਹ ਸੰਕਟ ਸਾਡੇ ਸਾਹਮਣੇ ਸਾਫ਼ ਤੌਰ ਤੇ ਖੜਾ ਹੈ, ਇਹਦੇ ਵਿੱਚ ਦੋ ਤਰ੍ਹਾਂ ਦੀ ਥਿਊਰੀ ਚੱਲ ਰਹੀਆਂ ਨੇ। ਇੱਕ ਗੱਲ ਤਾਂ ਇਹ ਕਹੀ ਜਾਂਦੀ ਹੈ ਕਿ ਭਾਸ਼ਾਵਾਂ ਕਦੇ ਖਤਮ ਨਹੀਂ ਹੁੰਦੀਆਂ, ਬੋਲੀਆਂ ਕਦੇ ਮਰਦੀਆਂ ਨਹੀਂ ਹੁੰਦੀਆਂ, ਪਰ ਦੂਸਰੇ ਪਾਸੇ ਜਿਹੋ ਜਿਹੇ ਨਤੀਜੇ ਸਾਡੇ ਸਾਹਮਣੇ, ਇੱਕ ਤਾਂ ਉਹ ਜਿਹੜੇ ਅੰਕੜਿਆਂ ਦੇ ਤੌਰ ਤੇ ਆ ਰਹੇ ਆ, ਫੇਲ ਪਾਸ ਦੇ ਤੌਰ ਤੇ ਰਹੇ। ਦੂਸਰਾ ਸੰਕਟ ਇਹ ਹੈ ਕਿ ਅਸੀਂ ਪਹਿਲਾਂ ਤਾਂ ਲਿਖਣ ਤੋਂ ਅਸਮਰੱਥ ਹੁੰਦੇ ਬੱਚੇ ਦੇਖੇ ਸੀਗੇ, ਹੁਣ ਜਿਹੜੇ ਬੋਲਣ ਤੋਂ ਵੀ ਅਸਮਰੱਥ ਦੇਖ ਰਹੇ ਹਾਂ। ਕਈ ਪੰਜਾਬੀ ਦੇ ਅਜਿਹੇ ਲਫ਼ਜ਼, ਅਜਿਹੇ ਸ਼ਬਦ ਅੱਖਰ ਜਿਹੜੇ ਕਿ ਉਹ ਬੋਲ ਨਹੀਂ ਸਕਦੇ, ਉਹਨਾਂ ਦਾ ਅੰਗਰੇਜ਼ੀ ਰੂਪ ਜਿਹੜਾ ਉਹਨਾਂ ਨੇ ਇਸ ਕਦਰ ਅਪਣਾ ਲਿਆ ਕਿ ਉਹਨਾਂ ਨੂੰ ਲੱਗਦਾ ਕਿ ਨਹੀਂ ਅਸੀਂ ਤਾਂ ਪੰਜਾਬੀ ਬੋਲ ਰਹੇ ਹਾਂ। ਜਿਵੇਂ ਸੌਰੀ ਸਾਡੇ ਸੱਭਿਆਚਾਰ ਦੇ ਵਿੱਚ ਸ਼ਬਦ ਮੈਨੂੰ ਲੱਗਦਾ ਕਿ ਸਾਡੀ ਜਨਰੇਸ਼ਨ ਤੋਂ ਵੀ ਪਹਿਲਾਂ ਦੀ ਜਨਰੇਸ਼ਨ ਦੇ ਵਿੱਚ ਆਇਆ ਹੋਇਆ ਹੈ। ਸੋ ਇਹਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਜਾਂ ਇਹ ਇਦਾਂ ਹੀ ਚੱਲੇਗਾ ਸਮੇਂ ਦੇ ਨਾਲ? ਦੇਖੋ, ਬਹੁਤ ਸਾਰੀ ਜਿਹੜੀ ਪਹਿਲਾਂ ਗੱਲ ਮੈਂ ਕਰ ਰਿਹਾ ਸੀਗਾ, ਜਿਹੜੀ ਜਦੋਂ ਮੇਰਾ ਇਹ ਟੁੱਟ ਗਿਆ ਸੀ ਲਿੰਕ ਤੁਹਾਡੇ ਨਾਲ, ਉਹਦੇ 'ਚ ਦਿੱਕਤ ਜਦੋਂ ਮੁੱਢਲੇ ਤੌਰ ਤੇ ਸਕੂਲ ਦੇ ਵਿੱਚ ਇਹ ਆ ਜਾਂਦੀ ਹੈ ਕਿ ਉੱਥੇ ਹਾਲਾਤ ਇਸ ਤਰ੍ਹਾਂ ਦੇ ਬਣਾਏ ਜਾਂਦੇ ਨੇ। ਪਹਿਲੀ ਗੱਲ ਸੀ ਕਿ ਬੰਦੇ ਨੂੰ ਰੋਕਿਆ ਜਾਂਦਾ ਹੈ ਪੰਜਾਬੀ ਬੋਲਣ ਤੋਂ। ਦੂਸਰੀ ਗੱਲ, ਪੰਜਾਬੀ ਦੇ ਪਾਠਕ੍ਰਮ ਤੇ ਪੰਜਾਬੀ ਦਾ ਅਧਿਆਪਨ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਹੈਗਾ, ਠੀਕ। ਤੇ ਇੱਥੋਂ ਤੱਕ ਕਿ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਦਿੱਕਤ ਹੈ ਨਾ, ਉਹ ਇਹ ਹੈ ਕਿ ਬਹੁਤ ਸਾਰੇ ਲੋਕ ਅਜਿਹੇ ਪੰਜਾਬੀ ਪੜ੍ਹਨ ਦੇ ਯੋਗ ਸਮਝ ਲਏ ਜਾਂਦੇ ਨੇ, ਪੜ੍ਹਾਉਣ ਦੇ ਯੋਗ ਸਮਝ ਲਏ ਜਾਂਦੇ ਨੇ, ਜਿਨ੍ਹਾਂ ਦੀ ਪਹਿਲਾਂ ਜਿਹੜੀ ਸਿੱਖਿਆ ਹੁੰਦੀ ਹੈ ਕਿਸੇ ਹੋਰ ਵਿਸ਼ੇ 'ਚ ਹੁੰਦੀ ਹੈ। ਪੰਜਾਬੀ ਉਹ ਕਹਿੰਦੇ ਕਿ ਡਰਾਇੰਗ ਵਾਲਾ ਵੀ ਪੰਜਾਬੀ ਪੜ੍ਹਾ ਸਕਦਾ, ਹੈ ਨਾ। ਤੇ ਇਹ ਵਿਗਿਆਨ ਵਾਲਾ ਜਿਹਨੇ MA ਕਰ ਲਈ, ਉਹ ਮੁੜ ਕੇ ਇੱਕਦਮ ਹੀ ਉਹਦਾ ਲੈਕਚਰਰ ਬਣ ਜਾਂਦਾ ਤੇ ਉਹ ਉਚੇਰੀਆਂ ਕਲਾਸਾਂ ਨੂੰ ਪੰਜਾਬੀ ਪੜ੍ਹਾਉਣੀ ਸ਼ੁਰੂ ਕਰ ਦਿੰਦਾ ਹੈ। ਉਹ ਲੱਗਦਾ ਕਿ ਪੰਜਾਬੀ ਤਾਂ ਕੋਈ ਵੀ ਪੜ੍ਹਾ ਸਕਦਾ ਤੇ ਉਹਨੂੰ ਪੰਜਾਬੀ ਦੀ ਪੜ੍ਹਾਈ ਦੀ ਜਿਹੜੀ ਉਹਨੂੰ ਪੜ੍ਹਾਉਣ ਵਾਸਤੇ ਸਿਖਲਾਈ ਚਾਹੀਦੀ ਹੁੰਦੀ ਆ, ਉਹਦੇ ਕੋਲ ਨਹੀਂ ਹੁੰਦੀ। ਉਸਨੇ MA ਕਰ ਲਈ ਤੇ ਉਸ ਤੋਂ ਬਾਅਦ ਉਹਨੂੰ ਇੱਕਦਮ ਹੀ ਅਸੀਂ ਕਹਿੰਦੇ ਆ ਕਿ ਇਹ ਯੋਗ ਹੋ ਗਿਆ। ਤਾਂ ਜਦੋਂ ਡਰਾਇੰਗ ਵਾਲੇ, ਜਦੋਂ ਸਰੀਰਕ ਸਿੱਖਿਆ ਵਾਲੇ ਅਧਿਆਪਕਾਂ ਤੋਂ ਅਸੀਂ ਕਹਾਂਗੇ ਕਿ ਇਹ ਪੰਜਾਬੀ ਪੜ੍ਹਾ ਲੈਣ ਤੇ ਕੋਈ ਵੀ ਪੰਜਾਬੀ ਪੜ੍ਹਾ ਲੂਗਾ, ਤਾਂ ਪੰਜਾਬੀ ਦਾ ਹਾਲ ਜੋ ਸਕੂਲਾਂ ਦੇ ਵਿੱਚ ਹੋ ਰਿਹਾ, ਸਰਕਾਰੀ ਸਕੂਲਾਂ ਦੇ ਵਿੱਚ, ਉਹ ਇਸ ਦਾ ਅਸਲ ਕਾਰਨ ਇਹ ਹੈ ਕਿ ਜਿਹੜੇ ਪੰਜਾਬੀ ਦੇ ਵਾਸਤੇ ਯੋਗਤਾ ਰੱਖਣ ਵਾਲੇ ਅਧਿਆਪਕ ਨੇ ਉਹ ਬਹੁਤ ਘੱਟ ਨੇ, ਵੱਡੀ ਗਿਣਤੀ 'ਚ ਘੱਟ ਨੇ। ਤੇ ਪੰਜਾਬੀ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਕਿਸੇ ਨੂੰ ਵੀ ਦੇ ਦਿਓ ਤੇ ਇਹ ਮੰਨ ਲਿਆ ਗਿਆ ਕਿ ਕੋਈ ਵੀ ਪੰਜਾਬੀ ਪੜ੍ਹਾ ਸਕਦਾ, ਪੰਜਾਬੀ ਦਾ ਕੀ ਹੁੰਦਾ। ਤਾਂ ਉਸ ਕਰਕੇ ਫਿਰ ਸਕੂਲਾਂ ਦੇ ਵਿੱਚ ਜਿਹੜਾ ਨਿਘਾਰ ਆਉਂਦਾ ਹੈ। ਤੇ ਜਿਹੜੀ ਸ਼ਬਦਾਵਲੀ ਦੀ ਗੱਲ ਮੈਂ ਤੁਹਾਨੂੰ ਪਹਿਲਾਂ ਕਹੀ ਹੈ ਕਿ ਕੁਝ ਸ਼ਬਦ ਆਉਣਗੇ, ਉਹ ਸਾਡੇ ਵਰਤੋਂ ਵਿਹਾਰ ਦਾ ਹਿੱਸਾ ਬਣ ਜਾਣਗੇ। ਕੁਝ ਵਸਤਾਂ ਨੇ, ਵੈਸੇ ਵਸਤਾਂ ਆਸਾਨੀ ਨਾਲ ਆ ਜਾਂਦੀਆਂ ਹੁੰਦੀਆਂ ਨੇ, ਭਾਵ ਜਿਹੜੇ ਹੈਗੇ ਨੇ ਉਹਨਾਂ ਵਾਸਤੇ ਜਦੋਂ ਸ਼ਬਦ ਆਉਂਦੇ ਨੇ ਫਿਰ ਦਿੱਕਤ ਖੜੀ ਹੁੰਦੀ ਹੈ। ਜਿਵੇਂ ਸੌਰੀ ਇੱਕ ਸਾਡਾ ਇਹ ਕਹਿ ਲਓ ਕਿ ਅਫਸੋਸ ਕਰਨ ਦਾ, ਜਾਂ ਬੜੇ ਸਾਰੇ ਇਹਦੇ ਬਹੁਤ ਸਾਰੇ ਅਰਥ ਦਿਸ਼ਾਵਾਂ ਬਣਦੀਆਂ ਨੇ। ਪਰ ਜਦੋਂ ਵਸਤਾਂ ਜਿਵੇਂ ਟਰੈਕਟਰ ਹੈ, ਮੋਬਾਈਲ ਹੈ, ਉਹ ਤਾਂ ਇੰਨ ਬਿੰਨ ਸਾਡੇ ਕੋਲ ਆ ਜਾਣਗੀਆਂ ਤੇ ਉਹ ਅਸੀਂ ਆਪਣੀ ਭਾਸ਼ਾ ਦੇ ਵਿੱਚ ਉਹਨੂੰ ਜਜ਼ਬ ਕਰ ਲਾਂਗੇ। ਤਾਂ ਜ਼ਾਹਿਰ ਹੈ ਕਿ ਜਿਸ ਭਾਸ਼ਾ ਦੇ ਬੁਲਾਰਿਆਂ ਦੇ ਉੱਪਰ ਇੰਨਾ ਦਬਾਅ ਹੋਵੇ ਕਿ ਉਹ ਆਪਣੀ ਭਾਸ਼ਾ ਨੂੰ ਬੋਲਣ ਲੱਗਿਆਂ ਉਹਨਾਂ ਨੂੰ ਸ਼ਰਮਿੰਦਗੀ ਦਾ ਅਹਿਸਾਸ ਪੈਰ ਉੱਪਰ ਕਰਾਇਆ ਜਾਵੇ, ਤਾਂ ਜ਼ਾਹਿਰ ਹੈ ਕਿ ਲੋਕ ਮਾਨਸਿਕ ਤੌਰ ਤੇ ਉਸ ਤੋਂ ਅੰਦਰੋਂ ਟੁੱਟਣਾ ਸ਼ੁਰੂ ਕਰ ਦਿੰਦੇ ਨੇ। ਸਕੂਲ 'ਚ ਪੜ੍ਹਦੇ ਸਾਰ ਬੱਚੇ ਨੂੰ, ਘਰ ਤੋਂ ਬਾਹਰ ਨਿਕਲਦੇ ਸਾਰ ਦਫ਼ਤਰਾਂ ਦੇ ਵਿੱਚ ਜਾ ਕੇ, ਹਰ ਥਾਂ ਦੇ ਉੱਪਰ ਜੇ ਬੰਦੇ ਨੂੰ ਇਹ ਅਹਿਸਾਸ ਕਰਾਇਆ ਜਾਊਗਾ ਕਿ ਤੂੰ ਉਸ ਬੋਲੀ ਨਾਲ ਜੁੜਿਆ ਹੋਇਆ, ਜਿਹੜੀ ਬੋਲੀ ਜਿਹੜੀ ਹੈਗੀ ਆ ਉਹ ਕਮਤਰ ਹੈ, ਜਿਹੜੀ ਕਿ
ਸਧਾਰਨ ਬੋਲੀ ਹੈ ਜਿਹੜੀ ਅੰਗਰੇਜ਼ੀ ਤੇ ਹਿੰਦੀ ਦੇ ਮੁਕਾਬਲੇ ਤੇ ਕੁਝ ਨਹੀਂ ਹੈਗੀ, ਉਹ ਬੋਲੀ ਨਾਲ ਜੁੜਿਆ ਹੋਇਆ, ਤਾਂ ਜ਼ਾਹਿਰ ਹੈ ਕਿ ਉਹਦੇ ਉੱਪਰ ਅਸਰ ਪਊਗਾ ਤੇ ਬੋਲੀ ਤੋਂ ਦੂਰ ਹੋਊਗਾ। ਇੱਕ ਗੱਲ ਜਿਹੜੀ ਤੁਸੀਂ ਕਿਹਾ ਭਾਸ਼ਾਵਾਂ ਖਤਮ ਨਹੀਂ ਹੁੰਦੀਆਂ, ਇਹ ਬਿਲਕੁਲ, ਇਹ ਨਾ ਕਈ ਵਾਰ ਭਾਵਨਾਤਮਕ ਤੌਰ ਤੇ ਅਸੀਂ ਭਾਵੁਕ ਹੋ ਕੇ ਕਹਿ ਦਿੰਦੇ ਹਾਂ ਕਿ ਨਹੀਂ ਜੀ ਪੰਜਾਬੀ ਨਹੀਂ ਖਤਮ ਹੁੰਦੀ। ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਇਸ ਕਰਕੇ ਪੰਜਾਬੀ ਨਹੀਂ ਖਤਮ ਹੁੰਦੀ। ਵੇਦਾਂ ਦੀ ਜਿਹੜੀ ਭਾਸ਼ਾ ਹੈਗੀ ਆ ਉਹ ਵੀ ਲੋਕਾਂ ਦੇ ਆਮ ਬੋਲਚਾਲ ਦੇ ਵਿੱਚੋਂ ਬਾਹਰ ਗਈ ਆ। ਵੇਦ ਮੌਜੂਦ ਨੇ ਸਾਡੇ ਕੋਲ, ਰਾਮਾਇਣ, ਵਾਲਮੀਕ ਰਾਮਾਇਣ ਜਿਹੜੀ ਹੈਗੀ ਆ ਉਹ ਸੰਸਕ੍ਰਿਤ ਦੇ ਵਿੱਚ ਮੌਜੂਦ ਹੈ, ਪਰ ਉਸ ਦੀ ਜਿਹੜੀ ਬੋਲੀ ਹੈਗੀ ਆ ਉਹ ਆਮ ਲੋਕਾਂ ਦੀ ਬੋਲਚਾਲ ਚੋਂ ਖਤਮ ਹੋ ਗਈ ਤੇ ਬੜੀਆਂ ਬੋਲੀਆਂ ਖਤਮ ਹੋਈਆਂ ਨੇ। ਬੋਲੀਆਂ ਖਤਮ ਕਿਉਂਕਿ ਪਹਿਲਾਂ ਅਸੀਂ ਨਾ ਲੈਂਦੇ ਸੀ ਭਾਸ਼ਾ ਦੇ ਮੁੱਦੇ ਨੂੰ ਵੀ ਇਹ ਨਾ ਸਧਾਰਨ ਸੁਭਾਵਿਕ ਕੁਦਰਤੀ ਮੁੱਦਾ ਹੈ ਕਿ ਕੁਦਰਤੀ ਹੀ ਭਾਸ਼ਾ ਵਿਕਾਸ ਕਰਦੀ ਹੈ। ਫਿਰ ਮੁੱਦਾ ਆ ਗਿਆ ਕਿ ਅਸਲ 'ਚ ਯੋਜਨਾਬੱਧ ਤਰੀਕੇ ਦੇ ਨਾਲ ਭਾਸ਼ਾਵਾਂ ਵਿਕਾਸ ਕਰ ਸਕਦੀਆਂ ਨੇ, ਯੋਜਨਾਬੱਧ ਤਰੀਕੇ ਨਾਲ ਭਾਸ਼ਾਵਾਂ ਨੂੰ ਖਤਮ ਵੀ ਕੀਤਾ ਜਾ ਸਕਦਾ। ਹੁਣ ਤਾਂ ਇਹ ਆ ਗਿਆ ਜਿਹਨੂੰ ਅਸੀਂ ਕਹਿੰਦੇ ਆ ਕਿ ਇਹਨੂੰ ਸੋਸ਼ਲ ਇੰਜੀਨੀਅਰਿੰਗ ਕਹਿ ਦਿੱਤਾ ਜਾਂਦਾ ਕਿ ਹੁਣ ਤੁਸੀਂ ਕੋਈ ਚੀਜ਼ ਇਸ ਤਰੀਕੇ ਨਾਲ ਅਦਲਾ ਬਦਲੀ ਦੇ ਢਾਂਚੇ ਵਿੱਚ ਪਾ ਸਕਦੇ ਹੋ ਕਿ ਤੁਸੀਂ ਅਚੇਤ ਜਾਂ ਸੁਚੇਤ ਰੂਪ ਦੇ ਵਿੱਚ ਯੋਜਨਾਬੱਧ ਤਰੀਕੇ ਨਾਲ ਵੀ, ਤੇ ਉਸ ਯੋਜਨਾਬੱਧ ਤਰੀਕੇ ਦੇ ਜਿਹੜੇ ਅਸਰ ਹੋਣਗੇ ਅਚੇਤ ਤੌਰ ਤੇ ਉਸ ਦੇ ਉੱਪਰ ਭਾਸ਼ਾਵਾਂ ਖਤਮ ਹੋ ਜਾਂਦੀਆਂ ਹੁੰਦੀਆਂ ਨੇ। ਜਿਹੜਾ ਇਹ ਕਹਿਣਾ ਸ਼ੁਰੂ ਕੀਤਾ ਕਿ ਨਹੀਂ ਜੀ ਪੰਜਾਬੀ ਨੂੰ ਕੁਝ ਨਹੀਂ ਹੁੰਦਾ, ਪੰਜਾਬੀ ਨੂੰ ਜੇ ਅਸੀਂ ਸੁਚੇਤ ਤੌਰ ਤੇ ਬਚਾਉਣ ਦੇ ਵਾਸਤੇ ਸਰਕਾਰੀ ਪੱਧਰ ਦੇ ਉੱਪਰ ਯੋਜਨਾਵਾਂ ਤੇ ਲੋਕਾਂ ਦੀ ਉਹਨਾਂ ਦੇ ਵਿੱਚ ਸ਼ਮੂਲੀਅਤ ਉਹ ਨਹੀਂ ਹੋਊਗੀ ਤਾਂ ਪੰਜਾਬੀ ਮੇਰੇ ਖਿਆਲ ਦੇ ਵਿੱਚ ਉਸ ਦੇ ਉੱਪਰ ਉਹੀ ਖਤਰਾ ਮੰਡਰਾ ਰਿਹਾ ਹੈ, ਜਿਹੜਾ ਖਤਰਾ ਕਿਹਾ ਗਿਆ ਕਿ ਇਸ ਕਿਸਮ ਦੀਆਂ ਭਾਸ਼ਾਵਾਂ ਜਿਨ੍ਹਾਂ ਦੀ ਅਗਲੀ ਪੀੜ੍ਹੀ ਜਿਹੜੀ ਹੈਗੀ ਆ ਜਦੋਂ ਬੋਲਣਾ ਬੰਦ ਕਰ ਦਿੰਦੀ ਹੈ, ਦੂਰ ਚਲੇ ਜਾਂਦੀ ਹੈ, ਉਹਨਾਂ ਦੇ ਖਤਮ ਹੋਣ ਦੇ ਆਸਾਰ ਬਣ ਜਾਂਦੇ ਨੇ। ਇਸ ਕਰਕੇ ਇਹਨੂੰ ਐਵੇਂ ਨਹੀਂ ਲੈਣਾ ਚਾਹੀਦਾ ਕਿ ਅਸੀਂ ਬਿਲਕੁਲ ਹੀ ਖਤਰੇ ਤੋਂ ਖਾਲੀ ਹਾਂ। ਬਿਲਕੁਲ ਇਸ ਨੂੰ ਇੱਦਾਂ ਸੌਖਾ ਨਹੀਂ ਲਿਆ ਜਾ ਸਕਦਾ। ਡਾਕਟਰ ਗਰਗ ਸਾਹਿਬ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਮਤਲਬ ਭਾਸ਼ਾਵਾਂ ਬੋਲੀਆਂ ਖਤਮ ਹੋ ਜਾਂਦੀਆਂ ਨੇ, ਇੱਦਾਂ ਨਹੀਂ ਹੈਗਾ, ਇਹਨੂੰ ਸੌਖਾ ਨਹੀਂ ਲਿਆ ਜਾ ਸਕਦਾ। ਹਾਲਾਂਕਿ ਇੱਕ ਮੇਰੇ ਸਵਾਲ ਦਾ ਜਵਾਬ ਤੁਸੀਂ ਪਹਿਲਾਂ ਹੀ ਦੇਤਾ ਕਿ ਜਿਸ ਤਰੀਕੇ ਨਾਲ ਪਿੱਛੇ ਜੇ ਇੱਕ ਮੁਹਿੰਮ ਚੱਲੀ ਕਿ ਜਿਹੜੇ ਸਾਈਨ ਬੋਰਡ ਨੇ, ਜਿਹੜੇ ਰਾਹ ਦੱਸਦੇ ਆ, ਉਹਨਾਂ ਦੇ ਉੱਤੇ ਅੰਗਰੇਜ਼ੀ ਨੂੰ ਮਿਟਾ ਕੇ ਪੰਜਾਬੀ ਲਿਖ ਦਿਓ, ਤੇ ਉਹ ਤਾਂ ਜਿਹੜੀ ਪੰਜਾਬੀ ਕੀਤਾ ਉਹ ਅੰਗਰੇਜ਼ੀ ਨੂੰ ਹੀ ਪੰਜਾਬੀ 'ਚ ਲਿਖਤਾ ਤੇ ਉਹਦਾ ਭਾਵ ਉਹੀ ਸੀ। ਪਰ ਉਹ ਤੁਸੀਂ ਸਵਾਲ ਹੀ ਮੇਰਾ ਤਾਂ ਖਤਮ ਕਰਤਾ। ਸਵਾਲ ਹੁਣ ਇਹ ਆ ਕਿ ਜਿਸ ਤਰੀਕੇ ਨਾਲ ਕਿਸੇ ਸੱਭਿਆਚਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਹੁੰਦੀ ਹੈ, ਉਹਦੇ ਵਿੱਚ ਉਹਦੇ ਇਤਿਹਾਸ ਨਾਲ ਛੇੜਛਾੜ ਕੀਤੀ ਜਾਂਦੀ ਹੈ, ਉਹਦੇ ਧਾਰਮਿਕ ਰੂਪ ਨਾਲ ਛੇੜਛਾੜ ਕੀਤੀ ਜਾਂਦੀ ਹੈ। ਅਜਿਹਾ ਪੰਜਾਬੀ ਦੇ ਵਾਰਸਾਂ ਦੇ ਵਿੱਚ ਕੀ ਪਿਆ ਹੈ ਕਿ ਪੰਜਾਬੀ ਨੂੰ ਖਤਮ ਕਰਨ ਦੀ ਯੋਜਨਾ ਕੀਤੀ ਜਾ ਰਹੀ ਹੈ? ਜਿਵੇਂ ਜੰਮੂ ਦੇ ਵਿੱਚੋਂ ਲਾਜ਼ਮੀ ਵਿਸ਼ੇ ਦੇ ਤੌਰ ਤੇ ਕੱਢਿਆ ਗਿਆ, ਹੋਰ ਕਈ ਸਟੇਟਾਂ ਦੇ ਵਿੱਚੋਂ ਕੱਢਿਆ ਗਿਆ। ਕੀ ਅਜਿਹਾ ਲੱਗਦਾ ਕੀ ਹੈ, ਕੋਈ ਖਤਰਾ ਕੀ ਹੈ ਪੰਜਾਬ ਤੇ ਪੰਜਾਬੀਅਤ ਦੇ ਲੋਕਾਂ ਤੋਂ, ਇਹਦੇ ਵਾਰਸਾਂ ਤੋਂ? ਦੇਖੋ, ਮੈਂ ਮਾਫ ਕਰਨਾ, ਪ੍ਰੋਫੈਸਰ ਸਾਹਿਬ ਬੜੇ ਸਿਆਣੇ ਨੇ, ਮੁਖੀ ਨੇ ਆਪਦੇ ਉੱਥੇ ਵਿਭਾਗ ਦੇ, ਏਡਾ ਵੱਡਾ ਇਹ ਕੰਮ ਕਰਦੇ ਨੇ, ਪਰ ਇਹਨਾਂ ਦੀ ਸੂਚਨਾ ਦੀ ਗਲਤ ਆਦੀ ਸੂਚਨਾ ਦੇ ਆਧਾਰ ਤੇ ਕਹੀਏ, ਉਹਦੇ 'ਚ ਇਤਿਹਾਸ ਤੇ ਪੰਜਾਬੀ, ਜਿੱਥੇ ਵੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਟਰਾਂਸਲੇਸ਼ਨ ਕਰਾਉਂਦਾ ਹੈ ਉਹ 'ਚ ਪੰਜਾਬੀ ਦੇ, ਮੈਂ ਬੋਰਡ ਦੇ ਇਹਨਾਂ ਦੀ ਯੂਨੀਵਰਸਿਟੀ ਦੇ ਸੀਗੇ ਹੁਣ ਤਾਂ ਯੋਗਰਾਜ, ਉਹਨਾਂ ਨੂੰ ਅਸੀਂ ਇਤਿਹਾਸ ਦੀਆਂ ਕਿਤਾਬਾਂ ਦਿਖਾਈਆਂ। ਉਦੋਂ ਪਹਿਲਾਂ ਕੜੋਚੀਆ ਸੀਗੇ, ਉਹਨਾਂ ਨੂੰ ਮਿਲ ਕੇ ਇਹ ਜਿਹੜਾ ਮੈਂ ਪਹਿਲੇ ਦੀ ਗੱਲ ਕਰੀ ਆ ਉਹ ਦਿਖਾਈ ਹੈ। ਉਹ ਬੰਦੇ ਬੁਲਾਏ ਉਹਨਾਂ ਨੇ, ਜੀ ਹੋ ਗਿਆ, ਜੀ ਹੋ ਗਿਆ। ਇਹ ਗੱਲਾਂ ਬੜੀਆਂ ਸੌਖੀਆਂ ਨੇ। ਦੂਜੀ ਗੱਲ, ਇਹ ਕੋਈ ਨਹੀਂ ਕਹਿੰਦਾ ਕਿ ਜਿਹੜੇ ਸ਼ਬਦ, ਜਿਵੇਂ ਇਹਨਾਂ ਨੇ ਟੈਲੀਫੋਨ ਕਹਿਤਾ, ਹੁਣ ਤੁਸੀਂ ਟੈਲੀਫੋਨ ਨੂੰ ਦੂਰ ਭਾਸ਼ ਕਹਿਣ ਦੀ ਕੋਸ਼ਿਸ਼ ਕਰੋ, ਸਟੇਸ਼ਨ ਨੂੰ ਬਦਲਣ ਦੀ ਕੋਸ਼ਿਸ਼ ਕਰੋ, ਇਹ ਇਸੇ ਪੰਜਾਬੀ ਆਲੇ ਬਦਲਦੇ ਨੇ। ਡਾਕਟਰੀ ਦੇ ਸ਼ਬਦਾਂ ਨੂੰ ਇਹੋ ਜਿਹੇ ਧੱਕੇ ਨਾਲ ਬਦਲ ਰਹੇ ਨੇ ਜਿਹਦੇ ਨਾਲ ਡਾਕਟਰੀ ਰਹਿਣੀ ਵੀ ਨਹੀਂ। ਭਾਈ ਟੈਕਨੀਕਲ ਸ਼ਬਦ ਆ, ਉਹਨੂੰ ਬੱਚਿਆਂ ਨੂੰ ਪਤਾ ਵੀ ਹਾਈਡਰੋਜਨ ਹੀ ਹੈ, ਉਹਨੂੰ ਕਹਿੰਦਾ ਪਨ ਗੈਸ ਕਹੋ, ਉਹਨੂੰ ਪਤਾ ਨਹੀਂ ਵੀ ਪਨ ਗੈਸ ਕਹਿਣ ਨਾਲ ਸਾਰੀ ਕੈਮਿਸਟਰੀ ਫੇਲ ਹੋ ਜਾਊਗੀ, ਕੈਮਿਸਟਰੀ ਬਣਨੀ ਵੀ ਨਹੀਂ ਦੁਨੀਆ ਦੀ, ਉਹਨੂੰ ਪਤਾ ਨਹੀਂ ਵਿਚਾਰੇ ਨੂੰ, ਕਿਉਂਕਿ ਉਹਨੂੰ ਤਾਂ ਸਾਇੰਸ ਆਉਂਦੀ ਨਹੀਂ। ਉਹ ਕਹਿੰਦਾ ਮੈਂ ਪੰਜਾਬੀ ਦਾ ਮਾਹਰ ਹਾਂ, ਇਸ ਕਰਕੇ ਮੈਂ ਡਾਕਟਰੀ ਦੇ ਸ਼ਬਦ ਆਪਦੀ, ਇੱਕ ਦਿਨ ਮੈਨੂੰ, ਮੈਂ ਤਾਂ ਕਹਿ ਰਿਹਾ ਕਿ ਪੰਜਾਬੀ ਵਾਲੇ ਪੰਜਾਬੀ ਨੂੰ ਕਿਵੇਂ ਨੁਕਸਾਨ ਕਰਦੇ ਨੇ। ਮੈਂ ਸਾਇੰਸ ਪੰਜਾਬੀ 'ਚ ਪੜ੍ਹੀ ਆ 10ਵੀਂ ਤੱਕ, ਇਹਨਾਂ ਨੂੰ ਮੇਰੀ ਉਮਰ ਜ਼ਿਆਦਾ ਹੈ। ਪੰਜਾਬੀ 'ਚ ਸਾਇੰਸ ਪੜ੍ਹ ਕੇ 11ਵੀਂ ਤੋਂ ਸਾਰੀ ਅੰਗਰੇਜ਼ੀ 'ਚ ਪੜ੍ਹੀ ਹੈ, ਮੈਨੂੰ ਤਾਂ ਕੋਈ ਦਿੱਕਤ ਨਹੀਂ ਆਈ। ਪਰ ਜਿਹੜੀ ਹੁਣ ਇਹ ਪੰਜਾਬੀ ਯੂਨੀਵਰਸਿਟੀ ਵਾਲੇ ਟਰਾਂਸਲੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਨਾ, ਜੇ ਬੱਚਾ 10ਵੀਂ 'ਚ ਪੰਜਾਬੀ ਪੜ੍ਹ ਵੀ ਗਿਆ, ਜੇ ਮੁੜ ਕੇ 11ਵੀਂ 'ਚ ਪੰਜਾਬੀ 'ਚੋਂ ਅੰਗਰੇਜ਼ੀ 'ਚ ਪੜ੍ਹ ਗਿਆ ਤਾਂ ਮੈਨੂੰ ਕਹਿ ਦਿਓ, ਕਿਉਂਕਿ ਉਹਨੂੰ ਤਾਂ ਆਪਦੇ ਮਰਜ਼ੀ ਦੇ ਸ਼ਬਦ ਹੀ ਹੋਰ ਵੀ ਬਣਾਤੇ, ਜਿਹਦਾ ਮੀਨਿੰਗ ਇੰਟਰਨੈਸ਼ਨਲ ਹਾਈਡਰੋਜਨ, ਜਿਸ ਜਾਓਗੇ ਉੱਥੇ ਹਾਈਡਰੋਜਨ ਕਹੋਗੇ, ਉਹਨੂੰ ਤੁਸੀਂ ਗੁਰਮੁਖੀ 'ਚ ਲਿਪੀ 'ਚ ਲਿਖੋ, ਤੁਸੀਂ ਉਹਨੂੰ ਰੋਮਨ 'ਚ ਲਿਖੋ, ਤੁਸੀਂ ਉਹਨੂੰ ਦੇਵਨਾਗਰੀ 'ਚ ਲਿਖੋ, ਕੀ ਫਰਕ ਪੈਂਦਾ? ਉਹਦੇ ਫਾਰਮੂਲੇ ਨੇ। ਪਾਣੀ ਆ, ਉਹ ਕਹਿੰਦਾ ਪਾਣੀ ਗੈਸ ਕਹਿ ਦਿਓ, ਮੈਂ ਕਿਹਾ ਆਕਸੀਜਨ ਨੂੰ ਕੀ ਕਹੋਗੇ? ਸੋ ਸਾਨੂੰ ਧੱਕਾ ਕਰ ਰਿਹਾ ਸੀ। ਔਰ ਜਿਹੜੇ ਅਸੀਂ ਉਹ ਇੱਕ ਦਿਨ ਇੱਕ ਪਰਚਾ ਜਾ ਮੈਂ ਪੜ੍ਹਿਆ, ਮੈਂ ਤੁਹਾਨੂੰ ਤਾਂ ਕਹਿਣਾ, ਇੱਥੇ ਪੰਜਾਬੀ ਤੇ ਬਹਿਸ ਸੀ ਕੁਝ ਦੇਰ ਪਹਿਲਾਂ ਹੀ ਜੀ। ਅੰਗਰੇਜ਼ੀ ਦੇ 18 ਲਫ਼ਜ਼ ਨੇ ਡਾਕਟਰੀ ਦੇ, ਉਹ 18 ਲਫ਼ਜ਼ ਕਿਸੇ ਨੇ ਉਹਦੀ ਜਿਵੇਂ ਪਰਿਭਾਸ਼ਾ ਦਿੱਤੀ ਹੋਈ ਸੀ,
ਇਸ ਵਿਦਵਾਨ ਨੇ ਚੱਕ ਕੇ 18 ਦੇ ਆਪਦੇ ਸ਼ਬਦ ਬਣਾਤੇ, ਕਹਿੰਦਾ ਇਹ ਤਾਂ ਮਿੰਟਾਂ 'ਚ ਹੀ ਬਣ ਜਾਂਦੀ ਹੈ। ਉਹਦੇ 'ਚ ਇੱਕ ਲਫ਼ਜ਼ ਹੈਮੀਲੋਪੀਆ ਸੀ। ਮੈਂ ਤਾਂ ਕਹਿ ਰਿਹਾ ਲੋਕਾਂ ਨੂੰ ਸਮਝ ਆ ਜੇ, ਕਿਉਂਕਿ ਪ੍ਰੋਫੈਸਰ ਸਾਹਿਬ ਬੈਠੇ ਨੇ, ਯੂਨੀਵਰਸਿਟੀ ਦੇ ਮਾਲਕ ਨੇ। ਜੀ ਹੈਮੀਲੋਪੀਆ ਮੈਂ ਲੱਭਦਾ ਰਿਹਾ, ਉਹ ਲਿਖਦਾ ਰਤੂ ਨੇਤਰ। ਮੈਂ 3 ਵਜ ਗਏ ਰਾਤ ਦੇ, ਪਾਗਲ ਹੋ ਗਿਆ ਮੈਂ। ਸਾਰੀਆਂ ਕਿਤਾਬਾਂ, ਡਾਕਟਰੀ ਦੀਆਂ ਡਿਕਸ਼ਨਰੀਆਂ, ਦੂਜੀਆਂ ਡਿਕਸ਼ਨਰੀਆਂ, ਸ਼ਬਦਕੋਸ਼, ਹਰਕੀਰਤ ਸਿੰਘ ਦੇ ਸ਼ਬਦਕੋਸ਼, ਫਲਾਣੇ ਦੇ ਸ਼ਬਦਕੋਸ਼, ਸਾਰੇ ਦੇਖ ਲਏ। ਫਿਰ ਮੈਂ ਸਵੇਰੇ 5 ਵਜੇ ਉੱਠ ਕੇ 6 ਵਜੇ ਆਪਣੇ ਆਈ ਸਰਜਨ ਜਿਹੜਾ ਮੇਰਾ ਕਲਾਸ ਫੈਲੋ ਪ੍ਰੋਫੈਸਰ ਹੈਡ ਆਈ ਦਾ ਰਿਟਾਇਰ ਹੋਇਆ ਗੁਰੂ ਆਪਣਾ ਜਿਹੜਾ ਹੈਗਾ ਗੁਰੂ ਰਾਮਦਾਸ ਮੈਡੀਕਲ ਕਾਲਜ ਚੋਂ, ਅੱਛਾ ਉਹਨੂੰ ਲਿਖਿਆ ਬਲਜੀਤ ਸਿੰਘ ਢਿੱਲੋਂ ਨੂੰ। ਉਹ ਆ ਪੰਜਾਬੀ ਦਾ ਬੜਾ ਮਾਹਰ ਹੈ, ਕਵਿਤਾ ਵੀ ਲਿਖਦਾ ਹੈ। ਉਹਨਾਂ ਨੇ ਲਿਖ ਕੇ ਭੇਜਿਆ ਅੱਧੇ ਘੰਟੇ ਬਾਅਦ ਵੀ ਇਹ ਆ ਹੈ। ਮੈਂ ਕਿਹਾ ਯਾਰ ਇਹ ਤਾਂ ਮੈਨੂੰ ਵੀ ਪਤਾ ਸੀ, ਪਰ ਉਹਨੇ ਆਹ ਲਿਖਿਆ। ਮੈਂ ਹੁਣ ਅੱਗੇ ਨਹੀਂ ਲਿਖਾਂਗਾ ਵੀ ਉਹਨੇ ਉਹਦੇ ਬਾਰੇ ਫਿਰ ਕੀ ਕਿਹਾ। ਉਹ ਹੁੰਦਾ ਹੈ ਕਿ ਅੱਖ ਦੇ ਵਿੱਚੋਂ ਅੱਧਾ ਪਾਸਾ ਦਿਖਣੋਂ ਹਟ ਜਾਂਦਾ ਹੈ। ਇਹਨੇ ਉਹ ਹੈਮੀ ਨੂੰ ਹੀਮ ਬਣਾ ਲਿਆ ਆਪੀ, ਕਿਉਂਕਿ ਇਹਨੂੰ ਅੰਗਰੇਜ਼ੀ, ਇਹਨੂੰ ਡਾਕਟਰੀ ਤਾਂ ਆਉਂਦੀ ਨਹੀਂ। ਏਦਾਂ ਇੱਕ ਰਕਤ ਗੰਢ, ਉਹਨੂੰ ਕਹਿੰਦੇ ਰਕਤ ਗੰਢ ਹੁੰਦੀ ਆ, ਇੱਕ ਜਗ੍ਹਾ ਤੇ ਗੰਢ ਹੁੰਦੀ ਹੈ ਰਕਤ ਦੀ, ਇੱਕ ਜਗ੍ਹਾ ਤੇ ਖੂਨ ਮਸਲ ਦੇ ਵਿੱਚ ਵਗਿਆ ਹੁੰਦਾ, ਉਹਨੂੰ ਹੋਰ ਕਹਿੰਦੇ ਆ। ਇੱਕ ਜਗ੍ਹਾ ਤੇ ਖੂਨ ਕਿਸੇ ਥੈਲੀ 'ਚ ਵਗਿਆ ਹੁੰਦਾ, ਉਹਨੂੰ ਹੋਰ ਕਹਿੰਦੇ ਆ। ਉਹ ਬੋਲਣ ਸਾਰੀ ਪਤਾ ਲੱਗ ਜਾਂਦਾ ਇਹਦੇ 'ਚ ਕੀ ਆ ਡਾਕਟਰੀ 'ਚ। ਉਹ ਵਿਚਾਰੇ ਨੂੰ ਆਉਂਦਾ ਨਹੀਂ, ਉਹਨੂੰ ਤਾਂ ਰਕਤ ਗੰਢ ਹੀ ਪਤਾ, ਉਹਨੇ ਰਕਤ ਗੰਢ ਲਿਖਤਾ ਹਰ ਥਾਂ ਤੇ। ਜਿਹੜਾ ਬੰਦਾ ਔਰ ਫਿਰ ਉਹ ਜਿੱਦ ਕਰਦਾ ਹੈ, ਇਹ ਟੋਕਨ ਫਿਰ ਉਹਨੂੰ ਵੀ ਆ ਬਈ ਕਰ ਬਹਿਸ ਸਾਡੇ ਨਾਲ, ਬੁਲਾ ਡਾਕਟਰਾਂ ਨੂੰ ਇੱਥੇ ਕਰ ਬਹਿਸ। ਨਹੀਂ, ਕਿਉਂਕਿ ਇਹਨਾਂ ਨੂੰ ਉਹ ਇਹਨਾਂ ਦੇ ਭਰਾ ਹੈ, ਇਹ ਕਹਿ ਨਹੀਂ ਸਕਦੇ। ਇਹ ਗੱਲਾਂ ਕਰਨੀਆਂ ਮੈਨੂੰ ਵੀ ਆਉਂਦੀਆਂ ਨੇ ਵੀ ਨਹੀਂ ਜੀ ਉਹ ਆਏ ਹੁੰਦਾ ਹੈ ਜੀ, ਫਲਾਣਾ ਹੁੰਦਾ ਹੈ ਜੀ, ਆਇਆ। ਇਹੋ ਜਿਹੀਆਂ ਗੱਲਾਂ ਸਾਰੀਆਂ ਇਹੋ ਜਿਹੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ। ਸੱਚ ਚਾਹੀਏ। ਜੇ ਮੈਂ ਡਾਕਟਰੀ ਕਰਦਾ, ਮੇਰੇ ਅਨਪੜ੍ਹ ਮਰੀਜ਼ ਨੂੰ ਸਮਝ ਨਾ ਆਵੇ ਡਾਕਟਰੀ ਦੀ, ਤਾਂ ਮੈਂ ਨਲਾਇਕ ਹਾਂ। ਮੈਂ ਬਹਾਨਾ ਜੋ ਮਰਜ਼ੀ, ਤਾਂ ਧਿਆਨ ਨਹੀਂ ਕਰਿਆ, ਤੂੰ ਸਾਡੇ ਕੋਲ ਕਿਉਂ ਨਹੀਂ ਆਇਆ। ਇਹ ਪੰਜਾਬੀ 'ਚ ਸਾਰੀਆਂ ਕਹਾਣੀਆਂ ਨੇ। ਪੰਜਾਬੀ ਨੂੰ ਪੰਜਾਬੀ ਵਾਲੇ ਖੁਦ ਡੋਬ ਰਹੇ ਨੇ, ਕਿਉਂਕਿ ਸਿਰਫ ਤਨਖਾਹ ਲੈਣ ਜਾਂਦੇ ਨੇ, ਉਹਨਾਂ ਦੀ ਪੰਜਾਬੀ ਨਾਲ ਕਮਿਟਮੈਂਟ ਨਹੀਂ ਹੈ। ਜੇ ਕਮਿਟਮੈਂਟ, ਜੇ ਪੰਜਾਬੀ ਨਾਲ ਉਹਨਾਂ ਦੀ ਵਚਨਬੱਧਤਾ ਹੋਵੇ, ਮੈਂ ਕਮਿਟਮੈਂਟ ਸ਼ਬਦ ਵਰਤਦਾ, ਮੈਂ ਉਹਨੂੰ ਵੀ ਬਦਲਦਾ। ਜਿਹੜੇ ਸ਼ਬਦ ਪੰਜਾਬੀ ਸਾਡੇ ਕੋਲ ਉਪਲਬਧ ਨੇ, ਉਹਨਾਂ ਨੂੰ ਤਾਂ ਪੰਜਾਬੀ 'ਚ ਲਿਖਦੇ ਨਹੀਂ। ਜਿਹੜੇ ਨਹੀਂ ਉਪਲਬਧ, ਮੈਂ ਸਹਿਮਤ ਹਾਂ ਪ੍ਰੋਫੈਸਰ ਸਾਹਿਬ ਨਾਲ ਵੀ ਜਿਹੜਾ ਸ਼ਬਦ ਦੂਜੀ ਭਾਸ਼ਾ 'ਚੋਂ ਆਉਂਦਾ ਹੈ, ਜਿਹੜਾ ਉੱਥੇ ਹੀ ਬਣਿਆ ਹੈ, ਤੁਸੀਂ ਉਹਨੂੰ ਉੱਦਾਂ ਹੀ ਲੈ ਲਓ। ਹੁਣ ਅਸੀਂ ਸਟੇਸ਼ਨ ਨੂੰ ਬਦਲਾਂਗੇ। ਜਿਵੇਂ ਇਹ ਕਹਿੰਦੇ ਸੀ ਹਾਸੇ 'ਚ, ਇਹਨਾਂ ਨੇ ਜਾਣ ਕੇ ਕਿਹਾ ਵੀ ਚੱਲ ਕਾਹਨੂੰ ਕਹਿਣਾ ਹੈ, ਮੈਨੂੰ ਪਤਾ ਹੈ ਕੀ ਕਹਿਣਾ ਚਾਹੁੰਦੇ ਸੀ। ਇਹਨਾਂ ਨੇ ਬਦਲਿਆ ਜੀ ਇਹਨੂੰ ਪਲੇਟਫਾਰਮ ਨੂੰ, ਕਹਿੰਦਾ ਦੋ ਪੱਥ ਗਾਮਣੀ ਅਮਨ ਗਾਮਨ ਵਿਸ਼ਰਾਮ ਸਥਾਨ। ਉਹ ਭਲੇ ਮਾਨਸੋ ਪਲੇਟਫਾਰਮ ਕਹਿ ਦੋ, ਯੂਨੀਵਰਸਿਟੀ ਨੂੰ ਯੂਨੀਵਰਸਿਟੀ ਕਹਿ ਦੋ, ਹੁਣ ਆਮ ਚਾਲੂ ਹੈ। ਜ਼ਰੂਰ ਵਿਸ਼ਵਵਿਦਿਆਲਾ ਕਹਿਣਾ। ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਜਿਹੜੇ ਸ਼ਬਦ ਪ੍ਰਚਾਰ, ਸਟੇਸ਼ਨ, ਮੱਡਗਾਰਡ, ਚੇਨ, ਕੈਰੀਅਰ, ਹੈਂਡਲ, ਇੰਜਨ, ਬੱਸ, ਟਰੱਕ, ਜੀਪ, ਤੁਸੀਂ ਮੈਨੂੰ ਦੱਸੋ ਕਿਹੜਾ ਸ਼ਬਦ ਹੈ ਜਿਹੜਾ ਇਹ ਹਸਪਤਾਲ ਥੋੜਾ ਵਿਗੜਿਆ ਹੋਇਆ ਕਈ ਚੀਜ਼ਾਂ ਮੈਂ ਇੱਕ ਮਿੰਟ ਮੈਂ ਆ ਰਿਹਾ, ਮੈਂ ਇੱਕ ਮਿੰਟ ਮੈਨੂੰ ਭੁੱਲ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬੀ ਦੇ ਵਿਦਵਾਨਾਂ ਨੇ, ਇਹਨਾਂ 'ਚ ਚੈਨ ਨਹੀਂ ਹੈ ਹੁਣ। ਇਹ ਪੁਰਾਣੇ ਵਿਦਵਾਨਾਂ ਦੀ ਤਰ੍ਹਾਂ ਬੈਠ ਕੇ ਚਰਚਾ ਕਰਕੇ ਇੱਕ ਜਿਹਨੂੰ ਅਸੀਂ ਕਹਿੰਦੇ ਆ ਵੀ ਟਕਸਾਲੀ ਬਣਾ ਲਓ ਵੀ ਆਪਾਂ ਆਹ ਗੱਲ ਸਾਡੀ ਸਭ ਦੀ ਸਹਿਮਤੀ ਹੈ। ਯੂਨੀਵਰਸਿਟੀਆਂ ਵਾਲੇ ਬਣਾ ਲੈਣ, ਲੋਕਾਂ ਨੇ ਤਾਂ ਮੰਨ ਲੈਣੀ ਹੈ। ਅਸੀਂ ਡਾਕਟਰੀ 'ਚ ਬਣਾਉਂਦੀ ਹਾਂ ਵੀ ਇਹ ਚੀਜ਼ ਦਾ ਵੀ ਆਪਾਂ ਨੂੰ ਆਹ ਇਲਾਜ ਕਰਨਾ, ਬਲਕਿ ਲਿਖ ਦਿੰਦੇ ਹਾਂ ਵੀ ਇਹਦੇ 'ਚ ਆਹੀ ਇਲਾਜ ਕਰਨਾ ਹੈ, ਆਪਦਾ ਉਵੇਂ ਨਹੀਂ ਮਨਮਰਜ਼ੀ ਨਹੀਂ ਕਰਨੀ। ਈਵਨ ਕਰੋਨਾ ਨਵਾਂ ਆਇਆ ਸੀ, ਬਾਕਾਇਦਾ ਉਹਦੀ ਪ੍ਰੋਟੋਕੋਲ ਤੈਅ ਕਰਤੀ ਵੀ ਐਂ ਕਰੂੰਗਾ। ਉਹ ਚੰਗੀ ਹੈ, ਮਾੜੀ ਹੈ, ਗਲਤ ਹੈ, ਠੀਕ ਹੈ, ਪਰ ਉਹਦੀ ਜ਼ਿੰਮੇਵਾਰੀ ਜਿਨ੍ਹਾਂ ਡਾਕਟਰਾਂ ਨੇ ਤੈਅ ਕਰੀ ਉਹਨਾਂ ਦੀ ਹੈ। ਉਹ ਗਲਤ ਹੋ ਸਕਦੀ ਹੈ, ਠੀਕ ਹੋ ਸਕਦੀ ਹੈ, ਉਹ ਬਦਲੀ ਜਾ ਸਕਦੀ ਹੈ, ਪਰ ਇੱਕ ਵਾਰੀ ਪ੍ਰੋਟੋਕੋਲ ਤੈਅ ਕਰ ਦਿਓ ਵੀ ਆਹ ਐਂ ਹੋਊਗਾ ਭਾਈ। ਜਿੰਨਾ ਚਿਰ ਅਸੀਂ ਤੁਹਾਨੂੰ ਦੁਬਾਰਾ ਨਹੀਂ ਕਹਿੰਦੇ, ਦੁਬਾਰਾ ਸੋਚੋ। ਮੈਂ ਨਹੀਂ ਕਹਿੰਦਾ ਵੀ ਸੋਚੋ ਨਾ, ਲੋਕਾਂ ਦੇ ਰਿਐਕਸ਼ਨ ਵੀ, ਪ੍ਰਤੀਕਿਰਿਆ ਵੀ ਸੁਣੋ। ਹੁਣ ਕੀ ਹੋ ਗਿਆ, ਅਸੀਂ ਉਨੀ ਮਿਹਨਤ ਕਰਨ ਨੂੰ ਤਿਆਰ ਨਹੀਂ। ਆਹ ਜਿਹੜੇ ਸ਼ਬਦਕੋਸ਼ ਐਡੇ ਐਡੇ ਲਿਖੇ ਗਏ ਨੇ, ਇਹ ਕਿਸੇ ਨੇ ਮਿਹਨਤ ਕਰਕੇ ਲਿਖੇ ਨੇ ਨਾ। ਐਂ ਤਾਂ ਹੈ ਨਹੀਂ ਵੀ ਪੰਜਾਬੀ 'ਚ ਨਹੀਂ ਸੀਗਾ। ਪੰਜਾਬੀ 'ਚ ਸਭ ਕੁਝ ਹੋ ਸਕਦਾ ਹੈ, ਪੰਜਾਬੀ 'ਚ ਪੂਰੀ ਡਾਕਟਰੀ ਪੜ੍ਹਾਈ ਜਾ ਸਕਦੀ ਹੈ। ਪਰ ਜਿਹੜੇ ਇਹ ਪੰਜਾਬੀ ਦੇ ਹੁੰਦੇ ਵਿਦਵਾਨ ਨੇ, ਜੇ ਇਹਨਾਂ ਦੀ ਪੜ੍ਹਾਈ ਹੋਈ, ਪੰਜਾਬੀ ਦੀ ਕਰੀ ਹੋਈ, ਟਰਾਂਸਲੇਸ਼ਨ ਕਰੀ ਹੋਈ, ਉਹਦਾ ਅੱਛਾ ਕਰਿਆ ਹੋਇਆ ਕੋਈ ਪੰਜਾਬੀ 'ਚ ਪੜ੍ਹੇਗਾ, ਉਹਨੂੰ ਨਾ ਕਹਿੰਦੇ ਕਿ ਉਹ ਦੁਬਿਧਾ ਵਿੱਚ ਦੋਨੋਂ ਗਏ, ਨਾ ਮਾਇਆ ਮਿਲੀ ਨਾ ਰਾਮ, ਨਾ ਉਹਨੂੰ ਪੜ੍ਹਾਈ ਆਉਣੀ ਹੈ ਨਾ ਉਹਨੂੰ ਪੰਜਾਬੀ ਆਉਣੀ ਹੈ। ਇੱਕ ਤਾਂ ਇਹ ਹੈ। ਦੂਜਾ ਸਵਾਲ ਜਿਹੜਾ ਤੁਸੀਂ ਕਿਹਾ, ਇਹ ਗੱਲ ਤੋਂ ਵੀ ਜੇ ਅਸੀਂ ਸੁਚੇਤ ਨਹੀਂ ਰਹਾਂਗੇ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਮੈਂ ਪ੍ਰੋਫੈਸਰਾਂ ਨਾਲ ਇਸ ਗੱਲ 'ਤੇ ਸਹਿਮਤ ਨਹੀਂ ਵੀ ਭਾਸ਼ਾ ਨੂੰ ਮਾਰਨ ਦੇ ਯਤਨ ਨਹੀਂ ਕੀਤੇ ਜਾਂਦੇ। ਜਿਹੜੀ ਸੰਸਕ੍ਰਿਤ ਮਰੀ ਹੈ, ਉਹ ਵੈਸੇ ਸਪੋਕਨ ਲੈਂਗੁਏਜ, ਬੋਲੀ ਦੀ ਭਾਸ਼ਾ ਹੈ ਨਹੀਂ ਸੀ। ਉਹ ਪਹਿਲਾਂ ਹੀ ਉਹ ਕਿਸੇ ਖਾਸ ਵਿਸ਼ੇਸ਼ ਵਰਗ ਦੀ ਸੀ, ਉਹ ਪੰਡਤਾਂ ਦੀ ਬੋਲੀ ਦੀ ਭਾਸ਼ਾ ਸੀ। ਉਹ ਬੋਲੀ ਆਮ ਬੋਲੀ ਨਹੀਂ ਸੀ ਸੰਸਕ੍ਰਿਤ। ਪਰ ਜਿਹੜੀ ਪੰਜਾਬੀ ਹੈ ਆਮ ਬੋਲੀ ਦੀ ਭਾਸ਼ਾ। ਸੋ ਜਿਹੜੀ ਆਮ ਬੋਲੀ ਇੱਥੇ ਨਾ ਦਰੁਸਤ ਗੱਲ ਨਹੀਂ ਕਰ ਰਹੇ ਹੈਗੇ। ਜਿਹੜੀ ਸੰਸਕ੍ਰਿਤ ਚਲੋ ਮੈਂ ਗਲਤ ਹੋ ਗਿਆ, ਉਹ ਸਾਡੇ ਇੱਥੇ ਦੇ ਸਿੱਤੇ ਦੇ ਵਿੱਚ ਬੋਲੀ ਰਹਿ ਜਾਂਦੀ ਰਹੀ ਹੈ। ਉਹਦੇ ਵਿੱਚੋਂ ਅੱਗੇ ਆਪ ਭਾਸ਼ਾ ਜ਼ਰੂਰ ਬੋਲੀ ਜਾਂਦੀ ਹੋਊਗੀ। ਜਿਹੜਾ ਭਾਸ਼ਾ ਦੇ ਇਤਿਹਾਸ ਦਾ ਖੇਤਰ, ਉਹਦੇ ਵਿੱਚ ਆਪਾਂ ਲੈਟ ਮੀ ਕੰਪਲੀਟ। ਤੁਹਾਡੀ ਗੱਲ ਠੀਕ, ਉਹ ਤੁਸੀਂ 20 ਗੱਲਾਂ ਗਲਤ ਕਹੀਆਂ, ਮੈਂ ਟੋਕਿਆ ਨਹੀਂ। ਹੁਣ ਤੁਸੀਂ ਟੋਕਦਾ, ਮੈਂ ਮੰਨ ਲਿਆ ਵੀ ਠੀਕ ਹੋਊਗੀ ਤੁਹਾਡੀ ਗੱਲ। ਪੰਜਾਬੀ ਭਾਸ਼ਾ ਨੂੰ ਜਿੰਨਾ ਚਿਰ
ਮੈਂ ਤਾਂ ਕਹਿੰਦਾ ਮੈਂ ਮੰਨੀ ਜਾਂਦਾ ਵੀ ਤੁਹਾਡੀ ਗੱਲ ਠੀਕ ਹੋ, ਕਿਉਂਕਿ ਤੁਸੀਂ ਵਿਦਵਾਨ ਹੋ, ਤੁਸੀਂ ਦੇਖਿਆ, ਤੁਸੀਂ ਸਟੱਡੀ ਕਰਿਆ, ਤੁਸੀਂ ਥੋੜਾ ਗਲਤ ਕਹੋਗੇ, ਮੈਂ ਤਾਂ ਗਲਤ, ਕਿਉਂਕਿ ਮੈਂ ਕਿਹੜਾ ਪੜ੍ਹਿਆ ਹੋ, ਮੈਂ ਤਾਂ ਸੁਣੀ ਸੁਣਾਈ ਗੱਲ ਕਰ ਸਕਦਾ। ਤੁਹਾਡੀ ਗੱਲ ਮੈਂ ਮੰਨ ਹੀ ਲਈ ਜਦ, ਉਹ ਤਾਂ ਬਹਿਸ ਖਤਮ ਹੋ ਜਾਂਦੀ ਉਹਦੀ ਜਦ ਮੰਨ ਲਈ, ਹਾਂ ਜੀ ਇਹ ਠੀਕ ਹੈ। ਠੀਕ ਹੈ। ਹੁਣ ਸਵਾਲ ਇਹ ਹੈ ਵੀ ਜੇ ਤੁਸੀਂ ਪੰਜਾਬੀ ਦੇ ਉੱਤੇ ਜਿਹੜਾ ਸਟੇਟ ਦਾ ਹਮਲਾ ਹੈ, ਜਿਹੜਾ ਰਾਜ ਸੱਤਾ ਦਾ ਹਮਲਾ ਹੈ, ਉਹ ਤੋਂ ਤੁਸੀਂ ਬੋਲਣ ਤੋਂ ਡਰਦੇ ਹੋ ਵੀ ਸਾਡੇ ਤੇ ਹਮਲਾ ਕਰਿਆ ਜਾ ਰਿਹਾ ਹੈ। ਮੇਰਾ ਸਵਾਲ ਹੈ, ਜੇ ਇੱਥੋਂ ਪੰਜਾਬੀ ਦਾ ਜਿਹੜੀਆਂ ਖਬਰਾਂ ਦਾ ਆਉਂਦਾ ਸੀ ਚੰਡੀਗੜ੍ਹ ਚੋਂ ਚੁੱਕ ਕੇ ਜਲੰਧਰ ਭੇਜ ਦਿੱਤਾ ਜਾਂਦਾ ਵੀ ਇੱਥੇ ਪੰਜਾਬੀ 'ਚ ਖਬਰਾਂ ਦਾ ਨਹੀਂ ਬੁਲਟਨ ਆਏਗਾ, ਦਿੱਲੀ ਤੋਂ ਨਹੀਂ ਆਏਗਾ, ਇਹ ਹਮਲਾ ਨਹੀਂ ਹੈ? ਜੇ ਪੰਜਾਬੀ ਨੂੰ CBSE ਜਿਹੜੀਆਂ ਸਾਰੀਆਂ ਭਾਸ਼ਾ ਇੱਕ ਦਰਜੇ ਦੀਆਂ ਸੀ, ਉਹਨੂੰ 2 ਦਰਜੇ ਤੇ ਲੈ ਗਿਆ, ਅਸੀਂ ਕਿਉਂ ਨਹੀਂ ਕਿਹਾ 2 ਨਾਲ ਸੇਮ 1 ਸਵਾਹੀ? ਅਸੀਂ ਉਹਨੂੰ 2 ਦਰਜੇ 'ਚ ਖੇਤਰੀ ਭਾਸ਼ਾ ਨੂੰ ਪੰਜਾਬੀ ਨੂੰ ਉਹ ਕਾਨੂੰਨ ਨਾਲ ਗਈ ਹੈ ਕਿ ਉਹੀ ਗਈ ਹੈ? ਉਹਨਾਂ ਨੇ ਚੱਕ ਕੇ ਕਰਤੀ 2 ਦਰਜੇ ਦੀ। ਫਿਰ ਅਸੀਂ ਦੇਖਦੇ ਨਹੀਂ ਵੀ ਜਿੱਥੇ ਹਿੱਟ ਕਰਨਾ ਹੈ ਪੰਜਾਬੀ ਨੂੰ, ਇਹ ਪੰਜਾਬੀ ਯੂਨੀਵਰਸਿਟੀ ਦੇ ਦੀਵਾਨ ਜਾ ਕੇ ਸਪੀਕਰ ਸਾਹਿਬ ਨੂੰ ਮਿਲ ਕੇ ਆਏ ਨੇ, ਜਾਂ ਉਹਨਾਂ ਨੇ ਬੁਲਾਇਆ ਸੀ ਜਾਂ ਆਪ ਗਏ ਸੀ, ਮੈਨੂੰ ਨਹੀਂ ਪਤਾ, ਪਿੱਛੇ ਜਿਹੀ ਦੀ ਗੱਲ ਹੈ। ਉਹਨੇ ਕਹਿ ਕੇ ਕੀ ਆਏ ਨੇ? ਉਹ ਗੈਰ ਕਾਨੂੰਨੀ ਗੱਲ ਕਹਿ ਆਏ। ਉਹ ਕਰ ਵੀ ਦੇਣਗੇ, ਉਹ ਪਹਿਲਾਂ ਕਾਂਗਰਸ ਸਰਕਾਰ ਨੇ ਵੀ ਕਰਿਆ ਹੋਇਆ ਸੀ, ਇਹ ਹੋਰ ਕਰ ਦੇਣਗੇ। ਉਹ ਸਾਰਾ ਗੈਰ ਕਾਨੂੰਨੀ ਹੈ, ਗੈਰ ਸੰਵਿਧਾਨਕ ਹੈ, ਉਹ ਲਾਗੂ ਹੀ ਨਹੀਂ ਹੋ ਸਕਦਾ। ਜਦ ਤੁਹਾਨੂੰ ਕਾਨੂੰਨ ਨਹੀਂ ਪਤਾ, ਤੁਸੀਂ ਐਂ ਤਾਂ ਪੁੱਛ ਲਓ ਕਿਸੇ ਕਾਨੂੰਨ ਵਾਲੇ ਨੂੰ ਵੀ ਭਾਈ ਇਹ ਕਰਿਆ ਜਾ ਸਕਦਾ, ਕਿਉਂਕਿ ਤੁਹਾਡੇ ਮਨ 'ਚ ਹੈ ਇੱਕ, ਜਿਵੇਂ ਮੈਂ ਉਹਦੀ ਮੰਨ ਗਿਆ ਵੀ ਹਾਂ ਠੀਕ ਹੈ ਮੈਨੂੰ ਨਹੀਂ ਪਤਾ ਜੀ, ਤੁਹਾਡੀ ਗੱਲ ਠੀਕ ਹੈ। ਠੀਕ, ਤੁਸੀਂ ਉਹਨੂੰ ਇਹ ਮੰਨਣਾ ਤਾਂ ਸਿੱਖ ਲਓ ਨਾ, ਪਬਲਿਕਲੀ ਮੰਨਣਾ ਸਿੱਖੋ। ਹਾਂ ਜੀ ਮੈਨੂੰ ਨਹੀਂ ਪਤਾ ਸੀ, ਮੇਰੇ ਸਾਡੇ ਮਰੀਜ਼ ਆ ਕੇ ਕਹਿੰਦੇ ਅਸੀਂ ਤਾਂ ਮੰਨ ਲੈਣਾ ਵੀ ਯਾਰ ਮੈਨੂੰ ਤਾਂ, ਮੈਂ ਤਾਂ ਦੇਖੀ ਨਹੀਂ ਇਹ ਗੱਲ। ਗਰਗ ਸਾਹਿਬ ਸੋ ਇਹ ਗੱਲ ਨਹੀਂ ਹੈ ਇਸ਼ੂ, ਸਮਝਦਾ। ਮੈਂ ਖਤਮ ਕਰ ਰਿਹਾ ਆਪਣੀ ਗੱਲ ਨੂੰ, ਮੈਂ ਖਤਮ ਕਰ ਰਿਹਾ। ਉਹ ਇਹ ਹੈ ਕਿ ਜਿੰਨਾ ਚਿਰ ਪੰਜਾਬੀ ਨੂੰ ਅਸੀਂ ਕਾਨੂੰਨੀ ਦਰਜੇ ਦੇ ਤੌਰ ਦੇ ਉੱਤੇ, ਪੰਜਾਬੀ ਦੇ ਉੱਤੇ ਜਿਹੜੇ ਹਮਲੇ ਹੋ ਰਹੇ ਨੇ ਉਹਨਾਂ ਦੇ ਵਿਰੁੱਧ, ਜਿਹੜੇ ਰਾਜ ਕਰ ਰਿਹਾ, ਸੱਤਾ ਕਰ ਰਹੀ ਹੈ, ਉਹਦੇ ਵਿਰੁੱਧ ਨਹੀਂ ਬੋਲਾਂਗੇ, ਜਿੰਨਾ ਚਿਰ ਇੱਥੇ ਜਿਹੜੇ ਸਕੂਲ ਨੇ, ਜਾਂ ਸਾਡਾ ਭਾਸ਼ਾ ਦਾ ਮਾਧਿਅਮ ਪੰਜਾਬੀ ਹੈ, ਸਕੂਲ ਇੱਥੇ ਕਹੇ ਆਚਾਰੀਆ ਤੇ ਫਲਾਣਾ ਜਿਹੜੇ ਪ੍ਰਾਈਵੇਟ ਸਕੂਲ ਨੇ, ਉਹਨਾਂ ਨੂੰ ਕੋਈ ਇਜਾਜ਼ਤ ਨਹੀਂ ਵੀ ਸਾਡੇ ਬੱਚਿਆਂ ਨੂੰ ਏਦਾਂ ਸਿਖਾਉਣ, ਪਰ ਅਸੀਂ ਨਹੀਂ ਬੋਲਦੇ ਕਿਉਂਕਿ ਅਸੀਂ ਨਾ ਪਤਾ ਉਹ ਸੱਤਾ 'ਚ ਨੇ, ਉਹ ਸਾਨੂੰ ਫਿਰ ਕਿਤੇ ਨਾ ਕਿਤੇ ਨੁਕਸਾਨ ਕਰ ਸਕਦੇ ਨੇ। ਜੇ ਅਸੀਂ ਉਹਨਾਂ ਦੇ ਹੱਕ 'ਚ ਗੱਲ ਕਰਾਂਗੇ ਫਿਰ ਸ਼ਾਇਦ ਸਾਨੂੰ ਕੋਈ ਵਾਈਸ ਚਾਂਸਲਰ ਲਾ ਦੇਣ। ਸੋ ਸਾਨੂੰ ਇਸ ਗੱਲ ਦੇ ਉੱਤੇ ਜਿਹੜੇ ਪੰਜਾਬੀ 'ਤੇ ਹਮਲੇ ਗਿਣ ਚੁਣ ਕੇ ਹੋ ਰਹੇ ਨੇ, ਜਿਹੜੇ ਗੈਰ ਕਾਨੂੰਨੀ ਨੇ, ਉਹਨਾਂ ਦੇ ਉੱਤੇ ਸਾਨੂੰ ਬੋਲਣਾ ਪਏਗਾ। ਜੇ ਨਹੀਂ ਬੋਲਾਂਗੇ ਫਿਰ ਅੱਜ ਵੀ ਮਰੇ ਤੇ ਕੱਲ ਵੀ। ਚਲੋ ਡਾਕਟਰ ਸੁਰਜੀਤ ਜੀ ਬੋਲ ਰਹੇ ਨੇ। ਹਾਂਜੀ ਸੁਰਜੀਤ। ਨਵਜੋਤ ਜੀ, ਤੁਹਾਡੇ ਸਵਾਲ ਤੋਂ ਪਹਿਲਾਂ ਨਾ ਮੈਂ 2 ਗੱਲਾਂ ਦਰੁਸਤ ਕਰਨੀਆਂ ਚਾਹੂੰਗਾ ਜੀ। ਇੱਕ ਤਾਂ ਗਰਗ ਸਾਹਿਬ, ਜਿਹੜੇ ਜਿਸ ਦੇ ਬੰਦੇ ਵੱਲ ਤੁਸੀਂ ਇਸ਼ਾਰਾ ਕਰ ਰਹੇ ਹੋ ਨਾ, ਉਹ ਵਿਅਕਤੀ ਆ, ਉਹ ਪੰਜਾਬੀ ਯੂਨੀਵਰਸਿਟੀ ਨਹੀਂ ਹੈ, ਤੇ ਉਹਦੀਆਂ ਜਿਹੜੀਆਂ ਜੋ ਉਹਨੇ ਸ਼ਬਦਾਂ ਦੇ ਬਾਰੇ ਆਪਣੀ ਰਾਏ ਦਿੱਤੀ ਹੈ, ਉਹ ਸਾਡੇ ਸ਼ਬਦਕੋਸ਼ਾਂ ਦੇ ਵਿੱਚ ਦਰਜ ਪੰਜਾਬੀ ਯੂਨੀਵਰਸਿਟੀ ਨੇ ਕੀਤੀ ਨਹੀਂ। ਦੂਜੀ ਗੱਲ ਹੈ ਕਿ ਜਦੋਂ ਕਿਸੇ ਮਸਲੇ ਬਾਰੇ ਚਰਚਾ ਹੁੰਦੀ ਆ, ਜਦੋਂ ਬਹਿਸ ਹੁੰਦੀ ਹੈ, ਜਦੋਂ ਨਿਤਾਰੀ ਜਾਂਦੀਆਂ ਚੀਜ਼ਾਂ, ਤਾਂ ਉੱਥੇ ਅਲੱਗ-ਅਲੱਗ ਤਰ੍ਹਾਂ ਦੇ ਵਿਚਾਰ ਖੜੇ ਹੁੰਦੇ ਨੇ। ਮੈਂ ਸੰਨ 2000 ਦੇ ਵਿੱਚ ਇੱਕ ਪੇਪਰ ਲਿਖਿਆ ਸੀਗਾ, ਮੈਂ ਵੀ ਪੰਜਾਬੀ ਯੂਨੀਵਰਸਿਟੀ ਦਾ ਹਿੱਸਾ ਹੀ ਹਾਂ। ਮੈਂ ਲਗਾਤਾਰ ਇਸ ਗੱਲ ਦੇ ਉੱਪਰ ਜ਼ੋਰ ਦਿੰਦਾ ਕਿ ਜਿਹੜੇ ਤਕਨੀਕੀ ਸ਼ਬਦ ਕਿਸੇ ਵੀ ਵਿਗਿਆਨ ਦੇ ਵਿੱਚੋਂ ਆ ਰਹੇ ਨੇ, ਉਹਨਾਂ ਤਕਨੀਕੀ ਸ਼ਬਦਾਂ ਨੂੰ ਇਨ ਬਿਨ ਪੰਜਾਬੀ ਦੇ ਵਿੱਚ ਉਹਦੀ ਗੁਰਮੁਖੀ ਦਾ ਦੱਸੋ ਕਿ ਕਿਹੜਾ ਉਹਦਾ ਸ਼ਬਦ ਜੋੜ, ਉਹਦਾ ਮਿਆਰ ਬਣਾ ਲਓ ਕਿ ਆਹ ਸ਼ਬਦ ਜੋੜ ਉਹਦਾ ਮਿਆਰੀ ਸ਼ਬਦ ਜੋੜ ਹੈ, ਇਹ ਸ਼ਬਦ ਜੋੜ ਵਰਤਿਆ ਜਾਊਗਾ। ਮੈਂ ਵੀ ਇੱਥੇ ਹੀ ਬੈਠਾ ਯੂਨੀਵਰਸਿਟੀ ਦੇ ਵਿੱਚ। ਇਸ ਤਰ੍ਹਾਂ ਨਾਲ ਜਿਹੜੇ ਕੋਚ ਨੇ ਸਾਡੇ, ਹਰਕੀਰਤ ਸਿੰਘ ਉਹਨਾਂ ਦਾ ਜੋ ਕੋਚ ਹੋਰ ਸੀ, ਜੋਸ਼ੀ ਸਾਹਿਬ ਆਏ, ਉਹਨਾਂ ਨੇ ਕੁਝ ਹੋਰ ਕੀਤਾ। ਜਿਹੜੇ ਬੰਦੇ ਵੱਲ ਤੁਸੀਂ ਇਸ਼ਾਰਾ ਕਰ ਰਹੇ ਹੋ, ਪ੍ਰੋਫੈਸਰ ਜੋਗਾ ਸਿੰਘ ਹੋਰਾਂ ਦੀ ਇਹ ਰਾਏ ਹੈ ਕਿ ਇਸ ਕਿਸਮ ਦੀ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇਹ ਪੈਰਾਡਾਈਮ ਹੈ, ਕਿ ਸ਼ਬਦਾਂ ਦਾ ਇੱਕ ਪੈਰਾਡਾਈਮ ਹੈ, ਉਹਦੇ ਵਿੱਚ ਉਹਨਾਂ ਦੀ ਰਾਏ ਹੈ। ਮੈਂ ਉਸ ਰਾਏ ਨਾਲ ਸਹਿਮਤ ਨਹੀਂ ਹੈਗਾ, ਪੰਜਾਬੀ ਯੂਨੀਵਰਸਿਟੀ ਵੀ ਉਸ ਰਾਏ ਨਾਲ ਇਸ ਸੰਸਥਾ ਦੇ ਤੌਰ ਤੇ ਕੋਈ ਸਹਿਮਤ ਨਹੀਂ ਹੈਗੀ। ਪਹਿਲੀ ਗੱਲ ਤਾਂ ਇਹ ਹੈ ਕਿ ਉਹ ਇੱਕ ਬੰਦੇ ਦੀ ਗੱਲ ਹੈ, ਪੰਜਾਬੀ ਯੂਨੀਵਰਸਿਟੀ ਨਹੀਂ ਹੈ। ਪੰਜਾਬੀ ਯੂਨੀਵਰਸਿਟੀ ਅਧਿਆਪਕ ਹੈ, ਮੈਂ ਵੀ ਪੰਜਾਬੀ ਯੂਨੀਵਰਸਿਟੀ ਅਧਿਆਪਕ ਹਾਂ, ਮੇਰਾ ਵੀ ਪੇਪਰ ਛਪੇ ਹੋਏ ਨੇ ਇਸ ਗੱਲ ਦੇ ਉੱਪਰ, ਤੇ ਇਹ ਵੀ ਮੇਰੀ ਸੰਸਥਾਈ ਰਾਏ ਨਹੀਂ ਹੈਗੀ। ਸੰਸਥਾ ਹੋਰ ਤਰ੍ਹਾਂ ਨਾਲ ਗੱਲ ਕਰਦੀ ਹੈ, ਹੋਰ ਤਰ੍ਹਾਂ ਨਾਲ ਉਹ ਉਦੋਂ ਗੱਲ ਬਣੂਗੀ ਜਦੋਂ ਅਸੀਂ ਉਹਨਾਂ ਸ਼ਬਦਾਂ ਨੂੰ ਕੋਸ਼ਾਂ ਦੇ ਵਿੱਚ ਦਰਜ ਕਰ ਦੋਗੇ। ਫਿਰ ਤੁਸੀਂ ਕਹੋਗੇ ਕਿ ਪੰਜਾਬੀ ਯੂਨੀਵਰਸਿਟੀ ਨੇ ਆਹ ਫਲਾਣੇ ਸ਼ਬਦ ਆਪਣੇ ਕੋਸ਼ ਦੇ ਵਿੱਚ ਦਰਜ ਕਰਤੇ ਜਿਹੜੇ ਕਿ ਵਿਗਿਆਨ ਦੇ ਪੱਖੋਂ ਪੜ੍ਹਨਯੋਗ ਨਹੀਂ ਹੈਗੇ। ਇੱਕ ਗੱਲ ਇਹ ਹੈਗੀ ਹੈ ਕਿ ਇੱਕ ਪੰਜਾਬ ਸਰਕਾਰ ਨੇ ਕੋਸ਼ ਬਣਾਏ ਸੀਗੇ ਜਿਹੜੇ ਕਿ ਤਕਨੀਕੀ ਸ਼ਬਦਾਵਲੀ ਕੋਸ਼ ਸੀਗੇ। ਉਹਨਾਂ ਸਾਰੇ ਕੋਸ਼ਾਂ ਦੇ ਵਿੱਚ ਇਸ ਕਿਸਮ ਦੇ ਯਤਨ ਹੋਏ ਹੋਏ ਸੀ ਜਿਹੜੇ ਤੁਸੀਂ ਕਹਿ ਰਹੇ ਹੋ। ਉਹ ਬਾਅਦ ਦੇ ਵਿੱਚ ਬਹੁਤ ਸਾਰੀਆਂ ਪਾਠ ਪੁਸਤਕਾਂ ਦੇ ਵਿੱਚ ਉਹਨਾਂ ਨੂੰ ਅਪਣਾਇਆ ਗਿਆ ਤੇ ਉਹ ਗੱਲਾਂ ਪ੍ਰਚਲਿਤ ਨਹੀਂ ਹੋਈਆਂ। ਅਖੀਰ ਨੂੰ ਉਹ ਜਿਹੜਾ ਮਾਧਿਅਮ ਦਾ ਮਸਲਾ ਸੀਗਾ ਉਹ ਇਸ ਕਰਕੇ ਵੀ ਠੀਕ ਤਰੀਕੇ ਨਾਲ ਲਾਗੂ ਨਹੀਂ ਹੋ ਸਕਿਆ। ਮੈਂ ਪਿਛਲੇ ਘੱਟੋ ਘੱਟ 15 ਸਾਲ ਤੋਂ ਇਹ ਕਹਿ ਰਿਹਾ ਕਿ ਸਾਡੀਆਂ ਜਿਹੜੀਆਂ ਪਾਠ ਪੁਸਤਕਾਂ ਨੇ ਉਹ ਇਸ ਪੱਧਰ ਦੀਆਂ ਹੋਣੀਆਂ ਚਾਹੀਦੀਆਂ ਨੇ ਕਿ ਤਕਨੀਕੀ ਸ਼ਬਦਾਵਲੀ ਮੰਨ ਲਈ ਜਾਵੇ, ਜਿਹੜੀ ਅੰਤਰਰਾਸ਼ਟਰੀ ਵਿਗਿਆਨਕ ਸ਼ਬਦਾਵਲੀ ਹੈ ਉਸ ਨੂੰ ਅਪਣਾ ਲਿਆ ਜਾਵੇ। ਤੇ ਮੇਰੀ ਰਾਏ ਵੀ ਪੰਜਾਬੀ ਯੂਨੀਵਰਸਿਟੀ ਦੇ ਹੀ ਇੱਕ ਅਧਿਆਪਕ ਦੀ ਰਾਏ ਹੈ। ਦੂਸਰੀ ਚੀਜ਼ ਜਿਹੜੀ ਕਿ ਵੀ ਬੋਲਦੇ ਨਹੀਂ ਹੈਗੇ। ਤੁਸੀਂ ਇਹ ਦੱਸੋ ਕਿ ਬੋਲਦਾ ਕੌਣ ਹੈ? ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਅਕੈਡਮੀ, ਜਿੱਥੇ ਸਾਰੀ ਯੂਨੀਵਰਸਿਟੀਆਂ ਦੇ ਜਿੰਨੇ ਲੇਖਕ ਨੇ, ਪ੍ਰੋਫੈਸਰ ਨੇ, ਸਾਰੇ ਉਹ 'ਚ ਸ਼ਾਮਿਲ ਨੇ।
ਜਿਹੜੀ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਜਿਹੜਾ ਪ੍ਰੋਫੈਸਰ ਹੈ, ਉਹ ਜਿਹੜਾ ਪ੍ਰਧਾਨ ਹੈ, ਉਹ ਡਾਕਟਰ ਸਰਬਜੀਤ ਸਿੰਘ, ਉਹ ਪੰਜਾਬ ਯੂਨੀਵਰਸਿਟੀ ਦਾ ਅਧਿਆਪਕ ਹੈ। ਅਸੀਂ ਜਦੋਂ ਵੀ ਕੋਈ ਇਸ ਕਿਸਮ ਦਾ ਫੈਸਲਾ ਹੁੰਦਾ ਹੈ ਤਾਂ ਕੇਂਦਰੀ ਸਭਾ ਤੇ ਜਿੰਨੀਆਂ ਪੰਜਾਬੀ ਸਾਹਿਤ ਨਾਲ, ਪੰਜਾਬੀ ਭਾਸ਼ਾ ਦੇ ਅਧਿਆਪਨ ਨਾਲ ਜੁੜੀਆਂ ਹੋਈਆਂ ਜਿੰਨੀਆਂ ਸੰਸਥਾਵਾਂ ਨੇ, ਉਹ ਸਾਰੀਆਂ ਸੰਸਥਾਵਾਂ ਬੋਲਦੀਆਂ ਨੇ, ਸਾਰੇ ਅਧਿਆਪਕ ਬੋਲਦੇ ਨੇ। ਕੋਈ ਨਹੀਂ ਡਰਦਾ ਹੈਗਾ ਸਰਕਾਰ ਤੋਂ। ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਕਿ ਹਮਲਾ ਜਿਹੜਾ ਹੈਗਾ, ਜਦ ਮੈਂ ਨਹੀਂ ਕਹਿੰਦਾ ਕਿ ਲੋਕਾਂ ਵਾਂਗੂ ਕਿ ਪੰਜਾਬੀ ਨੂੰ ਖਤਰਾ ਹੈ ਨਹੀਂ, ਪੰਜਾਬ ਨੂੰ, ਪੰਜਾਬੀ ਨੂੰ ਰਾਜ ਤੋਂ ਵੀ ਖਤਰਾ ਹੈ। ਯੋਜਨਾਬੰਦੀ ਹੋਰ ਕੀ ਹੁੰਦੀ ਹੈ? ਯੋਜਨਾਬੰਦੀ ਸਰਕਾਰਾਂ ਦੀ ਹੁੰਦੀ ਹੈ, ਯੋਜਨਾਬੰਦੀ ਕਾਰਪੋਰੇਟਾਂ ਦੀ ਵੀ ਹੁੰਦੀ ਹੈ। ਅੰਤਰਰਾਸ਼ਟਰੀ ਪੱਧਰ ਦੇ ਉੱਪਰ ਵੱਖਰੀਆਂ ਯੋਜਨਾਬੰਦੀਆਂ ਨੇ, ਸਾਡੇ ਕੇਂਦਰ ਸਰਕਾਰ ਦੀਆਂ ਵੱਖਰੀਆਂ ਯੋਜਨਾਵਾਂ ਨੇ, ਤੇ ਪੰਜਾਬ ਸਰਕਾਰ ਦੇ ਵਿੱਚ ਆਪਣੀ ਭਾਸ਼ਾ ਨੂੰ ਨੁਕਸਾਨ ਕਰਨ ਦੀਆਂ ਵੱਖਰੀਆਂ ਯੋਜਨਾਵਾਂ ਨੇ। ਤੇ ਜਿੱਥੇ ਵੀ ਕਿਤੇ ਕੋਈ ਫੈਸਲਾ ਹੁੰਦਾ ਹੈ, ਮੈਂ ਜ਼ਿੰਮੇਵਾਰੀ ਨਾਲ ਕਹਿਣਾ ਕਿ ਪੰਜਾਬ ਦੇ ਲੇਖਕ, ਪੰਜਾਬ ਦੇ ਪੰਜਾਬੀ ਨਾਲ ਜੁੜੇ ਹੋਏ ਜਿਹੜੇ ਅਧਿਆਪਕ ਨੇ, ਉਹ ਸਾਰੇ ਹੀ ਇੱਕ ਸੁਰ ਹੋ ਕੇ ਉਹਨਾਂ ਸਾਰੀਆਂ ਚੀਜ਼ਾਂ ਦਾ ਵਿਰੋਧ ਕਰਦੇ ਨੇ, ਦਰਜ ਕਰਦੇ ਨੇ। ਕੋਈ ਨਹੀਂ ਡਰਦਾ ਇਸ ਗੱਲ ਤੋਂ ਕਿ ਮੈਨੂੰ ਫਲਾਂ ਮੇਰਾ, ਇਹ 2 ਬੰਦੇ ਹੋਣਗੇ, 4 ਬੰਦੇ ਹੋਣਗੇ ਜਿਨ੍ਹਾਂ ਨੇ ਕੋਈ ਇਸ ਗੱਲ ਤੋਂ ਲਾਭ ਲੈਣਾ ਹੋਊਗਾ, ਪਰ ਪੰਜਾਬੀ ਦਾ ਜਿਹੜਾ ਅਧਿਆਪਕ ਹੈਗਾ, ਪੰਜਾਬੀ ਯੂਨੀਵਰਸਿਟੀ ਦਾ ਅਧਿਆਪਕ, ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਅਧਿਆਪਕ, ਸਾਰੇ ਹੀ ਇੱਕ ਸੁਰ ਹੋ ਕੇ ਉਹਨਾਂ ਸਾਰੀਆਂ ਧਾਰਨਾਵਾਂ ਦਾ ਵਿਰੋਧ ਕਰਦੇ ਨੇ। ਤੁਸੀਂ ਅਖਬਾਰਾਂ ਪੜ੍ਹ ਲਿਆ ਕਰੋ ਪੰਜਾਬੀ ਦੀਆਂ, ਉਹਦੇ ਵਿੱਚ ਬੜਾ ਸਾਫ਼ ਸਪਸ਼ਟ ਤੌਰ ਤੇ ਜਦੋਂ CBSE ਨੇ ਫੈਸਲਾ ਲਿਆ, ਉਦੋਂ ਵੀ ਜਦੋਂ ਇਹ ਦੂਰਦਰਸ਼ਨ ਦਾ ਮਸਲਾ ਖੜਾ ਹੋਇਆ ਕਿ ਉਹਦੇ ਵਿੱਚ ਖਬਰਾਂ ਦਾ ਜਿਹੜਾ ਹੈਗਾ ਕਿੱਥੋਂ ਹੋਇਆ ਕਰਨਗੀਆਂ, ਤੇ ਉਦੋਂ ਵੀ ਇਸ ਗੱਲ ਦਾ ਪੰਜਾਬ ਦੇ ਲੇਖਕਾਂ ਨੇ, ਪੰਜਾਬ ਦੇ ਅਧਿਆਪਕਾਂ ਨੇ ਬੜਾ ਪੁਰਜ਼ੋਰ ਵਿਰੋਧ ਕੀਤਾ। ਤੇ ਜੇ ਕੁਝ ਗੱਲਾਂ ਟਿਕੀਆਂ ਹੋਈਆਂ ਨੇ, ਨਹੀਂ ਵਿਗੜ ਰਹੀਆਂ, ਉਹਦੇ ਵਿੱਚ ਇਹਨਾਂ ਦਾ ਆਪਣਾ ਯੋਗਦਾਨ ਹੈ। ਇਹਨਾਂ ਨੂੰ ਆਪਾਂ ਨੂੰ ਮੰਨਣਾ ਵੀ ਚਾਹੀਦਾ ਵੀ ਇਹ ਗੱਲ ਇਸ ਤਰ੍ਹਾਂ ਨਾਲ ਚੱਲਦੀ ਰਹਿੰਦੀ ਹੈ ਤੇ ਲਗਾਤਾਰ ਜ਼ੋਰ ਲੱਗਿਆ ਰਹਿੰਦਾ ਇਸ ਗੱਲ ਤੇ। ਡਾਕਟਰ ਸਾਹਿਬ, ਮੈਂ ਜਿਹੜਾ ਸਵਾਲ ਲੈਣਾ ਚਾਹੁੰਦਾ ਸੀ ਉਹ ਇਹ ਸੀਗਾ ਕਿ ਕਈ ਬੋਲੀਆਂ ਭਾਸ਼ਾਵਾਂ ਰਿਜ਼ਕ ਨਾਲ ਜੁੜੀਆਂ ਹੋਈਆਂ ਹੁੰਦੀਆਂ ਨੇ, ਮੰਡੀ ਨਾਲ ਜੁੜੀਆਂ ਹੁੰਦੀਆਂ ਨੇ। ਕੀ ਮੰਡੀ ਨਾਲ ਜੁੜੀ ਭਾਸ਼ਾ ਜਾਂ ਬੋਲੀ ਬਾਕੀਆਂ ਭਾਸ਼ਾਵਾਂ, ਬੋਲੀਆਂ ਤੇ ਹਮਲਾਵਰ ਹੁੰਦੀ ਆ? ਦੇਖੋ, ਜਿਹੜਾ ਇਹ ਮੰਡੀ ਦਾ ਨਾ, ਮੰਡੀ ਦੀ ਸਮਝ ਵੀ ਇੱਕ ਪਾਸੇ ਆਪਾਂ ਨੂੰ ਨਹੀਂ ਬਣਾਉਣੀ ਚਾਹੀਦੀ। ਗਰਗ ਸਾਹਿਬ ਬੈਠੇ ਨੇ, ਗਰਗ ਸਾਹਿਬ ਤੁਹਾਨੂੰ ਬਿਹਤਰ ਦੱਸ ਸਕਦੇ ਨੇ ਕਿ ਕਹਿ ਲਓ ਕਿ ਜਿਹੜੀ ਮੈਡੀਕਲ ਸਾਰੀ ਹੈਗੀ ਆ, ਜੋ ਅਸੀਂ ਸੇਵਾਵਾਂ ਦਿੰਨੇ ਆ, ਉਹ ਵੀ ਇੱਕ ਤਰ੍ਹਾਂ ਦੀ ਵੱਡੀ ਮਾਰਕੀਟ ਹੈ। ਉੱਥੇ ਦੇਖੋ, ਉੱਥੇ ਕੋਈ ਡਾਕਟਰ ਸਫਲ ਨਹੀਂ ਹੋ ਸਕਦਾ। ਆਪ ਵੀ ਇਸ ਗੱਲ ਨੂੰ ਕਹਿੰਦੇ ਨੇ ਬਾਰ-ਬਾਰ, ਜਦੋਂ ਉਹ ਆਪਣੇ ਜਿਹੜੇ ਹੈਗੇ ਨੇ ਉਹਦੇ ਮਰੀਜ਼ ਨੇ, ਉਹਨਾਂ ਨਾਲ ਠੀਕ ਤਰੀਕੇ ਨਾਲ ਗੱਲਬਾਤ ਨਹੀਂ ਕਰ ਸਕੂਗਾ, ਸਮਝ ਨਹੀਂ ਸਕੂਗਾ, ਸਮਝਾ ਨਹੀਂ ਸਕੂਗਾ, ਕਾਮਯਾਬ ਨਹੀਂ ਹੋ ਸਕਦਾ। ਤਾਂ ਇਹ ਗੱਲਾਂ ਇਹ ਨਹੀਂ ਆ ਕਿ ਮੰਡੀ ਜਿਹੜੀ ਹੈਗੀ ਆ ਉਹ ਇੱਕ ਮੰਡੀ ਬਣਾਈ ਵੀ ਜਾਂਦੀ ਹੁੰਦੀ ਹੈ। ਤੇ ਜੇ ਆਪ ਕਹੀਏ ਕਿ ਅਧਿਆਪਕ ਨੇ, ਜੇ ਤੁਸੀਂ ਪੰਜਾਬੀ ਦੇ ਅਧਿਆਪਕ ਜਿਹੜੇ ਹੈਗੇ ਨੇ ਉਹਨਾਂ ਦੀ ਆਪਾਂ ਗੱਲ ਕਰਾਂਗੇ ਕਿ ਪੰਜਾਬੀ ਠੀਕ ਅਧਿਆਪਕ ਪੜ੍ਹਾਉਣ, ਤਾਂ ਮੈਨੂੰ ਯਾਦ ਹੈ ਕਿ ਜਦੋਂ ਮੈਂ MA ਕੀਤੀ ਤੇ ਮੇਰੇ ਨਾਲ ਇੱਕ ਬੰਦਾ ਆ ਕੇ ਰਿਸਰਚ ਸਕਾਲਰ ਉਹਨੇ ਜੁਆਇਨ ਕੀਤਾ, ਤੇ ਉਹ ਸੀਗਾ MSc MA ਛੱਡ ਕੇ ਆਇਆ, ਫਿਜ਼ਿਕਸ ਦੀ MSc ਛੱਡ ਕੇ, ਇਸ ਕਰਕੇ ਪੰਜਾਬੀ ਦੇ MA ਕਰਨ ਲੱਗ ਗਿਆ ਤੇ ਮੁੜ ਕੇ ਉਹ JRF ਬਣਿਆ UGC ਦਾ, ਕਿਉਂਕਿ ਪੰਜਾਬੀ ਦੇ ਵਿੱਚ ਉਹਨਾਂ ਦਿਨਾਂ 'ਚ ਨੌਕਰੀਆਂ ਬਹੁਤ ਸੀਗੀਆਂ। ਤੇ ਉਹਨੂੰ ਅਸੀਂ ਪੁੱਛਣਾ ਵੀ ਇਹ ਕੀ ਗੱਲ ਹੋ ਗਈ, ਉਹ ਕਹਿੰਦਾ ਵੀ ਫਿਜ਼ਿਕਸ ਦੀਆਂ ਨੌਕਰੀਆਂ ਤਾਂ ਪੰਜਾਬ ਦੇ ਵਿੱਚ ਬਹੁਤ ਥੋੜੀਆਂ ਨੇ, ਪੰਜਾਬੀ ਦੀਆਂ ਬਹੁਤ ਜ਼ਿਆਦਾ ਨੇ। ਇਹਦਾ ਮਤਲਬ ਮੰਡੀ ਜਿਹੜੀ ਹੈਗੀ ਆ ਉਹ ਸਿਰਫ ਇਹ ਨਹੀਂ ਕਿ ਅੰਗਰੇਜ਼ੀ ਦੇ ਵਿੱਚ ਮੰਡੀ ਆ। ਹੁਣ ਤਾਂ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਜਿਹੜੇ ਕਿ ਗੂਗਲ ਦੇ ਰਾਹੀਂ ਅਨੁਵਾਦ ਦੀਆਂ ਜਿੰਨੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਨੇ, ਜਿਹੜੀ ਮਸ਼ੀਨ ਟਰਾਂਸਲੇਸ਼ਨ ਅਸੀਂ ਕਹਿੰਦੇ ਆ, ਮਸ਼ੀਨ ਟਰਾਂਸਲੇਸ਼ਨ ਦਾ ਜਿਹੜਾ ਸਾਰਾ ਢਾਂਚਾ ਹੈਗਾ ਉਹ ਕਿਸੇ ਸਰਕਾਰੀ ਅਦਾਰੇ ਨੇ ਨਹੀਂ ਬਣਾਇਆ ਹੈਗਾ, ਉਹ ਸਾਰਾ ਪ੍ਰਾਈਵੇਟ ਮੰਡੀ ਦੇ ਵੱਲੋਂ ਹੀ ਖੜਾ ਕੀਤਾ ਜਾ ਰਿਹਾ ਹੈ। ਤੇ ਜਿੰਨੀਆਂ ਅਸੀਂ ਟਾਈਪਿੰਗ ਦੀਆਂ, ਟਾਈਪ ਕਰਨ ਵਾਸਤੇ ਜਿਹੜੀਆਂ ਵਰਤਦੇ ਆ, ਐਪਲੀਕੇਸ਼ਨਾਂ ਵਰਤਦੇ ਆ, ਉਹ ਸਾਰੀਆਂ ਐਪਲੀਕੇਸ਼ਨਾਂ ਵੀ ਬਹੁਤ ਸਾਰੀਆਂ ਇਸੇ ਤਰ੍ਹਾਂ ਨਾਲ ਨਿੱਜੀ ਖੇਤਰ ਦੇ ਵਿੱਚੋਂ ਆ ਰਹੀਆਂ ਨੇ। ਉਹ ਪੰਜਾਬ ਦੇ ਬੰਦੇ ਤੱਕ ਪਹੁੰਚਣ ਵਾਸਤੇ ਮੰਡੀ ਆਪਣੇ ਤਰੀਕੇ ਨਾਲ ਪੰਜਾਬੀ ਦੇ ਵਿਕਾਸ ਦੇ ਵਾਸਤੇ ਕੰਮ ਵੀ ਕਰਦੀ ਹੈ। ਪਰ ਜਿਹੜੀ ਸਰਕਾਰੀ ਯੋਜਨਾਬੰਦੀ ਆ ਉਹ ਜ਼ਿਆਦਾ ਮਹੱਤਵਪੂਰਨ ਚੀਜ਼ ਬਣ ਜਾਂਦੀ ਆ, ਕਿਉਂਕਿ ਸਰਕਾਰੀ ਯੋਜਨਾਬੰਦੀ ਦੇ ਰਾਹੀਂ ਅਸੀਂ ਸੁਚੇਤ ਤੌਰ ਤੇ ਕਈ ਵਾਰ ਭਾਸ਼ਾਵਾਂ ਨੂੰ ਪਹਿਲ ਦੂਜ ਤੀਜ ਬਣਾ ਦਿੰਦੇ ਆ। ਮੈਂ ਤੁਹਾਨੂੰ ਉਦਾਹਰਨ ਦਿੰਦਾ, ਮੈਂ ਲੁਧਿਆਣੇ ਸ਼ਹਿਰ ਦੇ ਵਿੱਚ PAU ਦੇ ਵਿੱਚ ਰਹਿੰਦਾ ਸੀ, ਤੇ ਮੇਰੇ ਨਾਲ ਘਰ ਦੇ ਵਿੱਚ ਹੀ ਇੱਕ ਗੁਰਸਿੱਖ ਪਰਿਵਾਰ, ਉਹ ਇੱਕ ਵਿਗਿਆਨ ਦਾ ਅਧਿਆਪਕ ਸੀਗਾ ਤੇ ਉਹ ਰਹਿੰਦਾ ਸੀਗਾ। ਜਦੋਂ ਮੈਂ ਪਿਛਲੇ ਪਾਸੇ ਆਪਣੇ ਅਸੀਂ ਬੈਠਣਾ ਉੱਥੇ ਵਿਹੜੇ ਦੇ ਵਿੱਚ, ਤਾਂ ਉੱਥੇ ਮੈਨੂੰ ਉਸ ਪਾਸਿਓਂ ਹਿੰਦੀ ਬੋਲਣ ਦੀਆਂ ਜਿਹੜੀਆਂ ਨੇ ਉਹ ਆਵਾਜ਼ਾਂ, ਹਿੰਦੀ ਬੋਲਦੇ ਹੋਏ ਸੁਣਨਾ ਪਰਿਵਾਰ ਨੂੰ। ਸਾਰੇ ਹੀ ਗੁਰਸਿੱਖ ਪਰਿਵਾਰ ਸੀ, ਬੱਚੇ ਵੀ ਉਹਨਾਂ ਦੇ ਗੁਰਸਿੱਖ ਸੀਗੇ, ਸਾਰੇ ਹਿੰਦੀ ਬੋਲ ਰਹੇ ਹੁੰਦੇ। ਮੈਨੂੰ ਅੱਕ ਕੇ ਤੇ ਇਸ ਗੱਲ ਦੇ ਵਿੱਚ ਗੁੱਸੇ ਹੋ ਕੇ ਮੈਨੂੰ ਅੰਦਰ ਜਾਣਾ ਪੈਂਦਾ ਕਿ ਮੈਂ ਬਰਦਾਸ਼ਤ ਨਹੀਂ ਸੀ ਕਰ ਸਕਦਾ। ਇਹਦਾ ਮਤਲਬ ਹੁਣ ਉਹਨਾਂ ਨੂੰ ਲੱਗਦਾ ਪਿਆ ਕਿ ਹਿੰਦੀ ਤੇ ਜਿਹੜੀ ਅੰਗਰੇਜ਼ੀ ਆ ਉਹ ਸਿਖਾ ਕੇ ਅਸੀਂ ਮੰਡੀ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ। ਇੱਕ ਗੱਲ ਜਿਹੜੀ ਪ੍ਰੋਫੈਸਰ ਜੋਗਾ ਸਿੰਘ ਹੀ ਠੀਕ ਕਹਿੰਦੇ ਹੁੰਦੇ ਨੇ, ਜਿਹੜੀ ਕੁਝ ਗੱਲਾਂ ਗਲਤ ਵੀ ਹੁੰਦੀਆਂ ਨੇ, ਕੁਝ ਠੀਕ ਵੀ ਹੁੰਦੀਆਂ ਨੇ, ਉਹਨਾਂ ਵਿੱਚੋਂ ਕਹਿੰਦੇ ਹੁੰਦੇ ਨੇ ਕਿ ਜਾਂ ਇਹ ਵਿਗਿਆਨਕ ਤੌਰ ਤੇ ਇਕੱਲੇ ਜੋਗਾ ਸਿੰਘ ਦੀ ਗੱਲ ਨਹੀਂ, ਵਿਗਿਆਨਕ ਤੌਰ ਤੇ ਪ੍ਰਤਿਆਈ ਹੋਈ ਗੱਲ ਹੈ ਕਿ ਜੇ ਤੁਸੀਂ ਅੰਗਰੇਜ਼ੀ ਵੀ ਸਿੱਖਣੀ ਆ ਠੀਕ ਤਰੀਕੇ ਨਾਲ, ਜਿਵੇਂ ਗਰਗ ਸਾਹਿਬ ਨੇ ਕਿਹਾ ਕਿ ਉਹਨਾਂ ਨੇ 11ਵੀਂ ਤੱਕ 10ਵੀਂ ਤੱਕ ਅੰਗਰੇਜ਼ੀ ਮਾਧਿਅਮ ਪੜ੍ਹੇ, 11ਵੀਂ ਤੱਕ ਵਿਗਿਆਨ ਸਾਰਾ ਉਹਨਾਂ ਨੇ ਪੜ੍ਹਿਆ, ਅਸੀਂ ਵੀ ਸਾਰੇ ਉਵੇਂ ਹੀ ਪੜ੍ਹੇ। ਮੈਨੂੰ ਖੁਦ ਨੂੰ ਬਹੁਤ ਜ਼ਿਆਦਾ ਦਿੱਕਤ ਨਹੀਂ ਆਉਂਦੀ। ਮੈਂ ਅਲੀਗੜ੍ਹ ਯੂਨੀਵਰਸਿਟੀ ਦੇ ਵਿੱਚ ਵੀ ਪੜ੍ਹਾਇਆ, ਜਿਹੜਾ ਕਿ ਸਾਰਾ ਹੀ ਅੰਗਰੇਜ਼ੀ ਬੋਲਣ ਵਾਲਾ ਵਿਭਾਗ ਸੀਗਾ। ਮੈਂ ਪੰਜਾਬੀ ਦਾ ਵਿਦਿਆਰਥੀ ਰਿਹਾ, ਪੰਜਾਬੀ ਹੀ ਸਾਰੀ
ਉਮਰ ਅਸੀਂ, ਪਰ ਕਿਉਂਕਿ ਤੁਸੀਂ ਪਹਿਲੀਆਂ ਆਪਣੀਆਂ ਜਦੋਂ ਕਲਾਸਾਂ ਕਰ ਲਈਆਂ ਪੰਜਾਬੀ ਦੇ ਵਿੱਚ ਕਰ ਲਈਆਂ, ਤੁਹਾਡੀ ਭਾਸ਼ਾ ਦਾ ਜਿਹੜਾ ਵੱਜ ਗਿਆ, ਤੁਹਾਡਾ ਜਿਹੜਾ ਆਧਾਰ ਸੀਗਾ, ਉਸ ਤੋਂ ਬਾਅਦ ਤੁਸੀਂ ਕੋਈ ਵੀ ਦੂਜੀ ਭਾਸ਼ਾ ਆਸਾਨੀ ਨਾਲ ਸਿੱਖ ਸਕਦੇ ਹੋ। ਤੇ ਪਿਆਰੇ ਲਾਲ ਗਰਗ ਜੀ ਤੇ ਇਹਨਾਂ ਦੀ ਪੀੜ੍ਹੀ ਦੇ ਬਹੁਤ ਸਾਰੇ ਲੋਕ ਮੈਂ ਜਾਣਦਾ, ਮੇਰੇ ਅਧਿਆਪਕ ਸੀ ਜਿਹੜੇ ਵਿਗਿਆਨ ਕਹਿੰਦੇ, ਅਸੀਂ ਤਾਂ ਜੀ 11ਵੀਂ 12ਵੀਂ ਤੱਕ ਸਾਇੰਸ ਪੜ੍ਹੀ ਸੀ ਪੰਜਾਬੀ ਦੇ ਵਿੱਚ ਹੀ, ਬਾਅਦ 'ਚ ਅਸੀਂ BSc MSc ਕੀਤੀ, ਸਾਨੂੰ ਕੋਈ ਦਿੱਕਤ ਨਹੀਂ ਆਈ। ਉਹਨਾਂ ਨੂੰ ਨਹੀਂ ਦਿੱਕਤ ਆਊਗੀ ਕਿਉਂਕਿ ਅਸੀਂ ਪਹਿਲੀ ਜਮਾਤ ਤੋਂ ਬੰਦੇ ਨੂੰ ਹਿਲਾਤਾ, ਪਹਿਲੀ ਜਮਾਤ ਤੋਂ ਬੱਚੇ ਨੂੰ ਕਹਿਤਾ ਕਿ ਤੂੰ ਪੰਜਾਬੀ ਨਹੀਂ ਬੋਲਣੀ। ਅਸੀਂ ਉਹਦਾ ਜਿਹੜਾ ਆਧਾਰ ਵੱਜਣਾ ਸੀਗਾ ਆਪਣੀ ਭਾਸ਼ਾ ਦਾ, ਵਾਕ ਜਿਹੜਾ ਉਹਦੇ ਕੋਲ, ਦੇਖੋ ਬੱਚਾ ਜਦੋਂ ਸਕੂਲ ਪੜ੍ਹਨ ਜਾਂਦਾ ਉਹਦੇ ਕੋਲ ਆਪਣਾ ਵਾਕ ਹੁੰਦਾ ਹੈ ਬਣਿਆ ਹੋਇਆ, ਉਹਨੇ ਅਮੀਰ ਹੋਣਾ ਹੁੰਦਾ ਹੈ, ਉਹਨੇ ਵਿਸਤਾਰ ਹਾਸਲ ਕਰਨਾ ਹੁੰਦਾ ਹੈ, ਤੇ ਉਸ ਵਾਕ ਦੀ ਸ਼ਬਦਾਵਲੀ ਨੇ ਵੱਡਾ ਹੋਣਾ ਹੁੰਦਾ ਹੈ। ਅਸੀਂ ਉਹਨੂੰ ਪਾਤਾ ਸਕੂਲ ਦੇ ਵਿੱਚ, ਉੱਥੇ ਉਹਨੂੰ ਬੰਦ ਕਰਤਾ, ਉਹਨੂੰ ਸ਼ਬਦਾਵਲੀ ਵੀ ਅੰਗਰੇਜ਼ੀ ਦੀ ਸਿਖਾਉਣੀ ਸ਼ੁਰੂ ਕਰਤੀ, ਵਾਕ ਇੱਕ ਉਹਦੇ ਉੱਪਰ ਹੋਰ ਥੋਪਤਾ ਕਿ ਉਹ ਸਿੱਖੇ, ਇੱਕ ਦੀ ਬਜਾਏ ਦੋ ਥੋਪਤੇ। ਉਹ ਆਪਣੀ ਭਾਸ਼ਾ ਜਿਹੜੀ ਸਿੱਖ ਕੇ ਸਕੂਲ ਵੜਿਆ ਹੁੰਦਾ ਹੈ, ਉਹ ਭਾਸ਼ਾ ਗਵਾਉਣੀ ਸ਼ੁਰੂ ਕਰ ਦਿੰਦਾ, ਉਹਦਾ ਵਾਕ ਗੜਬੜਾ ਜਾਂਦਾ ਹੈ। ਉਸ ਮਾਤ ਭਾਸ਼ਾ ਦੇ ਵਾਕ ਦੇ ਸਿਰ ਦੇ ਉੱਪਰ ਹੀ ਅਗਲੇ ਵਾਕ ਨੇ ਬਣਨਾ ਹੁੰਦਾ, ਅਗਲੇ ਵਾਕ ਦੀ ਪੂਰੀ ਜਿਹੜੀ ਵਿਉਂਤ ਹੈ ਉਹਨੂੰ ਤਾਂ ਉਹਦੇ ਕੋਲ ਉਹਦੇ ਪਕੜ ਦੇ ਵਿੱਚ ਆਉਂਦੀ ਹੈ, ਕਿਉਂਕਿ ਅਸੀਂ ਇਸ ਤਰ੍ਹਾਂ ਕਰ ਲਿਆ। ਇਸ ਕਰਕੇ ਅਸੀਂ ਉਸ ਚੀਜ਼ ਨੂੰ ਗਵਾ ਲਿਆ। ਤਾਂ ਇਸ ਕਰਕੇ ਅਸੀਂ ਜਿਹੜਾ ਸਾਡਾ ਵਿਦਿਅਕ ਪ੍ਰਬੰਧ ਹੈ, ਜੇ ਉਹਦੇ ਵਿੱਚ ਇਸ ਗੱਲ ਤੇ ਜ਼ੋਰ ਨਹੀਂ ਦੇਵਾਂਗੇ ਕਿ ਮੁੱਢਲੇ ਪੱਧਰ ਦੇ ਉੱਪਰ ਜੇ ਬੰਦਿਆਂ ਨੂੰ ਪੰਜਾਬੀ ਠੀਕ ਤਰੀਕੇ ਨਾਲ ਸਿਖਾਈ ਜਾਊਗੀ ਤਾਂ ਅੰਗਰੇਜ਼ੀ ਵੀ ਠੀਕ ਤਰੀਕੇ ਨਾਲ ਉਹ ਸਿੱਖ ਸਕਣਗੇ। ਅਸੀਂ ਕਹਿੰਦੇ ਹਾਂ ਕਿ ਦੁਨੀਆ ਭਰ ਦੀਆਂ ਭਾਸ਼ਾਵਾਂ, ਅੰਗਰੇਜ਼ੀ ਹੀ ਕਿਉਂ, ਹੋਰ ਭਾਸ਼ਾਵਾਂ ਸਿੱਖੀਆਂ ਜਾ ਸਕਦੀਆਂ ਨੇ। ਜਿਹੜੀ ਵੀ ਕਿਤੇ ਦੁਨੀਆ ਦੇ ਵਿੱਚ ਜਿੰਨੀਆਂ ਭਾਸ਼ਾਵਾਂ ਮੌਜੂਦ ਨੇ, ਜਿੰਨੀਆਂ ਬੰਦਾ ਸਿੱਖੇ ਉਨਾ ਚੰਗਾ ਮੰਨਿਆ ਜਾਂਦਾ, ਪਰ ਉਹ ਤਾਂ ਸਿੱਖੂਗਾ ਜੇ ਉਹਦੇ ਕੋਲ ਆਪਣੀ ਭਾਸ਼ਾ ਹੋਊਗੀ। ਅੰਗਰੇਜ਼ੀ ਵੀ ਤਾਂ ਬਿਹਤਰ ਆਊਗੀ ਜੇ ਉਹਦੇ ਕੋਲ ਆਪਣੀ ਭਾਸ਼ਾ ਹੋਊਗੀ। ਇਸ ਗੱਲ ਦੇ ਜਿਹੜੇ ਵਿਗਿਆਨਕ ਪ੍ਰਬੰਧ ਕਰਨ ਦੀ ਬਜਾਏ ਅਸੀਂ ਇਸ ਸਾਰੇ ਕੁਝ ਨੂੰ ਅਖੌਤੀ ਮੰਡੀ ਦੇ ਆਸਰੇ ਛੱਡ ਕੇ ਕਿ ਨਹੀਂ ਜੀ ਸਾਨੂੰ ਤਾਂ ਅੰਗਰੇਜ਼ੀ ਦੀ ਲੋੜ ਹੈ ਤੇ ਅਸੀਂ ਪੰਜਾਬੀ ਤੋਂ ਦੂਰ ਕਰ ਦਈਏ, ਤਾਂ ਅਸੀਂ ਬੁਨਿਆਦੀ ਤੌਰ ਤੇ ਅੰਗਰੇਜ਼ੀ ਵੀ ਸਿੱਖਣ ਦੇ ਵਿੱਚ ਬੰਦੇ ਨੂੰ ਕਾਬਲ ਨਹੀਂ ਰਹਿਣ ਦਿੰਦੇ ਹੈਗੇ, ਬੰਦੇ ਨੂੰ ਇਸ ਗੱਲ ਦੇ ਯੋਗਾ ਛੱਡਦੇ ਹੀ ਨਹੀਂ ਕਿ ਉਹ ਠੀਕ ਅੰਗਰੇਜ਼ੀ ਸਿੱਖ ਸਕੇ। ਬਿਲਕੁਲ। ਗਰਗ ਸਾਹਿਬ, ਜਿਸ ਤਰੀਕੇ ਨਾਲ ਆਪਾਂ ਆਲੋਚਨਾ ਦੇ ਪੰਧ ਤੇ ਚੱਲਦੇ ਹੋਏ ਸਵੈ ਪੜਚੋਲ ਕਰ ਰਹੇ ਹਾਂ, ਆਪਾਂ ਪੰਜਾਬੀ ਨੂੰ ਲੈ ਕੇ ਸਾਰੇ ਚਿੰਤਤ ਹਾਂ, ਗੱਲ ਮੈਂ ਕਿ ਸਮਝਣੀ ਪੁੱਛਣੀ ਚਾਹੁੰਦਾ ਕਿ ਅਜਿਹਾ ਕਿਹੜਾ ਡਰ ਸਕੂਲਾਂ ਵਾਲਿਆਂ ਨੂੰ ਨਹੀਂ ਹੈ? ਸਰਕਾਰਾਂ ਦੀ ਤਮਾਮ ਸਖਤੀ, ਤਮਾਮ ਕਹਿਣੇ ਤੋਂ ਬਾਹਰ ਹੋ ਜਾਂਦੇ ਆ ਕਿ ਉੱਥੇ ਪੰਜਾਬੀ ਬੋਲਣ ਤੇ ਜੁਰਮਾਨੇ ਵੀ ਲਾਏ ਜਾਂਦੇ। ਮੈਂ ਪੰਜਾਬ ਦੀ ਗੱਲ ਕਰ ਰਿਹਾ, ਬਹੁਤ ਸਾਰੇ ਸਕੂਲ ਹੈ, ਕਿਉਂਕਿ ਅਸੀਂ ਗਰਾਊਂਡ ਤੇ ਰਿਪੋਰਟ ਕਰਵਾਈ, ਅਸੀਂ ਤੁਰ ਫਿਰ ਕੇ ਵਿਚਰ ਕੇ ਦੇਖਿਆ, ਬੱਚਿਆਂ ਨੂੰ 20 ਤੋਂ ਗਾਹਾਂ ਗਿਣਤੀ ਨਹੀਂ ਪੰਜਾਬੀ ਦੇ ਵਿੱਚ ਆਉਂਦੀ। 29 39 ਦਾ ਫਰਕ ਨਹੀਂ ਪਤਾ, 49 59 ਦਾ ਨਹੀਂ, 69 79 'ਚ ਕਨਫਿਊਜ਼ ਨੇ। ਸੋ ਇਦਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਸਾਹਮਣੇ ਆਈਆਂ। ਮਤਲਬ ਅਜਿਹਾ ਕੀ ਚੀਜ਼ ਹੈ, ਸਰਕਾਰਾਂ ਦੀ ਕਿਹੜੀ ਕੁੰਜੀ ਉਹਨਾਂ ਦੇ ਕੋਲ ਹੈ ਕਿ ਉਹ ਉਹਨਾਂ ਦੇ ਕਹਿਣੇ ਤੋਂ ਬਾਹਰ ਹੋ ਜਾਂਦੇ ਆ? ਦੇਖੋ, ਦੋ ਤਿੰਨ ਗੱਲਾਂ ਆਪਾਂ ਛੋਟੀਆਂ ਦੇਖਣੀਆਂ ਪੈਣਗੀਆਂ। ਪਹਿਲੀ ਗੱਲ ਤਾਂ ਮੈਂ ਪ੍ਰੋਫੈਸਰ ਸਾਹਿਬ ਨਾਲ ਇਸ ਗੱਲ ਤੇ ਸਹਿਮਤ ਹਾਂ। ਅਸੀਂ ਤਾਂ ਰੋਜ਼ ਲੋਕਾਂ ਨੂੰ ਕਹਿੰਦੇ ਆ, ਪੜ੍ਹਾਈ ਡਾਕਟਰੀ 'ਚ ਵੀ ਪੜ੍ਹਾਉਂਦੇ ਆ ਵੀ ਜਦ ਤੁਸੀਂ ਕੁਝ ਸਿਖਾਉਣਾ ਹੈ, ਪਹਿਲਾਂ ਸੌਖੇ ਤੋਂ ਔਖੇ ਵੱਲ ਜਾਣਾ ਹੈ, ਜਾਣੇ ਤੋਂ ਅਣਜਾਣੇ ਵੱਲ ਜਾਣਾ ਹੈ, ਸਥੂਲ ਤੋਂ ਸੂਖਮ ਵੱਲ ਜਾਣਾ ਹੈ। ਮੈਂ ਇਹਦੇ ਤੇ ਪੰਜਾਬੀ 'ਚ ਪੂਰਾ ਤਿਆਰ ਕਰਿਆ ਹੋਇਆ ਵੀ ਕਿਵੇਂ ਉਦਾਹਰਨਾਂ ਪੰਜਾਬੀ ਦੀਆਂ ਹੋਣਗੀਆਂ ਤਾਂ ਉਹਦੀਆਂ ਸਥੂਲ ਨੇ, ਕਿਵੇਂ ਜਿਹੜੇ ਮੁਹਾਵਰੇ ਪੰਜਾਬੀ ਦੇ ਹੋਣਗੇ ਉਹਦੇ ਵਾਸਤੇ ਜਾਣੇ ਹੋਏ ਨੇ। ਮੈਂ ਉਹਨਾਂ ਨੂੰ ਸਵਾਲ ਕਰਿਆ ਸੀ, ਗਾਂ ਦਾ ਲੇਖ ਹੀ ਕਿਉਂ ਲਿਖਾਉਣਾ, ਜਾਕ ਦਾ ਕਿਉਂ ਨਹੀਂ ਲਿਖਾਉਂਦੇ? ਇਹ ਟੀਚਰਾਂ ਨੂੰ ਸਵਾਲ। ਮੈਂ 12,000 ਟੀਚਰ ਨੂੰ ਟ੍ਰੇਨ ਕਰਿਆ। ਇਹੋ ਜਿਹਾ ਕੋਈ ਗੱਲ ਨਹੀਂ ਹੈ ਵੀ ਆਪਣਾ ਸਕੂਲਾਂ ਨਾਲ ਕੋਈ ਤਾਲੁਕੀ ਨਹੀਂ ਹੈ ਵੀ ਉਦੋਂ ਮੁੜ ਕੇ ਕਦੇ ਰਹੇ ਨਹੀਂ। ਪੰਜਾਬੀ ਦੇ ਕਾਇਦੇ ਲਿਖੇ ਨੇ, ਪੰਜਾਬੀ ਚ ਅਨਪੜ੍ਹਾਂ ਨੂੰ ਪੜ੍ਹਾਉਣ ਵਾਸਤੇ ਕਿਤਾਬਾਂ ਤਿਆਰ ਕਰੀਆਂ ਨੇ ਔਰ ਫ੍ਰੀ ਤਿਆਰ ਕਰੀਆਂ ਨੇ, ਕੋਈ ਪੈਸਾ ਨਹੀਂ, ਕੋਈ ਰਾਇਲਟੀ ਨਹੀਂ। ਬੜੇ ਸਾਡੇ ਹਰਿਆਣੇ ਵਾਲੇ ਕਹਿੰਦੇ ਆਪਾਂ ਤਾਂ ਰਾਇਲਟੀ ਲੈ, ਮੈਂ ਕਿਹਾ ਜੀ ਅਸੀਂ ਤਾਂ ਕੋਈ ਰਾਇਲਟੀ ਨਹੀਂ, ਅਸੀਂ ਤਾਂ ਲੋਕਾਂ ਨੂੰ ਸੇਵਾ ਕਰਨੀ ਆ ਬਸ। ਸਵਾਲ ਇੱਥੇ ਖੜਾ ਹੈ ਵੀ ਜਦ ਤੱਕ ਇੱਕ ਛੋਟੀ ਜਿਹੀ ਪਹਿਲਾਂ ਉਦਾਹਰਨ ਨਾ, ਵੀ ਜੇ ਪੰਜਾਬੀ ਤੇ ਅੰਗਰੇਜ਼ੀ ਦਾ ਫਰਕ ਕੀ ਪੈਂਦਾ ਹੈ, ਇੱਕ ਨਾ ਬੱਚਿਆਂ ਦੇ ਵੱਡਿਆਂ ਦੇ ਵੀ ਜਿਗਰ 'ਚ ਪੀਕ ਪੈ ਜਾਂਦੀ ਹੈ। ਸਾਨੂੰ ਉਹ ਮੈਡੀਕਲ ਕਾਲਜ ਪੜ੍ਹਾਇਆ ਵੀ ਉਹਦਾ ਰੰਗ ਕਿਹੋ ਜਿਹਾ ਹੁੰਦਾ ਹੈ, ਉਹ ਕਹਿੰਦੇ ਐਂਕਵੀ ਸਾਸ ਹੁੰਦਾ ਹੈ। ਐਂਕਵੀ ਸ਼ਾਇਦ ਕੋਈ ਮੱਛੀ ਹੁੰਦੀ ਹੈ, ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਅੱਜ ਤੱਕ ਵੀ ਨਹੀਂ ਪਤਾ ਕੀ ਹੈ ਕੀ ਨਹੀਂ। ਸਾਸ ਮਤਲਬ ਹੈ ਵੀ ਚਟਨੀ ਜੀ ਹੋਊਗੀ। ਸਾਨੂੰ ਕੋਈ ਰੰਗ ਦਾ ਨਹੀਂ ਪਤਾ ਲੱਗਾ। ਇੱਕ ਦਿਨ ਰਾਤ ਨੂੰ ਮੈਨੂੰ ਕਾਲ ਆ ਗਈ ਵੀ ਬੱਚੇ ਦੇ ਜਿਗਰ 'ਚ ਫੋੜਾ ਹੈ, ਪੀਕ ਕੱਢੋ ਆ ਕੇ। ਜਦ ਕੱਢਿਓ ਖਾਕੀ ਰੰਗ ਦੀ ਪੀਕ, ਉਹ ਮੈਂ ਕਿਹਾ ਬੇਵਕੂਫ ਪਹਿਲਾਂ ਹੀ ਪੜ੍ਹਾ ਦਿੰਦੇ ਵੀ ਭੂਰੇ ਰੰਗ ਦੀ ਪੀਕ ਹੁੰਦੀ ਹੈ। ਦੇਖਣਾ ਤਾਂ ਰੰਗ ਹੈ ਨਾ, ਵੀ ਸਾਨੂੰ ਰੰਗ ਦੇਖ ਕੇ ਪਤਾ ਲੱਗ ਜੇ, ਗੰਧ ਦੇਖ ਕੇ ਪਤਾ ਲੱਗ ਜੇ ਵੀ ਇਹ ਫਲਾਣੀ ਬਿਮਾਰੀ ਹੈ। ਕੁਝ ਇਹੋ ਜਿਹੇ ਜਰਮ ਹੁੰਦੇ ਨੇ ਜਿਹਦੀ ਗੰਧ ਸਾਨੂੰ ਪਤਾ ਲੱਗ ਜਾਂਦਾ ਵੀ ਫਲਾਣਾ ਜਰਮ ਹੈ ਇਹ। ਸੋ ਇਹ ਜਿਹੜਾ ਸਵਾਲ ਹੈ, ਜਿਹੜੇ ਤੁਹਾਡੇ ਸੰਕਲਪ ਬਣਦੇ ਨੇ, ਤੁਹਾਡੇ ਮਾਤ ਭਾਸ਼ਾ 'ਚ ਜ਼ਿਆਦਾ ਚੰਗੇ ਬਣਦੇ ਨੇ। ਜਦ ਤੁਹਾਡੇ ਸੰਕਲਪ ਬਣ ਗਏ, ਉਹਨੂੰ ਅੰਗਰੇਜ਼ੀ 'ਚ ਲਿਖਣਾ ਕੀ ਔਖਾ ਹੈ, ਉਹਨੂੰ ਸੰਸਕ੍ਰਿਤ 'ਚ ਲਿਖਣਾ ਕੀ ਔਖਾ? ਉਹ ਤਾਂ ਫਿਰ ਤਾਂ ਐਲਫਾਬੈਟ ਤੇ ਥੋੜੀ ਜਿਹੀ ਗ੍ਰਾਮਰ ਹੋਣੀ ਚਾਹੀਦੀ ਹੈ। ਉਹਨੂੰ ਫਰੈਂਚ 'ਚ ਲਿਖ ਲਓ। ਉਹ ਜਿਹੜੀਆਂ ਦੂਜੀਆਂ ਭਾਸ਼ਾ 'ਚ ਉਹਨੂੰ ਲਿਖਣਾ ਕੋਈ ਔਖਾ ਕੰਮ ਹੀ ਨਹੀਂ ਹੈ ਤੁਹਾਨੂੰ, ਕਿਉਂਕਿ ਤੁਹਾਨੂੰ ਮੂਲ ਮੁੱਦਾ ਆਉਂਦਾ ਹੈ। ਹੁਣ ਸਾਡੇ ਸਮੱਸਿਆ ਕਿੱਥੇ ਆ ਗਈ ਹੈ? ਸਾਡੇ ਮੂਲ ਮੁੱਦਾ ਨਹੀਂ ਆਉਂਦਾ। ਹੁਣ ਮੈਂ ਉਦਾਹਰਨ ਦਿੰਦਾ, ਪ੍ਰੋਫੈਸਰ ਸਾਹਿਬ ਦੇ ਸ਼ਾਇਦ ਕਦੇ ਕੰਮ ਆਵੇ ਜਦ ਪੰਜਾਬੀ ਟੀਚਰਾਂ ਨੂੰ ਗੱਲ ਕਰਨਗੇ।
ਮੈਂ ਪੁੱਛਿਆ ਵੀ ਗਾਂ ਦਾ ਲੇਖ ਕਿਉਂ ਲਿਖਾਉਂਦੇ ਹੋ? ਪਾਠ ਕਰਨ ਚ ਹੈ ਜੀ। ਉਹ ਤਾਂ ਸਿਲੇਬਸ ਹੀ ਕਹਿੰਦੇ ਸੀ, ਚਲੋ ਮੈਂ ਪੜ੍ਹ। ਮੈਂ ਕਿਹਾ ਮੈਂ ਤਾਂ ਤੁਹਾਨੂੰ ਇਹ ਪੁੱਛਿਆ ਵੀ ਅੱਛਾ ਪਾਠ ਕਰਨ ਚ ਕਿਉਂ ਪਾਇਆ? ਪਾਤਾ ਜੀ ਉਹਨਾਂ ਨੇ। ਫਿਰ ਮੈਂ ਕਿਹਾ ਅੰਗਰੇਜ਼ੀ ਚ ਚੇਅਰ ਦਾ ਲੇਖ ਕਿਉਂ ਲਿਖਾਉਂਦੇ ਨੇ? ਅੰਗਰੇਜ਼ੀ ਚ ਆਲ ਦਾ ਲੇਖ ਕਿਉਂ ਨਹੀਂ ਲਿਖਾਉਂਦੇ? ਆਲ ਹੁੰਦੀ ਹੈ ਉਹ ਇੱਕ ਕੁੰਡੀ ਹੁੰਦੀ ਹੈ ਸਾਡੇ ਇਸ ਚ। ਫਿਰ ਮੈਂ ਉਹਨਾਂ ਨੂੰ ਬੋਲ ਕੇ ਸੁਣਾਉਣਾ ਵੀ ਆ ਜੇ ਇਸ ਨੂੰ ਮੈਂ ਕਿਉਂ ਕਹਿਣਾ ਵੀ ਜਦ ਤੁਸੀਂ ਜਾਣੇ ਤੋਂ ਅਣਜਾਣੇ ਵੱਲ ਨੂੰ ਤਾਂ ਗੱਲ ਨਹੀਂ ਕਰਦੇ। ਉਦਾਹਰਨ ਆ ਤੁਸੀਂ ਮੰਨੋਗੇ ਤੀਜੀ ਦੀ ਕਿਤਾਬ 'ਚ ਲਿਖਿਆ ਹੈ ਓਰਛਾ ਦੀ ਡਾਟ। ਇੱਥੇ ਸਾਰੇ ਦਰਵਾਜ਼ਿਆਂ ਦੇ ਡਾਟਾਂ ਲੱਗੀਆਂ ਹੋਈਆਂ ਨੇ ਪਿੰਡਾਂ ਦੇ, ਸਾਰੇ ਗੁਰਦੁਆਰਿਆਂ 'ਚ ਡਾਟਾਂ ਨੇ। ਬਿਲਕੁਲ। ਫਿਰ ਕਹਿੰਦਾ ਜਲ ਪੈ ਗੁੜੀ ਤੋਂ ਗੁਹਾਟੀ ਤੱਕ ਦੀ ਰੇਲ ਯਾਤਰਾ। ਉਹ ਭਾਈ ਤੁਸੀਂ ਅੰਮ੍ਰਿਤਸਰ ਤੋਂ ਜਲੰਧਰ ਦੀ ਰੇਲ ਯਾਤਰਾ ਕਹਿ ਦਿਓ, ਤੁਸੀਂ ਹੁਸੈਨੀ ਵਾਲੇ ਫਿਰੋਜ਼ਪੁਰ ਤੱਕ ਦੀ ਰੇਲ ਯਾਤਰਾ ਕਹਿ ਦਿਓ। ਜਿੰਨੇ ਨਾਮ ਨੇ ਕਿਉਂਕਿ ਉੱਥੋਂ ਚੱਕ ਕੇ ਸੌਖਾ ਹੈ, ਇਹ ਬਣਾਏ ਟੀਚਰਾਂ ਨਹੀਂ ਨੇ। ਪ੍ਰੋਫੈਸਰ ਸਾਹਿਬ ਨੂੰ ਬਿਲਕੁਲ ਮੈਂ ਪੱਕਾ ਕਹਿਣਾ ਚਾਹ ਰਿਹਾ, ਦੁਬਾਰਾ ਬੋਰਡ ਨੂੰ ਸਟੱਡੀ ਕਰ ਰਹੇ ਨਾ, ਬੋਰਡ 'ਚ ਮਾਰ ਲਏ ਜਾਂਦੇ ਨੇ ਲੈਂਗੁਏਜ ਦੇ, ਵਿਸ਼ਾ ਮਾਰ ਵੀ ਹੁੰਦਾ, ਲੈਂਗੁਏਜ ਮਾਰ ਵੀ ਹੁੰਦਾ, ਭਾਸ਼ਾ ਦਾ ਵੀ। ਪਰ ਕਿਉਂ? ਕਿਉਂਕਿ ਉਹ ਕਹਿੰਦੇ ਇਹ ਸੌਖਾ ਕੰਮ ਐਂ ਹੀ ਕਰ ਦੋ। NCERT ਦੀਆਂ ਕਿਤਾਬਾਂ ਦਾ ਜਿਹੜਾ ਤਰਜਮਾ ਕਰਦੇ ਨੇ ਉਹ ਇੰਨਾ ਮਾੜਾ ਕਰਦੇ ਨੇ, ਉਹ ਤਨਖਾਹ ਮਿਲਦੀ ਹੈ ਉਹਨਾਂ ਨੂੰ। ਅਰੇ ਮੈਂ ਕਿਉਂ ਕਹਿਣਾ? ਮੈਂ ਇੱਥੇ ਪੜ੍ਹੋ ਪੰਜਾਬ ਦੀ ਰਿਵਿਊ ਕਮੇਟੀ ਜਿਹੜੀਆਂ DTF ਹੋਰ ਇਹ ਟੀਚਰ ਯੂਨੀਅਨਾਂ ਨੇ ਕਿਹਾ, ਕੈਪਟਨ ਸਾਹਿਬ ਦੀ ਸਰਕਾਰ ਸੀ ਕਿ ਜੀ ਇਹਦਾ ਰਿਵਿਊ ਕਰੋ, ਇਹ ਸਾਰਾ ਗਲਤ ਹੈ। ਮੈਂ ਉਸ ਰਿਵਿਊ ਕਮੇਟੀ ਦਾ ਚੇਅਰਮੈਨ ਸੀ ਜੀ। ਉਹਦੇ 'ਚ ਮੈਂਬਰ ਸੀਗੇ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ, ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਹਿਮਾਚਲ ਦੇ। ਉਹ ਅਸੀਂ ਰਿਵਿਊ ਕਰਕੇ ਪੂਰੀ ਰਿਪੋਰਟ ਦਿੱਤੀ। ਉਹ 'ਚ ਕੱਲੀ ਕਿਤਾਬ ਦੇਖੀ ਹੈ, ਕੱਲਾ। ਦੂਜਾ ਮੈਂ ਪ੍ਰਾਈਵੇਟ ਸਕੂਲਾਂ ਦੀ ਫੀਸ ਕਮੇਟੀ ਦੀ ਕਮੇਟੀ ਬਣਾਈ ਸੀ ਜਸਟਿਸ ਰਣਜੀਤ ਸਿੰਘ ਦੇ ਅੰਡਰ, ਫੀਸ ਤੈਅ ਕਰਨ ਦੀ। ਮੈਂ ਉਹਦਾ ਮੈਂਬਰ ਸੀ। ਦੂਜਾ 3 ਮੈਂਬਰੀ ਕਮੇਟੀ ਸੀ, ਇੱਕ ਅਕਾਊਂਟਸ ਵਾਲਾ ਸੀ। ਸੋ ਇਸ ਕਰਕੇ ਉਹਦੇ 'ਚ ਵੀ ਅਸੀਂ ਕੱਢਣ ਨੂੰ ਕਿਵੇਂ ਇਹ ਤਨਖਾਹ ਦਿੰਦੇ ਨੇ। ਜੇ ਇੱਕ ਤਾਂ ਜਿਹੜਾ ਪ੍ਰੋਫੈਸਰ ਸਾਹਿਬ ਦਾ ਇਹ ਹੈਗਾ ਕਿ ਜੀ ਉੱਥੇ ਟੀਚਰ ਪੰਜਾਬੀ ਦੇ ਅਧਿਆਪਕਾਂ ਦੀ ਗਿਣਤੀ ਘੱਟ ਹੈ, ਇਹ ਥੋੜ੍ਹਾ ਜਿਹਾ ਅੰਕੜੇ ਨੂੰ ਦੁਬਾਰਾ ਦੇਖ ਲੈਣ, ਚੰਗਾ ਰਹੇਗਾ। ਗੱਲ ਇਹ ਨਹੀਂ ਹੈ। ਦੂਜੀ ਗੱਲ ਇਹ ਵੀ ਹੈ ਵੀ ਜਿਹੜਾ ਪੜ੍ਹਾਉਣ ਦਾ ਜਿਹੜਾ ਵੱਲ ਹੈ ਸਿੱਧਾ ਹੀ, ਪ੍ਰੋਫੈਸਰ ਸਾਹਿਬ ਬੈਠੇ ਨੇ, ਮੈਂ ਕਿੰਨਿਆਂ ਨੂੰ ਪੁੱਛਿਆ ਵੀ ਅਸੀਂ ਕਹਿੰਦਾ ਮੰਜਾ ਮੰਜੀ ਪੀੜਾ ਪੀੜੀ। ਮੈਂ ਤਾਂ ਕਹਿ ਰਿਹਾ ਵੀ ਅੱਜ ਆਪਾਂ ਵਿਸ਼ੇ ਦੇ ਉੱਤੇ ਡਿਸਕਸ ਕਰਨਾ ਹੈ, ਅੱਗੇ ਤਾਂ ਹੀ ਆਊਗਾ। ਮੰਜਾ ਮੰਜੀ ਪੀੜਾ ਪੀੜੀ ਕਹਿੰਦੇ ਆ, ਅੰਗਰੇਜ਼ੀ 'ਚ ਤਾਂ ਕਹਿੰਦੇ ਨਹੀਂ, ਦੱਸੋ ਕਿਉਂ ਕਹਿਣਾ? ਅੱਜ ਤੱਕ ਮੈਨੂੰ ਇੱਕ ਵਿਦਵਾਨ ਮਿਲਿਆ ਜਿਹਨੇ ਇਹਦਾ ਜਵਾਬ ਦਿੱਤਾ ਵੀ ਅਸੀਂ ਇਹ ਕਿਉਂ ਕਹਿੰਦੇ ਆ, ਤੇ ਨਹੀਂ ਅੱਜ ਤੱਕ ਕਿਸੇ ਨੇ ਜਵਾਬ ਨਹੀਂ ਦਿੱਤਾ ਵੀ ਇਹ ਅੰਗਰੇਜ਼ੀ 'ਚ ਤਾਂ ਕਹਿੰਦੇ ਨਹੀਂ, ਪੰਜਾਬੀ 'ਚ ਕਿਉਂ ਕਹਿੰਦੇ ਆ। ਇਹ ਲਿੰਗ ਪਲਿੰਗ ਤਾਂ ਹੈ ਨਹੀਂ ਕਿਉਂਕਿ ਜੇ ਬੇਜਾਨ ਚੀਜ਼ਾਂ ਨੇ। ਬਿਲਕੁਲ। ਇੱਕ ਇੱਕ ਨੇ ਕਿਹਾ ਕਿ ਜੇ ਅਸੀਂ ਵੱਡੇ ਨੂੰ ਮੇਲ ਜੈਂਡਰ ਦੇ ਦਿੰਦੇ ਆ ਤੇ ਪੁਲਿੰਗ ਕਹਿ ਦਿੰਦੇ ਆ ਤੇ ਛੋਟੇ ਨੂੰ ਇਸਤਰੀ ਲਿੰਗ। ਮੈਂ ਗੰਗਾ ਨੂੰ ਨਦੀ ਕਹਿੰਦੇ ਆ, ਸਤਲੁਜ ਨੂੰ ਦਰਿਆ ਕਹਿੰਦੇ ਆ, ਵੱਡਾ ਕਿਹੜਾ? ਸੋ ਇਸ ਕਰਕੇ ਆਪਾਂ ਨੂੰ ਸਾਰਾ ਨਾ ਕਾਫੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਕੋਈ ਐ ਨਹੀਂ ਆ ਵੀ ਆਪਾਂ ਇੱਕ ਗੱਲ ਕਹਿਤੀ ਆਪਾਂ ਦੂਜੀ ਕਹਿਤੀ ਆਪਾਂ ਆਪਣੀ ਮਰਜ਼ੀ ਕਰ ਲਈ। ਵਿਦਵਾਨਾਂ ਦਾ ਕੰਮ ਜਿਹੜਾ ਯੂਨੀਫਾਰਮਿਟੀ ਐ ਨਹੀਂ ਹੁੰਦੀ ਇੱਕੋ ਜੀ। ਸਾਡੇ ਡਾਕਟਰੀ 'ਚ ਵੀ ਸਾਡੀ ਕੋਈ ਇੱਕ ਰਾਏ ਨਹੀਂ ਹੁੰਦੀ ਸਭ ਦੀ, ਪਰ ਸਾਨੂੰ ਲੋਕਾਂ ਕੋਲ ਲੈ ਕੇ ਜਾਣੀ ਉਹ ਇੱਕ ਰਾਏ ਲੈ ਕੇ ਜਾਣੀ ਹੁੰਦੀ ਆ ਵੀ ਇੰਨੇ ਚਿਰ ਵਾਸਤੇ ਆਹ ਰਾਏ ਲਵਾਂਗੇ, ਉਸ ਤੋਂ ਬਾਅਦ। ਔਰ ਅਸੀਂ ਇੱਥੇ PGI ਤੱਕ ਕਹਿੰਦੇ ਰਹੇ ਹਾਂ, ਜੇ ਕੋਈ ਕਹਿੰਦਾ ਮੈਂ ਤਾਂ ਯਾਦ ਦੇਣਾ ਚਾਹੁੰਦਾ ਸੀ, ਕਹਿੰਦਾ ਪ੍ਰੋਟੋਕੋਲ ਆ ਰਹੇਗੀ ਇੱਥੇ ਇਹੀ ਦੇਣਾ, ਜਿੱਦਾਂ ਤੂੰ ਆਪੇ ਕੱਲਾ ਕਰਨਾ ਹੋ ਉਹਦੇ ਕਰਨੀ, ਜਿਹੜਾ ਕੁਝ ਕਰਨਾ ਆਪਦੇ ਕਲੀਨਿਕ 'ਚ ਜਾ ਕੇ ਕਰੀ, ਇੱਥੇ ਨਹੀਂ। ਇੱਥੇ ਇੱਕ ਅਸੀਂ ਪ੍ਰੋਟੋਕੋਲ ਬਣਾਤੀ, ਤੇਰੀ ਗੱਲ ਨੂੰ ਅਸੀਂ ਸੁੱਟ ਨਹੀਂ ਰਹੇ ਪਰ ਇਹ ਉਰੇ ਨਹੀਂ ਕਰਨਾ। ਸੋ ਇਹ ਪ੍ਰੋਟੋਕੋਲ ਜਿਹਨੂੰ ਕਹਿੰਦੇ ਆਪਾਂ, ਜਿਹਨੂੰ SOP ਕਹਿੰਦੇ ਨੇ ਕਈ, ਜਾਂ ਜਿਹਨੂੰ ਅਸੀਂ ਕਹਿੰਦੇ ਵਿਧੀ ਵਿਧਾਨ। ਇਹ ਜਿਹੜਾ ਵਿਧੀ ਵਿਧਾਨ ਹੈ ਇਹ ਸਿਰਫ ਪੰਜਾਬੀ ਮਹਾਰਾ ਨੇ ਤੈਅ ਕਰਨਾ, ਇਹ ਹੋਰ ਕਿਸੇ ਨੇ ਤੈਅ ਹੀ ਨਹੀਂ ਕਰਨਾ। ਉਹਦੇ ਵਿੱਚੋਂ ਮਦਦ ਲੈ ਸਕਦੇ ਵੀ ਡਾਕਟਰੀ ਵਾਲਿਆਂ ਨੂੰ ਭਾਈ ਤੁਹਾਡੇ ਵਾਸਤੇ ਕਿਹੋ ਜਿਹਾ ਵਿਧੀ ਵਿਧਾਨ ਹੋਵੇ, ਇਤਿਹਾਸ ਵਾਲੇ ਕੀ ਕਹਿੰਦੇ ਨੇ, ਰਾਜਨੀਤੀ ਸ਼ਾਸਤਰ ਵਾਲੇ ਕੀ ਕਹਿੰਦੇ ਨੇ, ਭੌਤਿਕ ਵਿਗਿਆਨ ਵਾਲੇ ਕੀ ਕਹਿੰਦੇ, ਉਹਨਾਂ ਦੀ ਰਾਏ ਲਈ ਜਾ ਸਕਦੀ ਹੈ ਵੀ ਤੁਹਾਡੇ ਸ਼ਬਦਾਂ ਦੇ ਬਾਰੇ ਅਸੀਂ ਕਿਹੋ ਜਿਹਾ ਮਤਲਬ ਬਣਾ ਦੀ ਕਿ ਤੁਹਾਨੂੰ ਦਿੱਕਤ ਨਾ ਆਵੇ। ਪਰ ਮੂਲ ਮੁੱਦਾ ਤਾਂ ਪੰਜਾਬੀਆਂ ਕੋਲ ਹੀ ਰਹਿਣਾ, ਪੰਜਾਬੀ ਵਾਲਿਆਂ ਕੋਲ ਹੀ। ਸੋ ਮੈਨੂੰ ਐਂ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀ ਪ੍ਰੋਫੈਸਰ ਸਾਹਿਬ ਨੇ ਗੱਲ ਕਰੀ ਸਰਕਾਰੀ ਸਕੂਲਾਂ, ਮੈਂ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਹਾਲਤ ਦੱਸਿਆ, ਬਲਕਿ ਭਾਸ਼ਾ ਦੇ ਮਾਮਲੇ ਦੇ ਵਿੱਚ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਨੇ ਉਹ 8ਵੀਂ ਦੇ ਬੱਚੇ ਜ਼ਿਆਦਾ ਨੇ ਜਿਹੜੇ ਦੂਜੀ ਦੀ ਕਿਤਾਬ ਪੜ੍ਹ ਸਕਦੇ ਨੇ ਪੰਜਾਬੀ ਦੀ, ਤੇ ਜਿਹੜੇ ਸਰਕਾਰੀ ਸਕੂਲਾਂ ਦੇ ਨੇ ਉਹ ਬੱਚੇ ਘੱਟ ਨੇ ਜਿਹੜੇ ਦੂਜੀ ਦੀ ਪੰਜਾਬੀ ਦੀ ਕਿਤਾਬ ਪੜ੍ਹ ਸਕਦੇ ਨੇ। ਸੋ ਇਸ ਤੋਂ ਇਹ ਵੀ ਪਤਾ ਲੱਗਦਾ ਵੀ ਇਹ ਨਹੀਂ ਹੈ ਕਿ ਪ੍ਰਾਈਵੇਟ ਸਕੂਲ ਵਾਲਾ ਕਿਵੇਂ, ਹਾਲਾਂਕਿ ਪ੍ਰਾਈਵੇਟ ਸਕੂਲ ਦਾ ਵੀ ਕੋਈ ਹਾਲ ਬਹੁਤਾ ਚੰਗਾ ਨਹੀਂ ਹੈ, ਉਹ ਵੀ ਬੰਦਿਆਂ ਨੂੰ ਮਸ਼ੀਨ ਹੀ ਬਣਾਉਂਦੇ ਨੇ, ਉਹ ਵੀ ਪੈਸੇ ਹੀ ਲੁੱਟਣ ਤੇ ਲੱਗੇ ਹੋਏ ਨੇ। ਪਰ ਸਵਾਲ ਇੱਥੇ ਸਾਨੂੰ ਸਮਝਣ ਦੀ ਇਹ ਲੋੜ ਹੈ ਕਿ 2 ਤਰ੍ਹਾਂ ਦਾ ਸਾਡੇ ਕੋਲ 3 ਤਰ੍ਹਾਂ ਦਾ ਕੰਮ ਹੈ ਜਿਹੜਾ ਅੱਜ ਸਾਡੇ ਕੋਲ ਸਾਹਮਣੇ ਸਵਾਲ ਹੈ। ਪਹਿਲਾ ਸਵਾਲ ਇਹ ਹੈ ਵੀ ਸਾਡੀ ਪੰਜਾਬੀ ਟੁੱਟੀ ਫੁੱਟੀ ਜਹੀ ਜੀ ਘੱਟ ਵੱਧ ਪੁਰਾਣੇ ਸ਼ਬਦ ਆਏ ਨਹੀਂ ਆਏ। ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਨਾ ਥੋੜਾ ਜਿਹਾ ਮਾਪਿਆਂ ਵੱਲ ਵੀ ਇਸ਼ਾਰਾ ਕਰ ਦਿਓ ਵੀ ਉਹਨਾਂ ਦੀ ਭੂਮਿਕਾ ਕਿਹੋ ਜਿਹੀ ਰਹਿੰਦੀ ਹੈ, ਉਹਨਾਂ ਵੱਲ ਵੀ ਦੱਸ ਦਿਓ। ਮੈਂ ਉਸ ਤੇ ਆਉਣਾ। ਪਹਿਲਾਂ ਆਪਾਂ ਇਸ ਗੱਲ ਨੂੰ ਪੂਰਾ ਕਰੀਏ ਨਾ ਵੀ ਕਿਵੇਂ ਕਰੀਏ, ਉਸੇ 'ਚ ਐਗਜ਼ੈਕਟਲੀ ਇਸੇ 'ਚ ਹੀ ਹੈ ਗੱਲ
ਤੇ ਅਸੀਂ ਉਸ ਪੰਜਾਬੀ ਜਿਹੀ ਜੀ ਹੈ, ਉਸ ਪੰਜਾਬੀ ਨੂੰ ਸਰਕਾਰੀ ਪੱਧਰ ਤੇ ਜਿਹੜਾ ਹਮਲਾ ਹੋ ਰਿਹਾ ਹੈ, ਜਿਹੜਾ ਪਰਿਵਾਰਕ ਪੱਧਰ ਤੇ ਹੋ ਰਿਹਾ ਹੈ, ਜਿਹੜਾ ਸਮਾਜਿਕ ਪੱਧਰ ਤੇ ਹੋ ਰਿਹਾ ਹੈ, ਜਿਹੜਾ ਰਾਜਨੀਤਿਕ ਪੱਧਰ ਤੇ ਹੋ ਰਿਹਾ ਹੈ, ਜਿਹੜਾ ਧਾਰਮਿਕ ਪੱਧਰ ਤੇ ਹੋ ਰਿਹਾ ਹੈ, ਇਹ ਸਾਰੇ ਦੇ ਉੱਤੇ ਸਾਨੂੰ ਮੁਕਾਬਲਾ ਕਰਨਾ ਪਊ, ਸੁਚੇਤ ਹੋਣਾ ਪਊ। ਜੇ ਸੁਚੇਤ ਨਹੀਂ ਹੋਵਾਂਗੇ ਫਿਰ ਹਮਲੇ ਦਾ ਮੁਕਾਬਲਾ ਨਹੀਂ ਕਰ ਸਕਦੇ। ਇੱਕ ਛੋਟੀ ਜਿਹੀ ਦੀ ਉਦਾਹਰਨ ਦਿੰਦਾ, ਇਹੀ ਪਟਿਆਲਾ ਸ਼ਹਿਰ ਦੇ ਵਿੱਚ ਇੱਕ ਗਾਂਧੀ ਦਰਸ਼ਨ ਗੱਡੀ ਆਈ ਹੋਈ ਸੀ 1969 ਚ। ਮੈਂ ਉਹ ਦੇਖਣ ਚਲਾ ਗਿਆ, ਮੈਡੀਕਲ ਕਾਲਜ ਪੜ੍ਹਦਾ ਸੀ। ਉਹਦੇ ਤੇ ਜਿਹੜੀ ਪਿੱਛੇ ਕਿਤਾਬ ਲਿਖੀ ਹੁੰਦੀ ਹੈ ਵੀ ਆਪਣੇ ਅਨੁਭਵ ਲਿਖੋ, ਮੈਂ ਉਹ ਲਿਖਤਾ ਪੰਜਾਬੀ ਚ ਲਿਖਤਾ। ਉੱਥੇ 4 ਘੜਾਲਿਆਂ ਦੇ ਬੱਚੇ ਖੜੇ ਸੀ, ਨੌਜਵਾਨ। ਮੈਨੂੰ ਕਹਿੰਦੇ ਭਾਈ ਸਾਹਿਬ ਬੋਲਦੇ ਪੰਜਾਬੀ ਨੇ, ਭਾਈ ਸਾਹਿਬ ਜੇ ਪੰਜਾਬੀ ਨਹੀਂ ਆਉਂਦੀ ਸੀ ਤਾਂ ਹਿੰਦੀ ਚ ਲਿਖ ਦੇਣਾ ਸੀ। ਮੈਂ ਫਿਰ ਦੁਬਾਰਾ ਦੇਖ ਲਿਆ ਵੀ ਹੋ ਸਕਦਾ ਗਲਤੀ ਹੋਵੇ, ਤੇ ਮੈਂ ਦੇਖਿਆ ਮੈਨੂੰ ਕੋਈ ਗਲਤੀ ਲੱਭੀ ਨਹੀਂ। ਫਿਰ ਉਹ ਮੈਨੂੰ ਕਹਿੰਦੇ, ਮੈਂ ਚੁੱਪ ਕਰਕੇ, ਮੈਂ ਤਾਂ ਉਹਨਾਂ ਨੂੰ ਜਵਾਬ ਨਹੀਂ ਦੇਣਾ ਸੀ। ਮੈਨੂੰ ਕਹਿੰਦੇ ਭਾਈ ਸਾਹਿਬ ਜੇ ਪੰਜਾਬੀ ਨੇ ਤਾਂ ਹਿੰਦੀ ਲਿਖ ਦੇਣੀ ਸੀ। ਮੈਂ ਯਾਰ ਮੈਨੂੰ ਨਾ 4 ਭਾਸ਼ਾ ਆਉਂਦੀਆਂ ਨੇ, ਸਭ ਤੋਂ ਜ਼ਿਆਦਾ ਪੰਜਾਬੀ ਆਉਂਦੀ ਹੈ, ਉਦੋਂ ਘੱਟ ਅੰਗਰੇਜ਼ੀ ਆਉਂਦੀ ਹੈ, ਉਦੋਂ ਘੱਟ ਹਿੰਦੀ ਆਉਂਦੀ ਹੈ, ਉਦੋਂ ਘੱਟ ਉਰਦੂ ਆਉਂਦਾ ਹੈ। ਹੁਣ ਜਿਹੜੀ ਮੈਨੂੰ ਸਭ ਤੋਂ ਵਧੀਆ ਆਉਂਦੀ ਹੈ ਮੈਂ ਉਹ ਚ ਲਿਖਤਾ, ਉਹਦੇ ਚ ਵੀ ਜੇ ਗਲਤੀਆਂ ਹੈਗੀਆਂ ਤਾਂ ਬਾਕੀਆਂ ਤੋਂ ਉਦੋਂ ਜ਼ਿਆਦਾ ਹੀ ਹੋਣੀਆਂ ਸੀ ਜੀ। ਸੋ ਮੈਂ ਉਹ ਚੁਣ ਲਈ। ਫਿਰ ਉਹ ਮੈਨੂੰ ਕਹਿੰਦੇ ਜੇ ਤੂੰ ਹਿੰਦੂ ਹੋ ਕੇ ਹਿੰਦੀ ਨਹੀਂ ਲਿਖਿਆ ਹੋਰ ਕੌਣ ਲਿਖੂ? ਮੈਂ ਲੜ ਪਿਆ ਉਹਨਾਂ ਨਾਲ। ਉਹ ਤਾਂ 4 ਸੀਗੇ, ਰੇਲਵੇ ਪਲੇਟਫਾਰਮ ਤੇ ਲੜਾਈ ਹੋਈ ਸਾਡੀ। ਉਹਨਾਂ ਨੇ ਮੈਨੂੰ ਵੀ ਕੁੱਟਿਆ, ਇੰਨੇ ਪੁਲਿਸ ਵਾਲਿਆਂ ਨੇ ਆ ਕੇ ਚਲਾਇਆ। ਪਰ ਮੈਨੂੰ ਉਹ ਕੌਣ ਨੇ ਇਹ ਕਹਿਣ ਵਾਲੇ ਕਿ ਤੂੰ ਪੰਜਾਬੀ ਚ ਕਿਉਂ ਲਿਖਿਆ? ਇੱਥੋਂ ਸਾਨੂੰ ਪਤਾ ਲੱਗਦਾ ਕਿ ਜਿਹੜੇ ਸਾਡੀਆਂ ਹੈਗੀਆਂ ਨੇ ਕਿ ਸਾਨੂੰ ਪੈਰ ਤੇ ਕਹਿਣਾ। ਇੱਥੇ PGI ਦੇ ਵਿੱਚ ਹੁਣ ਆਪਾਂ ਕਹਿੰਦੇ ਆ, ਮੈਂ ਤੁਹਾਨੂੰ ਪੇਰੈਂਟਸ ਦੇ ਗੱਲ ਚਾਹੁੰਦਾ, PGI ਜਿਹੜਾ ਬੰਗਾਲੀ ਡਾਕਟਰ ਹੈ, ਜਦ ਉਹਦਾ ਸਟੂਡੈਂਟ ਉਹਦੇ ਨਾਲ ਗੱਲ ਕਰਦਾ ਹੈ ਡਾਕਟਰੀ ਬਾਰੇ, ਉਹ ਬੰਗਲਾ ਚ ਗੱਲ ਕਰਦੇ ਨੇ। ਜਿਹੜਾ ਤੇਲਗੂ ਵਾਲੇ ਨੇ ਜ਼ਿਆਦਾ ਉੱਥੇ, ਬਹੁਤ ਸਾਰੇ ਬੰਗਾਲੀ ਔਰ ਤੇਲਗੂ ਬਹੁਤ ਜ਼ਿਆਦਾ ਨੇ, ਤੇਲਗੂ ਵਾਲਾ ਤੇਲਗੂ ਚ ਗੱਲ ਕਰਦਾ, ਪਰ ਜਿਹੜਾ ਪੰਜਾਬੀ ਵਾਲਾ ਉਹ ਪੰਜਾਬੀ ਡਾਕਟਰ ਨਾਲ ਅੰਗਰੇਜ਼ੀ ਚ ਗੱਲ ਕਰਦਾ ਜੀ। ਇਹ ਜਿਹੜੀ ਸਾਡੀ ਸਮੱਸਿਆ ਹੈ ਨਾ, ਸਾਡੇ ਮਨ ਚ ਕਿਤੇ ਜ਼ਿਹਨੀਅਤ ਗੁਲਾਮੀ ਹੈ। ਅਸੀਂ ਆਪੇ ਮੰਨ ਲਿਆ ਵੀ ਸਾਡੀ ਪੰਜਾਬੀ ਤਾਂ ਮਾੜੀ ਹੈ। ਹੁਣ ਜਿਹੜੇ ਤੁਸੀਂ ਮਾਪਿਆਂ ਦੀ ਗੱਲ ਕਰਦੇ ਹੋ, ਜਿਹੜੇ ਗਰੀਬ ਮਾਪੇ ਨੇ ਉਹ ਬਿਲਕੁਲ ਨਹੀਂ, ਜਿਨ੍ਹਾਂ ਦੇ ਬੱਚੇ ਸਕੂਲਾਂ ਚ ਸਰਕਾਰੀ, ਉਹ ਤਾਂ ਕਹਿੰਦੇ ਇਹਨੂੰ ਪੰਜਾਬੀ ਅਜੇ ਉਹੀ ਚੰਗਾ ਯਾਰ, ਅੰਗਰੇਜ਼ੀ ਕਿੱਥੋਂ ਆਉਣੀ ਹੈ। ਸਵਾਲ ਇਹ ਹੈ ਵੀ ਜਿਹੜੇ ਅਸੀਂ ਮੱਧ ਵਰਗੀ ਲੋਕ ਹਾਂ, ਅਸੀਂ ਪੰਜਾਬੀ ਵਾਸਤੇ ਛਾਤੀ ਤਾਂ ਪਿੱਟਦੇ ਹਾਂ, ਪਰ ਅਸੀਂ ਵੀ ਆਪਦੇ ਬੱਚਿਆਂ ਨੂੰ ਅੰਗਰੇਜ਼ੀ ਚ ਪੜ੍ਹਾਉਂਦੇ ਹਾਂ। ਉਹ ਕਿਉਂ? ਜਾਂ ਤਾਂ ਅਸੀਂ ਧੱਕੇ ਨਾਲ ਕਹਿੰਦੇ ਪੰਜਾਬੀ ਪੜ੍ਹ, ਤਾਂ ਨਹੀਂ ਉਹ ਪੜ੍ਹਦਾ ਜੀ। ਛੋਟੀ ਜਿਹੀ ਉਦਾਹਰਨ, ਕਿਉਂਕਿ ਡਾਕਟਰ ਸਾਹਿਬ ਨੇ ਉਦਾਹਰਨ ਗੁਆਂਢ ਦੀ ਦਿੱਤੀ, ਮੈਂ ਦਿੰਦਾ ਨਹੀਂ ਹੁੰਦਾ। ਮੇਰੀਆਂ 2 ਬੇਟੀਆਂ ਨੇ, ਦੋਨਾਂ ਨੇ ਸਾਇੰਸ ਪੜ੍ਹੀ ਹੈ ਜੀ। ਇੱਕ ਡਾਕਟਰ ਹੈ, ਇੱਕ ਸਾਇੰਟਿਸਟ ਹੈ। ਉਹਨਾਂ ਦੋਹਾਂ ਨੇ ਇੱਥੇ ਚੰਡੀਗੜ੍ਹ ਚ, ਔਰ ਉਹ ਇੱਥੇ 5ਵੀਂ ਕਲਾਸ ਤੋਂ ਹੀ ਇੱਥੇ ਪੜ੍ਹੀਆਂ ਨੇ। ਚੰਡੀਗੜ੍ਹ ਦੇ ਵਿੱਚ ਜਿਹੜੀ ਪੰਜਾਬੀ ਹੈ ਉਹ 94 ਵਿਸ਼ੇ ਤੇ ਆਪੇ ਲਈ ਹੋਈ ਸੀ। ਪਰ ਉਹਨਾਂ ਦੋਹਾਂ ਚੋਂ ਇੱਕ ਵਿਆਹੀ ਗਈ RSS ਟਾਈਪ ਦੇ ਬੰਦੇ ਨੇ, ਥੋੜ੍ਹੇ ਜਿਹੇ ਰਾਜਸਥਾਨ ਨੇ, ਉਹਨਾਂ ਦੇ ਘਰੇ ਉਹ ਹਿੰਦੀ ਬੋਲਦੀ ਹੈ ਅਧ ਵਿਚਾਲਾ ਜਾ। ਤੇ ਜਿਹੜੀ ਪੰਜਾਬੀ ਦੂਜੀ ਆ ਡਾਕਟਰ, ਉਹ ਤਾਂ ਬੋਲਦੀ ਪੰਜਾਬੀ ਹੈ, ਕਿਉਂਕਿ ਉਹ ਵਿਆਹੀ ਵੀ ਪੰਜਾਬੀ ਜਗੀ, ਨਾਲੇ ਮਰੀਜ਼ ਵੀ ਰੋਜ਼ ਪੰਜਾਬੀ ਚ ਹੀ ਸੁਣਨੇ ਨੇ, ਕੋਈ ਗੱਲ ਉਹਨੂੰ ਹਿੰਦੀ ਚ ਤਾਂ ਕਰਨੀ ਵੀ ਨਹੀਂ ਹੁੰਦੀ। ਸੋ ਇਸ ਕਰਕੇ ਜੇ ਅਸੀਂ ਘਰ ਦੇ ਵਿੱਚ ਪੰਜਾਬੀ ਦਾ ਮਾਹੌਲ ਜਿਹੜਾ, ਸਾਡੇ ਜਿਹੜੇ ਪੜ੍ਹੇ ਲਿਖੇ ਨੇ, ਜਿਵੇਂ ਪ੍ਰੋਫੈਸਰ ਸਾਹਿਬ ਨੇ ਗੱਲ ਵੀ ਦਿੱਤੀ ਹੈ, ਉਹ ਸਿੱਖ ਪਰਿਵਾਰ ਦੀ ਦਿੱਤੀ, ਹਿੰਦੂ ਵੀ ਇਹੀ ਕਰਦੇ ਨੇ, ਸਿੱਖ ਵੀ ਇਹੀ ਕਰਦੇ ਨੇ, ਮੁਸਲਮਾਨ ਵੀ ਇਹੀ ਕਰਦੇ ਨੇ। ਅਸੀਂ ਪੜ੍ਹੇ ਲਿਖੇ ਸਮਝਣ ਲੱਗੇ ਵੀ ਸਾਡੀ ਆਪਣੀ ਬੋਲੀ ਤਾਂ ਗਵਾਰੂ ਬੋਲੀ ਹੈ। ਜਦ ਤੱਕ ਅਸੀਂ ਉਸ ਬੋਲੀ ਦਾ ਇਹ ਨਹੀਂ ਦੱਸਦੇ ਵੀ ਇਹਦੇ ਚ ਬਹੁਤ ਕੁਛ ਹੈ ਸੱਚੀ ਮੁੱਚੀ। ਇੱਕ ਤਾਂ ਹੁੰਦਾ ਸੈਂਟੀਮੈਂਟ, ਮੈਂ ਇਹਨੂੰ ਸੰਵੇਦਨਾ ਦੇ ਤੌਰ ਤੇ ਨਹੀਂ ਕਹਿਣਾ ਚਾਹੁੰਦਾ, ਮੈਂ ਇਹ ਕਹਿਣਾ ਵੀ ਆ ਜਾਓ ਤੁਸੀਂ ਸਾਡਾ ਮੁਕਾਬਲਾ ਕਰ ਲਓ। ਅਸੀਂ ਨਹੀਂ ਕਹਿੰਦੇ ਅਸੀਂ ਕਿਸੇ ਤੋਂ ਬਹੁਤ ਉੱਪਰ ਹਾਂ, ਪਰ ਅਸੀਂ ਇਹ ਮੰਨਣ ਨੂੰ ਤਿਆਰ ਨਹੀਂ ਵੀ ਅਸੀਂ ਤੁਹਾਡੇ ਥੱਲੇ ਲੱਗੇ ਹੋਏ ਹਾਂ। ਆ ਜਾਓ ਤੁਸੀਂ ਪੰਜਾਬੀ ਚ, ਤੁਸੀਂ ਸਾਡੇ ਨਾਲ ਲੇਖ ਲਿਖ ਲਓ, ਤੁਸੀਂ ਸਾਡੇ ਨਾਲ ਆਲੋਚਨਾ ਕਰ ਲਓ, ਤੁਸੀਂ ਸਾਡੇ ਨਾਲ ਫਲਸਫਾ ਲਿਖ ਲਓ, ਦਰਸ਼ਨ ਲਿਖ ਲਓ, ਇਤਿਹਾਸ ਲਿਖ ਲਓ, ਡਾਕਟਰੀ ਲਿਖ ਲਓ, ਰਸਾਇਣ ਵਿਗਿਆਨ ਲਿਖ ਲਓ, ਭੌਤਿਕ ਵਿਗਿਆਨ ਲਿਖ ਲਓ, ਜੀਵ ਵਿਗਿਆਨ ਲਿਖ ਲਓ, ਤੁਸੀਂ ਭੂ ਵਿਗਿਆਨ ਲਿਖ ਲਓ, ਭੂ ਗਰਭ ਵਿਗਿਆਨ ਲਿਖ ਲਓ, ਤੁਸੀਂ ਤਾਰਾ ਵਿਗਿਆਨ ਲਿਖ ਲਓ, ਤੁਸੀਂ ਰਾਕਟ ਸਾਇੰਸ ਲਿਖ ਲਓ, ਹੈ ਜੀ। ਤੇ ਤੁਸੀਂ ਜਿਹੜਾ ਤੁਸੀਂ ਚਾਹੋ ਉਹ ਸਾਡੇ ਨਾਲ ਕਰ ਲਓ, ਅਸੀਂ ਤੁਹਾਨੂੰ ਉਹ ਕਰਕੇ ਦਿਖਾਉਂਦੇ ਹਾਂ। ਉਹਦੇ ਜੇ ਸਾਡਾ ਜਿਹੜਾ ਹੈਗਾ ਵਤੀਰਾ ਇਸ ਪਾਸੇ ਨੂੰ ਆ ਜੇ ਵੀ ਜਿਹੜੇ ਤਕਨੀਕੀ ਸ਼ਬਦ ਨੇ ਉਹ 'ਤੇ ਪੰਗਾ ਹੀ ਨਾ ਲਈਏ, ਉਹ ਕਹੀਏ ਉੱਦਾਂ ਹੀ ਲਿਖ ਦਿਓ, ਗੁਰਮੁਖੀ ਲਿਪੀ 'ਚ ਲਿਖ ਦਿਓ, ਕਿਉਂਕਿ ਉਹਦੀ ਭਾਸ਼ਾ ਹੀ ਉਹ ਸ਼ਬਦ ਦਾ ਤਾਂ ਤੁਹਾਨੂੰ ਉਹਦੀ ਪਰਿਭਾਸ਼ਾ ਦੇਣੀ ਹੀ ਪੈਣੀ ਹੈ। ਉਹ ਗੁਰਮੁਖੀ 'ਚ ਲਿਪਤਾ ਉਹ ਵੱਢੀ ਜਾਊਗਾ, ਉਹਦਾ ਕੋਈ ਖਾਸ ਕੋਈ ਫਰਕ ਨਹੀਂ ਪੈਣ ਲੱਗਿਆ, ਉਹਨੇ ਮਤਲਬ ਉਹੀ ਰਹਿਣਾ। ਹੁਣ ਅਸੀਂ ਰੋਜ਼ ਡਾਕਟਰੀ ਕਰਦੇ, ਮਰੀਜ਼ ਆ ਕੇ ਸਾਨੂੰ ਥੋੜ੍ਹਾ ਅੰਗਰੇਜ਼ੀ 'ਚ ਬੋਲਦਾ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਹੈ ਵੀ ਮਾਪੇ ਜਿਹੜੇ ਮੱਧ ਵਰਗੀ ਪਰਿਵਾਰਾਂ ਦੇ ਨੇ, ਉਹਨਾਂ ਨੂੰ ਆਪਣੇ ਕਹਿਣ ਨਾਲ ਨਹੀਂ ਹੋਣਾ। ਪਹਿਲੀ ਗੱਲ ਇਹ ਭੁਲੇਖਾ ਛੱਡਦੀ ਆਪਾਂ ਵੀ ਆਪਣੇ ਕਹਿਣ ਨਾਲ ਉਹ ਮੰਨਣਗੇ, ਉਹਨਾਂ ਨੇ ਆਪਣੀ ਮਰਜ਼ੀ ਕਰਨੀ ਹੈ। ਅਸੀਂ ਉਹਨਾਂ ਨੂੰ ਇਹ ਦਿਖਾਉਣਾ ਹੈ ਵੀ ਪੰਜਾਬੀ 'ਚ ਪੜ੍ਹ ਕੇ ਨਾ ਤਾਂ ਤੁਹਾਡਾ ਬੱਚਾ ਪਿੱਛੇ ਰਹੇਗਾ। ਹੁਣ ਜਦੋਂ ਦੇਖਦੇ ਨੇ ਕਿ ਪੰਜਾਬੀ 'ਚ ਬੱਚਾ ਪਿੱਛੇ ਰਹਿ ਰਿਹਾ ਤੇ ਫਿਰ ਉਹ ਅੰਗਰੇਜ਼ੀ ਵੱਲ ਨੂੰ ਭੱਜਦੇ ਨੇ। ਨੰਬਰ 2 ਦੇ ਉੱਤੇ
ਵੀ ਜੇ ਪੰਜਾਬੀ ਤੁਹਾਡਾ ਬੱਚਾ ਚੰਗਾ ਸਮਝ ਗਿਆ, ਤੁਸੀਂ ਸਮਝ ਲਓ ਕਿ ਮੈਂ 12ਵੀਂ ਤੋਂ ਬਾਅਦ ਆਈਲੈਟ ਕਰਾ ਕੇ ਬਾਹਰ ਭੇਜਣਾ ਹੈ, ਉਹ ਆਈਲੈਟ ਵੀ ਬਿਹਤਰ ਕਰ ਲੇਗਾ। ਇਹ ਅਸੀਂ ਉਸ ਨੂੰ ਇਕੱਲੇ ਭਾਸ਼ਣ 'ਚ ਨਹੀਂ ਕਰਨਾ। ਜਿਹੜੇ ਵਿਦਵਾਨਾਂ ਦੀ ਗੱਲ ਕਰਕੇ ਹਟੇ ਨੇ ਉਹ ਭਾਸ਼ਣ ਕਰਦੇ ਨੇ ਇਕੱਲੇ, ਤੁਸੀਂ ਉਹਨੂੰ ਪ੍ਰੈਕਟੀਕਲੀ ਅਮਲ 'ਚ ਸਿਖਾਓ। ਕਿਉਂਕਿ ਜਦ ਤੁਸੀਂ ਇੱਕ ਪਾਸੇ ਤਾਂ ਧੱਕੇ ਨਾਲ ਲਿਖ ਦਿਓ ਵਿਜ ਡਾਕ, ਦੂਜੇ ਪਾਸੇ ਮਾਈਕਰੋਫੋਨ ਲਿਖੀ ਜਾਂਦੇ ਹੋ, ਫਿਰ ਈਮੇਲ ਹੀ ਲਿਖ ਦਿਓ ਯਾਰ ਵਿਜ ਡਾਕ, ਅੱਧਿਆਂ ਨੂੰ ਸਮਝ ਨਹੀਂ ਆਉਂਦੀ ਹੈ, ਤੇ ਤੁਸੀਂ ਦੂਜੇ ਪਾਸੇ ਕੰਪਿਊਟਰ ਲਿਖ ਦਿਓ। ਇਸ ਕਰਕੇ ਜਿਹੜਾ ਸਾਡੇ ਦਿਖਾਵਾ ਬਹੁਤ ਜ਼ਿਆਦਾ ਹੈ। ਅਸੀਂ ਇਸ ਗੱਲ ਦੇ ਉੱਤੇ ਆ ਜਾਈਏ। ਮੈਂ ਤੁਹਾਨੂੰ ਅੱਜ ਕਹਿਣਾ ਵੀ ਪੰਜਾਬੀ ਵਰਗੀ ਭਾਸ਼ਾ ਅਮੀਰ ਜਿਸ ਤਰੀਕੇ ਨਾਲ ਬੰਦੇ ਨੂੰ ਉਸ ਗੱਲ ਸਮਝ ਆਉਣੀ ਹੈ, ਮੈਂ ਸਾਰੀ ਡਾਕਟਰੀ ਪੰਜਾਬੀ 'ਚ ਪੜ੍ਹਾ ਸਕਦਾ, ਪਰ ਇਹਨਾਂ ਦੀ ਤਰ੍ਹਾਂ ਨਹੀਂ ਪੜ੍ਹਾ ਸਕਦਾ ਜਿਵੇਂ ਇਹ ਕਹਿੰਦੇ ਨੇ। ਉਸ ਤਰ੍ਹਾਂ ਤਾਂ ਉਹ ਕਹਿਰ ਕਾਫੀ ਹੋ ਜੂ, ਕਿਉਂਕਿ ਸਾਡੀ ਤਾਂ ਇੱਕ ਕਿਤਾਬ ਹੀ 8-8 ਹਜ਼ਾਰ ਪੇਜ ਦੀ ਆ, ਉਹਦੇ 'ਚ ਤਾਂ 200 ਪੇਜ ਦੇ ਤਾਂ ਉਹ ਸ਼ਬਦ ਨੇ। ਇੱਕ ਕਿਤਾਬ ਦੇ ਵਿੱਚ 200 ਪੰਨੇ ਨੇ ਉਹਦੇ ਇੰਡੈਕਸ ਦੇ, ਸ਼ਬਦਾਂ ਦੇ ਇੰਡੈਕਸ ਦੇ। ਉਹਨੂੰ ਕਿੰਨਿਆਂ ਨੂੰ ਇਹ ਟਰਾਂਸਲੇਸ਼ਨ ਕਰ ਦਾਂਗੇ? ਇਹਨਾਂ ਵਿਚਾਰਿਆਂ ਨੂੰ ਨਾ ਪੰਜਾਬੀ ਅੰਗਰੇਜ਼ੀ ਆਉਣੀ ਹੈ, ਨਾ ਡਾਕਟਰੀ ਆਉਣੀ ਹੈ, ਨਾ ਹੋਰ ਹੈ। ਕਾਹਦੇ ਵਾਸਤੇ ਉੱਥੇ ਪੰਗਾ ਲੈਣ ਦੀ ਲੋੜ ਹੈ? ਉਹਨੂੰ ਕਹੋ ਯਾਰ ਜਿਹੜੀ ਤੁਸੀਂ ਲਿਖਣੇ ਲਿਖ ਲਓ, ਪਰ ਇਹਨੂੰ ਗੁਰਮੁਖੀ ਲਿਪੀ 'ਚ ਪੜਾਓ। ਦੂਜੀ ਗੱਲ, ਜਿੱਥੇ ਜਿੱਥੇ ਪੰਜਾਬੀ ਬੰਦੇ ਪੰਜਾਬੀ, ਤਾਂ ਕਿ ਆਮ ਬੰਦੇ ਨੂੰ ਪਤਾ ਲੱਗ ਜੇ। ਹੁਣ ਮੈਂ ਛੋਟੀ ਜਿਹੀ ਉਦਾਹਰਨ ਦੇ ਕੇ ਆਪਣੀ ਗੱਲ ਖਤਮ ਕਰਾਂਗਾ, ਇਹ ਕਿਵੇਂ ਕਰਿਆ ਜਾ ਸਕਦਾ। ਜੀ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਹੁਣ ਤੁਸੀਂ ਕਹਿੰਦੇ ਹੋ ਨਾ ਵੀ ਪੰਜਾਬੀ ਅੰਗਰੇਜ਼ੀ ਦਾ ਕੀ ਫਰਕ ਹੈ। ਮੈਂ ਇੱਕ ਬੋਲਾਂਗਾ ਪੰਜਾਬੀ 'ਚ ਵੀ, ਅੰਗਰੇਜ਼ੀ 'ਚ, ਤੁਸੀਂ ਵੀ, ਆਪਣੇ ਦਰਸ਼ਕ ਵੀ ਸੁਣ ਲੈਣਗੇ। ਮੈਂ ਕਿਹਾ ਵੀ ਮਰੀਜ਼ ਆ ਗਿਆ ਮੇਰੇ ਕੋਲੇ, ਮੇਰੇ ਜੂਨੀਅਰ ਨੂੰ ਪੁੱਛਿਆ ਹਾਂ ਵੀ ਕੀ ਹੈ, ਉਹ ਕਹਿੰਦਾ ਸਰ ਅਕਿਊਟ ਰੈਨਲ ਸ਼ਟਡਾਊਨ PCN। ਤੁਹਾਨੂੰ ਸਮਝ ਆਈ? ਕਹਿੰਦੇ ਨਹੀਂ ਜੀ। ਮੈਂ ਦੁਬਾਰਾ ਬੋਲਦਾ, ਤੁਸੀਂ ਲਿਖ ਲਓ, ਗੁਰਮੁਖੀ 'ਚ ਲਿਖ ਲਓ, ਹੈ ਤਾਂ ਅੰਗਰੇਜ਼ੀ ਹੋਈ। The kidney has failed. Urine has stopped. We have to put up a pipe in the kidney to drain out the urine. Thereafter, we will operate. ਅੱਧਿਆਂ ਨੂੰ ਸਮਝ ਆ ਗਈ। ਮੈਂ ਕਹਿੰਦਾ ਭਾਈ ਇਹਦਾ ਗੁਰਦਾ ਖਰਾਬ ਹੋ ਗਿਆ, ਗੁਰਦਾ ਰੁਕ ਗਿਆ, ਰਸਤਾ ਪਿਸ਼ਾਬ ਅੰਦਰ ਹੀ ਰੁਕ ਗਿਆ। ਇਹਦੇ 'ਚ ਹੁਣ ਅਸੀਂ ਪਹਿਲਾਂ ਉੱਤੇ ਨਾਲ ਹੀ ਪਾ ਦਾਂਗੇ, ਗੁਰਦੇ 'ਚ ਪਿਸ਼ਾਬ ਕੱਢ ਦਾਂਗੇ, ਬਾਅਦ 'ਚ ਆਪਰੇਸ਼ਨ ਕਰ ਦਾਂਗੇ। ਹੁਣ ਸਮਝ ਆ ਗਈ? ਕਹਿੰਦੇ ਹਾਂ। ਮੈਂ ਕਿਹਾ ਆਹੀ ਫਰਕ ਹੈ। ਅੰਗਰੇਜ਼ੀ ਵੀ ਮੈਂ ਦੋ ਤਰ੍ਹਾਂ ਦੀ ਬੋਲੀ ਹੈ, ਇੱਕ ਅੰਗਰੇਜ਼ੀ ਮੇਰੇ ਡਾਕਟਰ ਨੂੰ ਸਮਝ ਆਉਣੀ ਹੈ, ਇੱਕ ਤੁਹਾਨੂੰ ਸਮਝ ਆਉਣੀ ਹੈ। ਸੋ ਸਾਨੂੰ ਭਾਸ਼ਾ ਦੇ ਉੱਤੇ, ਭਾਸ਼ਾ ਕਾਹਦੇ ਵਾਸਤੇ ਹੈ? ਭਾਸ਼ਾ ਦੂਜੇ ਨੂੰ ਗੱਲ ਸਮਝਾਉਣ ਵਾਸਤੇ ਹੈ। ਪਹਿਲਾ ਮੂਲ ਉਹਦਾ ਮੁੱਦਾ ਇਹ ਹੈ। ਜੇ ਗਾਲੋ ਕਦੇ ਆਪ ਕਰ ਬੱਚਾ ਮੂਆ, ਫਾਰਸੀ ਹੈ ਘਰ ਗਾਲੇ। ਸੋ ਇਸ ਕਰਕੇ ਸਾਡੇ ਵਿਦਵਾਨ ਅੱਜ ਆਪਦੀ ਹੰਕਾਰ 'ਚ ਨੇ। ਉਹ ਕਹਿੰਦੇ ਮੈਂ ਹੀ ਠੀਕ ਹਾਂ, ਬਾਕੀ ਦੁਨੀਆ ਸਾਰੀ ਗਲਤ ਹੈ। ਦੁਨੀਆ ਦੇ ਵਿੱਚ ਕਦੇ ਵੀ ਕੋਈ ਪਰਿਪੂਰਨ ਨਹੀਂ ਹੋਇਆ, ਕਦੇ ਕੋਈ ਪਰਪੱਕ ਨਹੀਂ ਹੋ ਸਕਦਾ। ਹਮੇਸ਼ਾ ਬੰਦਾ ਬਿਲਕੁਲ ਆਮ ਬੰਦੇ ਤੋਂ, ਅਸੀਂ, ਸਾਡੀ ਮਾਂ ਸਾਨੂੰ ਸਿਖਾਉਂਦੀ ਸੀ, ਪੁੱਤ ਜੇ ਕੋਈ ਹੋਰ ਨਾ ਮਿਲੇ ਕੰਧ ਤੋਂ ਰਾਇ ਲੈ ਲਈਦੀ ਹੈ। ਉਹਦਾ ਮਤਲਬ ਇਹ ਹੈ ਵੀ ਜਿਹੜਾ ਵੀ, ਇੱਕ ਹੋਰ ਉਦਾਹਰਨ ਦੇ ਕੇ, ਮੈਂ ਪਟਿਆਲੇ ਨਾ ਪੜ੍ਹਦਾ ਸੀ, ਉੱਥੇ ਇੱਕ ਜੋੜੀਆਂ ਭੱਠੀਆਂ ਵੱਲੋਂ ਰਸਤਾ ਜਾਂਦਾ ਹੈ, ਉੱਥੋਂ ਦੀ ਮੈਂ ਜਾਂਦਾ, ਉਹ ਨਾਲਾ ਹੈ ਉੱਥੇ, ਇੱਕ ਸਕੂਲ ਵੀ ਆ ਉੱਥੇ ਉਹ ਨਾ ਮੱਛੀਆਂ ਐਂ ਫੜਿਆ ਕਰੇ, ਐਂ ਛਿੱਦੇ ਇੱਕ ਵਾਰੀ 'ਚ, ਫਿਰ ਉਹ ਐਂ ਢਾਲੇ, ਫਿਰ ਐਂ ਛਿੱਦੇ। ਉਹ ਮੈਂ ਕਿਹਾ ਪਿਆਰ ਲਾੜਾ, ਇਹ ਤਾਂ ਸਰਜਰੀ ਸਿੱਖਣ ਦੀ ਲੋੜ ਹੈ, ਇਹ ਤਾਂ ਕਮਾਲ ਦੀ ਸਰਜਰੀ ਕਰਦਾ ਬੱਚੀ ਦੀ, ਸਰਜਰੀ ਤਾਂ ਇੰਨੀ ਸੋਹਣੀ ਕਰਨੀ ਚਾਹੀਦੀ ਹੈ। ਫਿਰ ਜਿਹੜੀਆਂ ਬੀਬੀਆਂ ਡਿੱਪਦੀਆਂ ਸੀ, ਉਹ ਦੇਖਦਾ ਸੀ ਮੈਂ, ਆ ਲੱਤ ਤੇ ਜਾ ਪਲਸਤਰ ਹੋਣਾ। ਇੱਕ ਦਿਨ ਮੇਰੇ ਜੂਨੀਅਰ ਨੇ ਲਾਇਆ, ਉੱਥੇ ਐਂ ਹੱਥ ਜਿਹਾ ਲੱਗਿਆ ਰਿਹਾ। ਮੈਂ ਯਾਰ ਇਹ ਸੁਰੇਸ਼ ਨੂੰ ਸਾਫ਼ ਤਾਂ ਕਰ ਦੇਣਾ ਸੀ। ਕਹਿੰਦਾ ਚਲੋ ਇਹ ਤਾਂ ਜੁੜਤਾ ਜਾਣੀ ਹੋਈ ਆ। ਮੈਂ ਕਿਹਾ ਜੁੜਤਾ ਜੇ ਤੂੰ ਨਾਲਾਇਕ ਨਾ ਹੋਈ ਹੁੰਦਾ ਤਾਂ ਵੀ ਜੁੜ ਜਾਂਦੀ। ਕਦੇ ਬੁੜੀਆਂ ਦਾ ਲਿਪਿਆ ਹੋਇਆ ਦੇਖਿਆ? 3 ਮਹੀਨੇ ਦੀ ਲੱਤ ਤੇ ਲੱਗਿਆ ਰਹਿਣਾ, ਇੱਥੇ ਟੋਆ ਜਿਹਾ ਪਿਆ ਰਹਿਣਾ, ਕਦੇ ਕੁਛ ਗਿੱਲਾ ਹੋ ਜੂ, ਹੋਰ ਹੋ ਜੂ। ਤੇਰੇ ਖਿਆਲ 'ਚ ਇਹ ਬੰਦਾ ਨਹੀਂ ਹੈ? ਸੋ ਸਾਨੂੰ ਜਿੰਨਾ ਚਿਰ ਅਸੀਂ ਪੰਜਾਬੀ ਨੂੰ ਸੱਚੀ ਮੁੱਚੀ ਅਮਲ ਦੇ ਵਿੱਚ ਨਹੀਂ ਲਿਆਉਂਦੇ। ਦੂਜਾ, ਇੱਕ ਤੁਸੀਂ ਕਿਹਾ ਸੀ ਮੰਡੀ ਨਾਲ ਜੁੜੀ ਹੋਈ ਗੱਲ, ਇਹ ਗੱਲ ਠੀਕ ਹੈ, ਪਰ ਮੈਨੂੰ ਐਂ ਲੱਗਦਾ ਮੰਡੀ ਨੂੰ ਅੱਜ ਪੰਜਾਬੀ ਦੀ ਬਲਕਿ ਲੋੜ ਹੈ, ਕਿਉਂਕਿ ਸਾਰੀਆਂ ਦਵਾਈਆਂ ਤੇ ਸਾਰੀ ਭਾਸ਼ਾ 'ਚ ਲਿਖਣਾ, ਘੱਟੋ ਘੱਟ ਮੈਂ ਡਾਕਟਰੀ ਬਾਰੇ ਕਹਿ ਸਕਦਾ, ਉਹ ਡਾਕਟਰੀ ਦੇ ਨਾਲ ਜੁੜੀਆਂ ਹੋਈਆਂ ਨੇ, ਜਿਹੜੀਆਂ ਪਸ਼ੂਆਂ ਦੀਆਂ ਦਵਾਈਆਂ ਵੀ ਨੇ, ਜਿਹੜੀਆਂ ਫਸਲਾਂ ਦੀਆਂ ਦਵਾਈਆਂ ਵੀ ਨੇ, ਉਹ ਸਾਰਿਆਂ ਦੇ ਉੱਤੇ ਤੁਹਾਨੂੰ ਸਾਰੀਆਂ ਭਾਸ਼ਾ 'ਚ ਲਿਖਣਾ ਜ਼ਰੂਰੀ ਹੈ, ਜਿਸ ਖੇਤਰ 'ਚ ਤੁਸੀਂ ਵੇਚਦੇ ਹੋ। ਪਰ ਉਹਦੇ ਵਿੱਚ ਜਿਹੜਾ ਪਰਚਾ ਵੀ ਬਣਾਉਣੇ ਤੁਸੀਂ, ਉਹਦੇ ਚੰਗੇ ਮਾੜੇ ਦਾ, ਵਰਤਣ ਦੇ ਤਰੀਕੇ ਦਾ, ਉਹ ਵੀ ਤੁਹਾਨੂੰ। ਇਸ ਕਰਕੇ ਪੰਜਾਬੀ ਦੀ ਵਿੱਚ ਮੰਡੀ 'ਚ ਵੀ ਸੁਭਾਵਨਾਵਾਂ ਹੈਗੀਆਂ ਨੇ। ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਵੀ ਪ੍ਰਾਈਵੇਟ ਜਿਹੜੇ ਨੇ, ਨਿੱਜੀ ਅਦਾਰੇ, ਕਈ ਵਾਰੀ ਕਈ ਚੀਜ਼ਾਂ ਨੂੰ ਬਹੁਤ ਜ਼ਿਆਦਾ ਵਿਕਸਿਤ ਕਰਦੇ ਨੇ, ਕਿਉਂਕਿ ਉਹਨਾਂ ਦੀਆਂ ਵਪਾਰਕ ਲੋੜਾਂ ਹੁੰਦੀਆਂ ਨੇ, ਭਾਵੇਂ ਕਿ ਸਰਕਾਰ ਨਾ ਵੀ ਕਰੇ। ਪਰ ਫਿਰ ਵੀ ਸਾਨੂੰ ਸਰਕਾਰ ਤੇ ਪੂਰਾ ਦਬਾਅ ਰੱਖਣਾ ਪਊਗਾ। ਸਾਨੂੰ ਸਰਕਾਰ ਦਾ ਜਿਹੜਾ ਹਮਲਾ ਹੈ, ਉਸ ਹਮਲੇ ਤੋਂ ਸੁਚੇਤ ਰਹਿਣਾ ਪਏਗਾ। ਜੇ ਉਹ ਤੋਂ ਸੁਚੇਤ ਹੋ ਕੇ ਅਸੀਂ ਕਰਨਾ ਸ਼ੁਰੂ ਕਰੀਏ, ਤਾਂ ਮੈਨੂੰ ਲੱਗਦਾ ਹੈ ਵੀ ਅਸੀਂ ਪੰਜਾਬੀ ਨੂੰ ਬਚਾ ਲਾਂਗੇ। ਠੀਕ ਹੈ। ਅਖੀਰ 'ਚ ਡਾਕਟਰ ਸੁਰਜੀਤ ਜੀ ਕੀ ਕਹੋਗੇ? ਦੇਖੋ, ਜਿਹੜੀ ਇਹਨਾਂ ਨੇ ਗੱਲ ਕਹੀ ਆ ਕਿ ਸਾਡੇ ਮੱਧ ਵਰਗ ਦੀਆਂ ਸਮੱਸਿਆਵਾਂ ਨੇ, ਬਿਲਕੁਲ ਬਿਨਾਂ ਸ਼ੱਕ ਠੀਕ ਕਹੀ ਹੈ ਕਿ ਜਿਹੜਾ ਸਾਡਾ ਮੱਧ ਵਰਗ ਹੈ,
ਉਹਦੇ ਸੁਪਨੇ ਵੱਡੇ ਨੇ, ਉਹਦੀਆਂ ਚਾਹਤਾਂ ਵੱਡੀਆਂ ਨੇ। ਤੇ ਪੰਜਾਬ ਦੇ ਬਾਰੇ ਤਾਂ ਮੈਂ ਇਹ ਵੀ ਕਹਿਣਾ ਹੁੰਦਾ ਕਿ ਪੰਜਾਬ ਦੇ ਬੰਦੇ ਜਿਹਨੂੰ ਕਹਿੰਦੇ ਨੇ ਕਿ ਸ਼ਾਨਦਾਰ ਨੌਕਰੀ ਭਾਲਦੇ ਨੇ, ਜਿਹੜੀ ਕਿਉਂਕਿ ਪੰਜਾਬ ਦੇ ਵਿੱਚ ਨਾ ਨੌਕਰੀਆਂ ਦੀ ਕਮੀ ਨਹੀਂ ਆ ਜਾਂ ਕੰਮ ਦੀ ਕਮੀ ਨਹੀਂ ਹੈ। ਮਜ਼ਦੂਰੀ ਕਰਨ ਲਈ ਬਾਹਰੋਂ ਲੋਕ ਇਸੇ ਲਈ ਆਉਂਦੇ ਨੇ ਇੱਥੇ, ਕਿਉਂਕਿ ਇੱਥੇ ਬਹੁਤ ਜਿਹਨੂੰ ਕਹਿੰਦੇ ਨੇ ਕਿ ਵਾਧੂ ਕੰਮ ਹੈ ਸਾਡੇ ਕੋਲ। ਪਰ ਜਿਹੜਾ ਸ਼ਾਨਦਾਰ ਕੰਮ ਹੈ ਪੰਜਾਬ ਦਾ ਬੰਦਾ ਉਹ ਕਰਨ ਵਾਸਤੇ ਦਿੱਲੀ ਦੱਖਣ ਤਾਂ ਕੀ ਹੁਣ ਮਤਲਬ ਵਿਦੇਸ਼ਾਂ ਦੇ ਵਿੱਚ ਇਸ ਲਈ ਜਾਂਦਾ ਹੈ ਕਿ ਉੱਥੇ ਜਿਹੜਾ ਕੰਮ ਹੈਗਾ ਉਹਦੇ ਪੈਸੇ ਚੰਗੇ ਮਿਲਣ ਤੇ ਉਸ ਦਾ ਜਿਹੜਾ ਜੀਵਨ ਪੱਧਰ ਆ ਉਹ ਚੰਗਾ ਹੋਵੇ, ਉਹਨੂੰ ਉਹ ਸ਼ਾਨਦਾਰ ਕੰਮ ਦੇ ਰੂਪ ਦੇ ਵਿੱਚ ਲੈਣਾ ਸ਼ੁਰੂ ਕਰ ਦਿੰਦਾ। ਪੰਜਾਬ ਦੇ ਵਿੱਚ ਉਹ ਜੀਵਨ ਪੱਧਰ ਲਈ ਕਰਦਾ ਤੇ ਮੱਧ ਸ਼੍ਰੇਣੀ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਹੋਰਾਂ ਖਿੱਤਿਆਂ ਦੀ ਤੁਲਨਾ ਵਿੱਚ ਕਾਫੀ ਵੱਡੀ ਮੱਧ ਸ਼੍ਰੇਣੀ ਪੰਜਾਬ 'ਚ ਰਹਿੰਦੀ ਹੈ। ਠੀਕ ਹੈ ਕਿ ਉਹ ਦੁਨੀਆ ਵੱਲ ਦੇਖਦੀ ਆ, ਉਹਦੀਆਂ ਗੁੰਝਲਾਂ ਨੇ, ਉਹ ਆਪਣੀ ਇਸ ਕਰਕੇ ਵੀ ਉਹ ਆਪਣੀ ਭਾਸ਼ਾ ਦੇ ਪ੍ਰਤੀ ਪਿੱਠ ਕਰਕੇ ਖੜੀ ਹੈ। ਦੂਸਰੀ ਗੱਲ ਹੈ ਕਿ ਜਿਹੜਾ ਇਹ ਮੱਧ ਸ਼੍ਰੇਣੀ ਦੇ ਵਿੱਚ ਹੀ ਮੰਨ ਲਓ ਪ੍ਰੋਫੈਸਰ ਆਉਂਦੇ ਨੇ, ਇੱਕ ਤਾਂ ਉਹ ਇਹਦਾ ਹਿੱਸਾ ਨੇ। ਹੁਣ ਮੈਂ ਸੋਚਦਾ ਸੀ ਕਿ ਇਹਨਾਂ ਨੇ ਕਿਹਾ ਕਿ ਇਹ ਭਾਸ਼ਣ ਦਿੰਦੇ ਨੇ ਤੇ ਭਾਸ਼ਣ ਦੇ ਕੇ ਗੱਲ ਨਹੀਂ ਬਣਦੀ। ਬਿਲਕੁਲ ਗੱਲ ਨਹੀਂ ਬਣਦੀ ਹੈਗੀ ਭਾਸ਼ਣ ਦੇ ਕੇ, ਪਰ ਕੀ ਜਿਹੜੇ ਜਿੱਥੇ ਚੀਜ਼ਾਂ ਪੜ੍ਹਾਈਆਂ ਜਾਣੀਆਂ ਨੇ ਉਹ ਮੇਰੇ ਕਾਬੂ 'ਚ ਨੇ ਕਿ ਮੈਂ ਜਾ ਕੇ ਮੈਂ ਭਾਸ਼ਣ ਦੇਣਾ ਬੰਦ ਕਰ ਦਿੰਦਾ। ਮੈਂ ਕਹਿੰਦਾ ਕਿ ਮਤਲਬ ਮੇਰੇ ਕੋਲ ਕੀ ਇਖਤਿਆਰ ਹੈ ਕਿ ਮੈਂ ਜਾ ਕੇ, ਜਾਂ ਜਿਹਦੇ ਵੱਲ ਉਹਨੇ ਇਸ਼ਾਰਾ ਕੀਤਾ ਉਹ ਜਾ ਕੇ, ਉਹਨੇ ਕੋਈ ਮੰਤਰੀ ਤਾਂ ਹੈ ਨਹੀਂਗਾ ਕਿ ਉਹਨੇ ਫੈਸਲਾ ਕਰਨਾ, ਨਾ ਉਹ ਸਕੱਤਰ ਹੈ ਸਿੱਖਿਆ ਦਾ ਕਿ ਉਹਨੇ ਫੈਸਲਾ ਕਰਨਾ। ਅਸੀਂ ਤਾਂ ਮਤਲਬ ਭਾਸ਼ਣਾਂ ਦੇ ਰਾਹੀਂ ਇੱਕ ਤਾਂ ਹੁੰਦਾ ਕਿ ਤੁਸੀਂ ਲੋਕਾਂ 'ਚ ਅਸਲੀ ਗੱਲ ਪਹੁੰਚਾਉਂਦੇ। ਆਪਾਂ ਹੁਣ ਗੱਲਬਾਤ ਕਰ ਰਹੇ ਹਾਂ, ਆਪਾਂ ਵੀ ਗੱਲਬਾਤ ਹੀ ਕਰ ਰਹੇ ਹਾਂ, ਤਾਂ ਗੱਲਬਾਤ ਰਾਹੀਂ ਅਸੀਂ ਇੱਕ ਚੇਤਨਾ ਪੈਦਾ ਕਰਨਾ ਚਾਹੁੰਦੇ ਹਾਂ ਕਿ ਮੁੱਦੇ ਕੀ ਨੇ, ਕਿੱਥੇ ਫਸੀ ਹੋਈਆਂ ਗੱਲਾਂ, ਕਿੱਥੇ ਅਸੀਂ ਉਹਨਾਂ ਨੂੰ ਠੀਕ ਕਰ ਸਕਦੇ ਹਾਂ, ਕੀ ਤਰੀਕੇ ਹੋਣਗੇ, ਅਸੀਂ ਸੁਝਾਅ ਦੇ ਸਕਦੇ ਹਾਂ। ਇੱਕ ਵਿਦਵਾਨ ਨੇ ਜਿਹੜਾ ਯੂਨੀਵਰਸਿਟੀ 'ਚ ਬੈਠਾ, ਉਸ ਨੇ ਆਪਣੇ ਕਲਮ ਨਾਲ ਕੋਈ ਫੈਸਲਾ ਕਰਕੇ ਪੰਜਾਬ ਦੇ ਵਿੱਚ ਕਿਵੇਂ ਪੰਜਾਬੀ ਪੜ੍ਹਾਈ ਜਾਵੇ, ਕਿਵੇਂ ਵਿਗਿਆਨ ਪੜ੍ਹਾਈ ਜਾਵੇ, ਇਹ ਨਹੀਂ ਕਰਨਾ ਹੁੰਦਾ। ਮੈਂ ਜਦ ਦਾ ਹੋਸ਼ ਸੰਭਾਲੀ ਹੈ, ਮੈਂ ਲਗਾਤਾਰ ਹੀ ਇਸ ਗੱਲ ਦੇ ਉੱਪਰ ਗੱਲ ਕਰ ਰਿਹਾ, ਲਿਖ ਰਿਹਾ, ਬੋਲ ਰਿਹਾ ਕਿ ਪੰਜਾਬੀ ਠੀਕ ਕਿਵੇਂ ਪੜ੍ਹਾਈ ਜਾ ਸਕਦੀ ਹੈ, ਅੰਗਰੇਜ਼ੀ ਕਿਵੇਂ ਠੀਕ ਪੜ੍ਹਾਈ ਜਾ ਸਕਦੀ ਹੈ, ਭਾਸ਼ਾ ਦਾ ਮਾਧਿਅਮ ਕਿਹੜਾ ਹੋਵੇ। ਜਿਹੜੀ ਵਿਗਿਆਨ ਦੀ ਪੜ੍ਹਾਈ ਦੀ ਗੱਲ ਕੀਤੀ ਹੈ, ਅਸੀਂ ਦੋਵੇਂ ਇੱਕ ਦੂਜੇ ਨਾਲ ਸਹਿਮਤ ਹਾਂ ਇਸ ਗੱਲ ਦੇ ਉੱਪਰ ਕਿ ਵਿਗਿਆਨ ਦੀ ਪੜ੍ਹਾਈ ਲਈ ਜ਼ਰੂਰੀ ਚੀਜ਼ ਹੈਗਾ ਕਿ ਪੰਜਾਬੀ ਮਾਧਿਅਮ ਦੇ ਵਿੱਚ ਵਿਗਿਆਨ ਦੀ ਪੜ੍ਹਾਈ ਹੋਵੇ, ਉਹ ਤਕਨੀਕੀ ਸ਼ਬਦਾਵਲੀ ਇੰਨ-ਬਿੰਨ ਅੰਤਰਰਾਸ਼ਟਰੀ ਪੱਧਰ ਦੀ ਅਪਣਾ ਲਈ ਜਾਵੇ ਤੇ ਜਿਹੜੇ ਵਾਕ ਨੇ ਉਹ ਸੁਭਾਵਿਕ ਰੂਪ ਦੇ ਵਿੱਚ ਆਪਣੀ ਭਾਸ਼ਾ ਦੇ ਵਿੱਚ ਹੋਣਗੇ ਤਾਂ ਉਹ ਆਪਣੇ ਵਿਦਿਆਰਥੀਆਂ ਨੂੰ ਸਮਝ ਆਉਣਗੇ ਤੇ ਵਿਗਿਆਨ ਫੈਲੂਗਾ। ਸਾਡੇ ਦਿੱਕਤ ਇਹ ਵੀ ਆਈ ਹੈ, ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਜਿੰਨਾ ਵਿਗਿਆਨ ਪਿਛਲੇ 30 ਸਾਲਾਂ 'ਚ ਪੰਜਾਬ 'ਚ ਪੜ੍ਹਾਇਆ ਗਿਆ, ਇੰਨਾ ਸ਼ਾਇਦ ਉਸ ਤੋਂ ਪਹਿਲਾਂ ਸਦੀਆਂ ਤੱਕ ਨਹੀਂ ਪੜ੍ਹਾਇਆ ਗਿਆ। ਪਰ ਉਹ ਵਿਗਿਆਨ ਸਾਡੇ ਨਾ ਮਨ ਮਸਤਕ ਦਾ ਹਿੱਸਾ ਬਣਿਆ, ਨਾ ਸਾਡੇ ਸੋਚ ਵਤੀਰੇ ਦਾ ਹਿੱਸਾ ਬਣਿਆ, ਤੇ ਉਹ ਕਿੱਥੇ ਗਿਆ? ਉਹ ਇਸ ਕਰਕੇ ਕਿ ਸਾਡੇ ਜੀਵਨ ਦਾ ਹਿੱਸਾ, ਸਾਡੀ ਸ਼ਖਸੀਅਤ ਦਾ ਹਿੱਸਾ ਨਹੀਂ ਬਣਿਆ, ਕਿਉਂਕਿ ਉਹ ਅਸੀਂ ਪੇਪਰ ਪਾਸ ਕਰਨ ਲਈ ਪੜ੍ਹਿਆ। ਅਸੀਂ ਉਹਨੂੰ ਆਪਣੀ ਭਾਸ਼ਾ ਦੇ ਵਿੱਚ ਸਿੱਖਦੇ ਤਾਂ ਸ਼ਾਇਦ ਵਿਗਿਆਨ ਸਾਡੀ ਚੇਤਨਾ ਦਾ, ਸਾਡੇ ਸੁਭਾਅ ਦਾ, ਸਾਡੇ ਵਤੀਰੇ ਦਾ, ਸਾਡੇ ਫੈਸਲਿਆਂ ਦਾ ਹਿੱਸਾ ਹੁੰਦਾ। ਇਸ ਕਰਕੇ ਜੇ ਅਸੀਂ ਇਸ ਦਿਸ਼ਾ ਵੱਲ ਜਾਣਾ ਤੇ ਇਹਦੇ ਵਾਸਤੇ ਲਗਾਤਾਰ ਜ਼ੋਰ ਦੇਣਾ ਪਊਗਾ। ਮੈਂ ਵੀ ਇਹ ਕਹਿਣਾ ਕਿ ਸਰਕਾਰ ਜਿਹੜੀ ਹੈਗੀ ਆ, ਜਿਹੜੀ ਯੋਜਨਾਬੰਦੀ ਆ, ਉਹ ਸਰਕਾਰ ਕੋਲ ਹੈ ਤੇ ਸਰਕਾਰ ਨੂੰ ਮਜਬੂਰ ਕਰਨਾ ਇਸ ਲਈ ਇਕੱਠ ਚਾਹੀਦਾ ਤੇ ਇਸ ਲਈ ਆਪਸ ਦੇ ਵਿੱਚ ਜਿਹੜੀਆਂ ਸਾਡੀਆਂ ਰਾਵਾਂ ਹੈਗੀਆਂ ਨੇ, ਆਪਸ 'ਚ ਬਹਿਸਾਂ ਨੇ, ਉਹ ਜ਼ਿਆਦਾ ਤਿੱਖੀਆਂ ਵੀ ਹੋਣੀਆਂ ਚਾਹੀਦੀਆਂ ਨੇ। ਇੱਕ ਦੂਜੇ ਦੀ ਗੱਲ ਨੂੰ ਕੱਟਣ ਦਾ ਸਾਡੇ ਕੋਲ ਜੁਰਤਮੰਦੀ ਵੀ ਹੋਣੀ ਚਾਹੀਦੀ ਹੈ ਤੇ ਅਸੀਂ ਗੱਲ ਨੂੰ ਸਵੀਕਾਰ ਕਰਨਾ ਵੀ ਸਿੱਖੀਏ ਕਿ ਜੇ ਮੈਨੂੰ ਲੱਗੇ ਕਿ ਮੇਰੀ ਗੱਲ ਧਾਰਨਾ ਠੀਕ ਨਹੀਂ ਹੈਗੀ ਤਾਂ ਮੈਂ ਉਸ ਨੂੰ ਮੰਨ ਲਵਾਂ। ਜਿਹੜੀ ਮੰਨ ਲਓ ਜੋਗਾ ਸਿੰਘ ਤੇ ਮੈਂ ਅਸੀਂ ਮਿੱਤਰ ਹਾਂ, ਪਰ ਮੈਂ ਉਹਨਾਂ ਦੀ ਧਾਰਨਾ ਨਾਲ ਕਦੇ ਸਹਿਮਤ ਨਹੀਂ ਹੈਗਾ ਜਿਸ ਤਰ੍ਹਾਂ ਨਾਲ ਉਹ ਵਿਗਿਆਨ ਦੀ ਪੜ੍ਹਾਈ ਤੇ ਬਹੁਤ ਸਾਰੀ ਸ਼ਬਦਾਵਲੀ ਵਾਸਤੇ ਉਹ ਸਲਾਹ ਦਿੰਦੇ ਨੇ। ਤੇ ਜੇ ਅਸੀਂ ਇਸ ਤਰੀਕੇ ਨਾਲ ਇਕੱਠੇ ਹੋ ਕੇ ਲਗਾਤਾਰ ਬੋਲਾਂਗੇ ਤੇ ਬੋਲਦੇ ਹੋਏ ਅਸੀਂ ਸਰਕਾਰ ਨੂੰ ਮਜਬੂਰ ਕਰਨ ਦੇ ਵਾਸਤੇ ਕਾਮਯਾਬ ਹੋਵਾਂਗੇ। ਮੈਂ ਤੁਹਾਨੂੰ ਇੱਕ ਅਖੀਰ ਦੇ ਵਿੱਚ ਦੱਸ ਦਿੰਦਾ ਕਿ ਰਾਣਾ ਰਣਬੀਰ ਤੇ ਮੈਂ, ਅਸੀਂ ਦੋਵਾਂ ਨੇ, ਰਾਣਾ ਰਣਬੀਰ ਜਿਹੜਾ ਕਲਾਕਾਰ ਹੈ, ਅਸੀਂ ਦੋਵਾਂ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ। ਅਸੀਂ ਸਕੂਲਾਂ ਦੇ ਵਿੱਚ ਗਏ, ਅਸੀਂ ਕਿਹਾ ਕਿ ਕਿਉਂਕਿ ਲੋਕਾਂ ਦੀ ਇੱਛਾ ਹੈ, ਜਿਹੜਾ ਇਹਨੇ ਕਿਹਾ ਬੱਚੇ ਨੂੰ ਪੰਜਾਬੀ ਆ ਜਾਵੇ, ਪਿੰਡ ਦਾ ਸਧਾਰਨ ਤੋਂ ਸਧਾਰਨ ਬੰਦਾ ਵੀ ਅੱਜ ਕੱਲ੍ਹ ਇਹ ਨਹੀਂ ਕਹਿੰਦਾ ਕਿ ਮੇਰੇ ਬੱਚੇ ਨੂੰ ਪੰਜਾਬੀ ਆ ਜਾਵੇ, ਉਹ ਇਹ ਮੰਗਦਾ ਕਿ ਮੇਰੇ ਬੱਚੇ ਨੂੰ ਅੰਗਰੇਜ਼ੀ ਆ ਜਾਵੇ ਤੇ ਮੇਰੇ ਬੱਚੇ ਦੀ ਅੰਗਰੇਜ਼ੀ ਨਾਲ ਪਾਰ ਉਤਾਰਾ ਹੋ ਜਾਊਗਾ। ਤੇ ਜਦੋਂ ਪੰਜਾਬੀ ਲਾਗੂ ਕੀਤੀ ਗਈ, ਅੰਗਰੇਜ਼ੀ ਲਾਗੂ ਕੀਤੀ ਗਈ ਸੀ ਪਹਿਲੀ ਕਲਾਸ ਤੋਂ, ਜਦੋਂ ਅਕਾਲੀ ਸਰਕਾਰ ਦੇ ਵਿੱਚ ਜਥੇਦਾਰ ਤੋਤਾ ਸਿੰਘ ਸੀਗੇ, ਉਹਨਾਂ ਨੇ ਅੰਗਰੇਜ਼ੀ ਲਾਗੂ ਕੀਤੀ, ਤਾਂ ਉਦੋਂ ਇਹ ਸੀ ਕਿ ਲੋਕਾਂ ਦੀ ਮੰਗ ਹੈ ਕਿ ਸਾਨੂੰ ਅੰਗਰੇਜ਼ੀ ਪੜ੍ਹਾਈ ਜਾਵੇ। ਤਾਂ ਜ਼ਾਹਿਰ ਹੈ ਕਿ ਲੋਕਾਂ ਨੂੰ ਵੀ ਦੱਸਣਾ ਪਊਗਾ, ਜਾ ਕੇ ਪਿੰਡ ਜਾਣਾ ਪਊਗਾ, ਲੇਖਕਾਂ ਨੂੰ ਜਾਣਾ ਪਊਗਾ, ਅਧਿਆਪਕਾਂ ਨੂੰ ਜਾਣਾ ਪਊਗਾ। ਮੈਂ ਤੇ ਰਾਣੇ ਨੇ ਇੱਕ ਸਾਲ ਦੇ ਵਿੱਚ ਅਸੀਂ ਘੱਟੋ ਘੱਟ 35 ਅਸੀਂ ਇਸ ਤਰ੍ਹਾਂ ਦੇ ਸ਼ਨੀਵਾਰ ਵਰਤਦੇ ਸੀ ਕਿ ਮੈਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਬਾਅਦ ਸ਼ਨੀਵਾਰ ਇਸ ਗੱਲ ਹੀ ਰੱਖਿਆ ਹੋਇਆ ਸੀਗਾ ਕਿ ਸ਼ਨੀਵਾਰ ਤੇ ਕਿਤੇ ਅਸੀਂ ਐਤਵਾਰ ਕਿਤੇ ਛੁੱਟੀ ਵਾਲਾ ਦਿਨ ਵਰਤਿਆ। ਕੁੱਲ ਮਿਲਾ ਕੇ ਸਾਲ 'ਚ ਅਸੀਂ 35 ਪ੍ਰੋਗਰਾਮ ਕੀਤੇ। ਉਹਨਾਂ ਦੇ ਵਿੱਚ ਸਕੂਲਾਂ ਦੇ ਵਿੱਚ ਗਏ, ਕਾਲਜਾਂ 'ਚ ਗਏ, ਤਾਂ ਕਿ ਲੋਕਾਂ ਨੂੰ ਇਹ ਦੱਸਿਆ ਜਾ ਸਕੇ ਕਿ ਵਿਗਿਆਨ ਅੰਗਰੇਜ਼ੀ 'ਚ ਪੜ੍ਹਾਇਆ ਪੰਜਾਬੀ 'ਚ ਪੜ੍ਹਾਇਆ ਜਾ ਸਕਦਾ, ਸਿਰਫ ਅੰਗਰੇਜ਼ੀ 'ਚ ਨਹੀਂ ਪੜ੍ਹਾਇਆ ਜਾ ਸਕਦਾ।
ਦੁਨੀਆ ਭਰ ਦੇ ਵਿੱਚ ਸਿਰਫ ਜਿਹੜੇ ਸਾਡੇ ਗੁਲਾਮ ਰਹੇ ਹੋਏ ਮੁਲਕ ਨੇ ਉਹਨਾਂ ਨੂੰ ਛੱਡ ਕੇ ਸਾਰੀਆਂ ਜਿਹੜੇ ਜਿੰਨੇ ਮੁਲਕ ਨੇ ਉਹਨਾਂ ਦੀਆਂ ਆਪਣੀਆਂ ਭਾਸ਼ਾਵਾਂ ਦੇ ਵਿੱਚ ਹੀ ਸਾਇੰਸ ਪੜ੍ਹਾਈ ਜਾਂਦੀ ਹੈ। ਅਸੀਂ ਉਹਨਾਂ ਨੂੰ ਦੱਸ ਦਈਏ, ਗਿਆਨ ਦਈਏ, ਅਸੀਂ ਦੱਸੀਏ ਕਿ ਸਹੀ ਅੰਗਰੇਜ਼ੀ ਸਿੱਖਣ ਵਾਸਤੇ ਵੀ ਆਪਣੀ ਮਾਤ ਬੋਲੀ ਦੇ ਵਿੱਚ ਮੁੱਢਲੀ ਪੜ੍ਹਾਈ ਸਾਰੀ ਹੋਣੀ ਬਹੁਤ ਜ਼ਰੂਰੀ ਹੈ। ਅੰਗਰੇਜ਼ੀ ਜਿਹੜੀ ਹੈਗੀ ਆ ਉਹ ਦੇਰ ਨਾਲ ਪੜ੍ਹਾਈ ਜਾਵੇ ਤਾਂ ਚੰਗੇ ਨਤੀਜੇ ਨਿਕਲਣਗੇ। ਇਹ ਗੱਲਾਂ ਲੋਕਾਂ ਦੇ ਵਿੱਚ ਲੈ ਕੇ ਜਾਣੀਆਂ ਪੈਣਗੀਆਂ। ਸਰਕਾਰਾਂ ਤੇ ਦਬਾਅ ਬਣਾਉਣਾ ਉਹਦਾ ਇੱਕ ਆਪਣਾ ਕੰਮ ਹੈ, ਪਰ ਸਾਨੂੰ ਲੇਖਕਾਂ ਨੂੰ, ਸਾਨੂੰ ਅਧਿਆਪਕਾਂ ਨੂੰ ਲਾਜ਼ਮੀ ਤੌਰ ਤੇ ਪਿੰਡਾਂ ਦੇ ਵਿੱਚ, ਕਸਬਿਆਂ ਦੇ ਵਿੱਚ, ਕਾਲਜਾਂ ਦੇ ਵਿੱਚ, ਸਕੂਲਾਂ ਦੇ ਵਿੱਚ ਜਾ ਕੇ ਇੱਕ ਮੁਹਿੰਮ ਬਣਾਉਣੀ ਪਊਗੀ ਕਿ ਲੋਕਾਂ ਨੂੰ ਅਸੀਂ ਚੁਕੰਨੇ ਕਰ ਸਕੀਏ ਕਿ ਜਿਹੜੇ ਰਸਤੇ ਤੇ ਅਸੀਂ ਪਏ ਹੋਏ ਹਾਂ ਇਹ ਵਿਗਿਆਨਕਤਾ ਦਾ ਰਸਤਾ ਨਹੀਂ ਹੈ, ਇਹ ਸਫਲਤਾ ਦਾ ਰਸਤਾ ਵੀ ਨਹੀਂ ਹੈ, ਇਹ ਠੀਕ ਗਿਆਨ ਹਾਸਲ ਕਰਨ ਦਾ ਰਸਤਾ ਵੀ ਨਹੀਂ ਹੈ। ਜਿਉਂ-ਜਿਉਂ ਅਸੀਂ ਅੱਗੇ ਵਧ ਰਹੇ ਹਾਂ ਇਹ ਜ਼ਿੰਮੇਵਾਰੀਆਂ ਸਾਡੇ ਉੱਪਰ ਹੋਰ ਵੱਧ ਰਹੀਆਂ ਨੇ, ਪਰ ਜਿਹੜਾ ਇੱਕ ਅਧਿਆਪਕ ਹੈ, ਇੱਕ ਵਿਦਵਾਨ ਹੈ, ਉਸ ਨੇ ਇਸ ਕਿਸਮ ਦੀ ਚੇਤਨਾ ਦਾ ਪ੍ਰਸਾਰ ਕਰਨ ਵਾਸਤੇ ਹੀ ਕੰਮ ਕਰਨਾ ਹੁੰਦਾ ਹੈ ਤੇ ਉਹ ਜਿਨ੍ਹਾਂ ਨੇ ਫੈਸਲੇ ਲੈਣੇ ਨੇ ਉਹਨਾਂ ਨੂੰ ਮਜਬੂਰ ਕਰ ਸਕਦਾ ਹੈ। ਜਿਸ ਰਾਏ ਦੇ ਆਧਾਰ ਦੇ ਉੱਪਰ ਫੈਸਲੇ ਲੈਣੇ ਨੇ ਸਰਕਾਰਾਂ ਨੇ, ਉਸ ਰਾਏ ਨੂੰ ਬਦਲਣ ਦੇ ਵਾਸਤੇ ਕੰਮ ਕਰ ਸਕਦਾ। ਜੇ ਅਸੀਂ ਉਹ ਕੰਮ ਕਰਾਂਗੇ ਤਾਂ ਪੰਜਾਬੀ ਜਿਹੜੀ ਹੈਗੀ ਆ ਉਹ ਤਰੱਕੀ ਕਰੇਗੀ, ਨਾ ਕੇਵਲ ਬਚੇਗੀ ਸਗੋਂ ਉਹ ਗਿਆਨ ਵਿਗਿਆਨ ਦੀ ਭਾਸ਼ਾ ਵੀ ਬਣੇਗੀ। ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਮੈਂ ਇੱਕ ਲਾਈਨ ਚ ਕਹਿਣੀ ਚਾਹੁੰਦਾ, ਇੱਕ ਗੱਲ, ਇੱਕ ਲਾਈਨ ਚ ਬਸ। ਹਾਂਜੀ ਗਰਗ ਸਾਹਿਬ, ਅਸੀਂ ਇੱਥੇ ਜਿਹੜਾ ਜ਼ਰੂਰੀ ਮਟੀਰੀਅਲ ਹੈ, ਜੇ ਮਟੀਰੀਅਲ ਤਿਆਰ ਨਹੀਂ ਹੋਏਗਾ ਕੋਈ ਪਾਲਿਸੀ ਨਹੀਂ ਬਣੇਗੀ। ਅਡਲਟ ਐਜੂਕੇਸ਼ਨ 'ਚ ਪੰਜਾਬ 4 ਕਰੋੜ ਰੁਪਏ ਖਰਚਦਾ ਸੀ, ਧੇਲੇ ਦੀ ਪੜ੍ਹਾਈ ਨਹੀਂ ਹੁੰਦੀ ਸੀ। ਪੂਰੇ ਇੰਡੀਆ ਲੈਵਲ ਤੇ ਅਸੀਂ ਮੁਹਿੰਮ ਚਲਾਈ, ਹਰ ਭਾਸ਼ਾ 'ਚੋਂ ਪੜ੍ਹਾਏ ਗਏ, ਹਰ ਭਾਸ਼ਾ 'ਚ ਉਹੀ ਗੀਤ ਹਰ ਭਾਸ਼ਾ 'ਚ ਬਦਲਿਆ ਗਿਆ, ਇਹਦੀ ਵੀ ਨਕਲ ਕਰੀ ਗਈ, ਲਿਖੇ ਗਏ, ਗਾਏ ਗਏ, ਨਾਟਕ ਕਰੇ ਗਏ ਤੇ ਸਾਰੀਆਂ ਸਰਕਾਰਾਂ ਨੇ ਉਹ ਪਾਲਿਸੀ ਦੇ ਤੌਰ ਤੇ ਮੰਨਿਆ, ਕਿਉਂਕਿ ਉਹਦੇ 'ਚ ਟ੍ਰੇਨਿੰਗ ਕਿਵੇਂ ਦੇਣੀ ਹੈ, ਕਿੰਨੇ ਘੰਟੇ ਦੀ ਟ੍ਰੇਨਿੰਗ ਹੋਊਗੀ, ਕੀ ਟ੍ਰੇਨਿੰਗ ਦੇਵਾਂਗੇ, ਕਿਹੋ ਜਿਹਾ ਸਥਾਨ ਚਾਹੀਦਾ, ਹਰ ਚੀਜ਼ ਤੁਹਾਨੂੰ ਕਿਹੋ ਜਿਹੀ ਸਮੱਗਰੀ ਚਾਹੀਦੀ ਹੈ। ਤੁਸੀਂ ਉਹਦੇ ਉੱਤੇ ਇੰਨਾ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਹਦੀ ਲੋੜ ਕਿਉਂ ਹੈ ਪੜ੍ਹਾਉਣ ਦੀ? ਅਸੀਂ ਲਿਖਿਆ ਵਾਈ ਲਿਟਰੇਸੀ, ਵਟ ਇਜ਼ ਲਿਟਰੇਸੀ, ਹੋਲ ਲਿਟਰੇਸੀ। ਸੋ ਜਿਹੜਾ ਕਹਿਣ ਦਾ ਮੇਰਾ ਮਤਲਬ ਹੈ, ਤੁਹਾਨੂੰ ਜਿਹੜਾ ਪਾਲਿਸੀ ਮੇਕਰ ਹੈ ਇਹ 'ਚ ਕੋਈ ਉਹ ਨਹੀਂ ਹੈ। ਪਾਲਿਸੀ ਮੇਕਰ ਨੂੰ ਉਹੀ ਜਿਹਾ ਮਟੀਰੀਅਲ ਤਾਂ ਅਸੀਂ ਕਹਿੰਦੇ ਜੀ ਮੈਂ ਲਿਖਤਾ, ਤੁਸੀਂ ਮੇਰੀ ਗੱਲ ਮੰਨ ਲਓ। ਪਾਲਿਸੀ ਮੇਕਰ ਨੂੰ ਅਸੀਂ ਉਹ ਦਈਏ ਜਾਂ ਤਾਂ ਉਹਨੂੰ ਜੱਜ ਜੇ, ਜਾਂ ਅਸੀਂ ਅਕਾਦਮਿਕ ਸਰਕਲ ਦੇ ਵਿੱਚ ਇਹ ਉਹਨੂੰ ਪ੍ਰਵਾਨ ਕਰਵਾ ਕੇ ਫਿਰ ਕਹੀਏ ਵੀ ਦੇਖੋ ਸਾਰੇ ਵਿਦਵਾਨ ਕਹਿ ਰਹੇ ਨੇ ਆਹ ਪਿਆ, ਸਾਡਾ ਸਭ ਦੀ ਇੱਕ ਰਾਏ ਹੈ, ਨਾ ਤਾਂ ਸਾਡੀ ਇੱਕ ਰਾਏ ਅਸੀਂ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਕੋਈ ਤਾਂ ਸਾਨੂੰ ਪ੍ਰੋਟੋਕੋਲ ਤੈਅ ਕਰਨੀ ਪਊਗੀ, ਮਰਿਆਦਾ ਜਿਹਨੂੰ ਕਹਿੰਦੇ ਆ, ਨਾ ਅਸੀਂ ਉਹਦੇ 'ਤੇ ਕੋਈ ਮਟੀਰੀਅਲ ਇਸ ਤਰ੍ਹਾਂ ਦਾ ਤਿਆਰ ਕਰਦੇ ਹਾਂ ਕਿ ਉਹਨੂੰ ਲੱਗੇ ਪਾਲਿਸੀ ਮੇਕਰ ਨੂੰ ਯਾਰ ਇਹ ਗੱਲ ਤਾਂ ਠੀਕ ਹੈ। ਕਿਉਂਕਿ ਮੇਰਾ ਪ੍ਰੋਫੈਸ਼ਨ ਇਹਨਾਂ ਨਾਲੋਂ ਥੋੜ੍ਹਾ ਡਿਫਰੈਂਟ ਰਿਹਾ। ਅਸੀਂ ਹੈਲਥ ਦੇ ਵਿੱਚ ਫੀਸਾਂ ਦੇ ਮਾਮਲੇ ਦੇ ਵਿੱਚ ਵੀ ਕੈਬਨਿਟ ਤੱਕ ਫੈਸਲੇ ਹੋਏ ਨੇ। ਇੱਕ ਲਾਈਨ ਕਹਿ ਕੇ ਗੱਲ ਖਤਮ ਕਰਦਾ ਵੀ ਜੇ ਲਿਖਣਾ ਕਿਵੇਂ ਹੁੰਦਾ। ਵੱਡੀ ਉੱਚ ਤਾਕਤੀ ਕਮੇਟੀ ਬਣ ਗਈ, ਬਾਦਲ ਸਾਹਿਬ ਦੀ ਸਰਕਾਰ ਸੀ ਕਿ MBA ਦੀ ਫੀਸ 50,000 ਕਰ ਦਿਓ। ਮੈਂ ਉਹਦੇ ਟੈਕਨੀਕਲ ਮੈਂਬਰ ਸੀ, ਮੈਂ ਨਹੀਂ ਬਣਾਇਆ। ਮੈਨੂੰ ਪੁੱਛਿਆ ਬਣਾਇਆ ਕਿਉਂ ਨਹੀਂ? ਮੈਂ ਕਿਹੜਾ ਸਰਕਾਰ ਦਾ ਨੌਕਰ ਹਾਂ, ਮੈਂ ਤਾਂ ਸਰਕਾਰ ਦਾ ਕਿਹਾ ਥੋੜ੍ਹਾ ਮੁੜ ਸਕਦਾ, ਪਰ ਜਦ ਮੈਂ ਲਿਖਣ ਲੱਗਦਾ ਉਦੋਂ ਮੇਰਾ ਦਿਮਾਗ ਹੱਥ ਨਹੀਂ ਚੱਲਣ ਦਿੰਦਾ। ਤੇ ਜਿਹਨੂੰ ਦਰੰਗ ਹੁੰਦਾ ਨਾ ਉਹਨੂੰ ਕੁਝ ਨਹੀਂ ਹੋਇਆ ਹੁੰਦਾ, ਉਹਦੇ ਹੱਥ ਬਾਂਹ ਨੂੰ ਉਹਦੇ ਦਿਮਾਗ ਦਾ ਹੀ ਗੜਬੜ ਹੁੰਦੀ ਹੈ। ਚੀਫ ਸੈਕਟਰੀ ਕਹਿੰਦਾ ਕਿ ਕੋਈ ਨਹੀਂ, ਜੋ ਤੁਸੀਂ ਸੋਚਦੇ ਹੋ ਉਹ ਲਿਖ ਦਿਓ, ਜੋ ਅਸੀਂ ਕਹਿਣਾ ਉਹ ਲਿਖ ਦਿਓ। ਹੁਣ 3 ਲਾਈਨਾਂ 'ਚ ਕਹੂੰ ਮੈਂ ਕੀ ਲਿਖਿਆ। ਮੈਂ ਲਿਖਿਆ ਉੱਚ ਤਾਕਤੀ ਸਮਰੱਥ ਕਮੇਟੀ ਨੇ ਕਿਹਾ ਕਿ 50,000 ਫੀਸ ਕਰ ਦਿਓ, ਇਹ ਹਰ ਸਾਲ 20% ਵਧਾ ਦਿਓ, ਪ੍ਰਤੀਸ਼ਤ ਵਧਾ ਦਿਓ। ਮੈਂ ਚਾਰਟ ਨਾਲ ਰਿਹਾ। ਜੇ ਫੀਸ ਕਰਾਂਗੇ ਤਾਂ ਇਹਦੇ ਨਾਲ ਜਿਹੜੇ ਤਨਖਾਹ ਬਹੁਤ ਵੱਧ ਮੰਗਣਗੇ ਡਾਕਟਰ, ਤੇ ਡਾਕਟਰਾਂ ਦਾ 1,50,000 ਰੁਪਏ ਮਹੀਨੇ ਦਾ ਖਰਚਾ, ਉਹ 1,80,000 ਅਸੀਂ ਤਨਖਾਹ ਦਿੰਦੇ ਹਾਂ। ਜੋ ਇੱਕ ਪ੍ਰੋਫੈਸਰ ਦਾ 10,000 ਖਰਚ ਹੁੰਦਾ, ਤਨਖਾਹ ਉਹਨੂੰ ਵੀ 1,80,000 ਦਿੰਦੇ ਹਾਂ। ਸੋ ਜਾਂ ਤਾਂ ਡਾਕਟਰੀ ਕਰਨਗੇ ਨਹੀਂ ਲੋਕ, ਜਾਂ ਫਿਰ ਉਹ ਤਨਖਾਹ ਜ਼ਿਆਦਾ ਮੰਗਣਗੇ। ਸਰਕਾਰ ਕਹੂ ਵੀ ਅਸੀਂ ਲਾਉਣੀ ਨਹੀਂ ਡਾਕਟਰ, ਤੁਸੀਂ ਕੀ ਲੈਣਾ, ਨਾ ਲਾਓ। ਫਿਰ ਉਹ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਕਰਨਗੇ। ਜਦੋਂ ਪ੍ਰਾਈਵੇਟ ਪ੍ਰੈਕਟਿਸ ਉਹ ਆਪਣੀ ਫੀਸ ਉੱਚੀ ਰੱਖਣਗੇ, ਉੱਥੇ ਗਰੀਬ ਆਦਮੀ ਜਾ ਨਹੀਂ ਸਕੇਗਾ, ਉਹ ਬਿਮਾਰ ਪਿਆ ਰਹੇਗਾ ਜਾਂ ਮਰ ਜਾਏਗਾ। ਤੇ ਉਹੀ ਗਰੀਬ ਆਦਮੀ ਤੁਹਾਡੇ ਝੋਨਾ ਲਾਉਂਦਾ, ਉਹੀ ਕਣਕ ਕੱਢਦਾ, ਉਹੀ ਰੇਹੜੀ ਰਿਕਸ਼ਾ ਚਲਾਉਂਦਾ, ਉਹੀ ਤੁਹਾਡੀ ਫੈਕਟਰੀ ਚਲਾਉਂਦਾ, ਉਹੀ ਬੱਸ ਚਲਾਉਂਦਾ, ਉਹੀ ਦਫ਼ਤਰ 'ਚ ਬਾਹੂ ਹੈ, ਉਹੀ ਪੀਣ ਹੈ, ਜੇ ਉਹੀ ਦੁਕਾਨਦਾਰ ਹੈ। ਤੇ ਜੇ ਤੁਹਾਡੇ ਇਹ ਹੋਣਾ ਹੀ ਨਹੀਂ ਕੁਛ, ਫਿਰ ਅਰਥਚਾਰਾ ਕਿੱਥੋਂ ਆਊ? ਇਸ ਕਰਕੇ ਬੜਾ ਘਾਤਕ ਹੋਏਗਾ ਅਰਥਚਾਰੇ ਵਾਸਤੇ। ਹਾਂ, ਪਹਿਲਾਂ 11,000 ਹੈ, 13,000 ਕਰ ਦਿੱਤੀ ਜਾਵੇ। ਜੀ ਕੈਬਨਿਟ 'ਚ ਪਾਸ ਹੋ ਗਿਆ, ਥੱਲੇ ਤੁਹਾਡੇ ਗਏ ਉੱਤੇ ਤੱਕ, ਤੇ 13,000 ਫੀਸ ਰਹੀ 8 ਸਾਲ। ਸੋ ਸਾਨੂੰ ਗੱਲ ਜਿਹੜੀ ਕਹਿਣੀ ਹੈ, ਉਹ ਜਿਹੜਾ ਸੁਣਨ ਵਾਲਾ, ਜਿਹੜਾ ਫੈਸਲਾ ਕਰਨ ਤਾਕਤ ਹੈ, ਉਹਨੂੰ ਪਤਾ ਲੱਗ ਜਾਏ ਹਾਂ ਯਾਰ ਗੱਲ ਤਾਂ ਆ ਸਕਦੀ ਹੈ। ਹੁਣ ਦੱਸੋ ਉਹਦੇ 'ਚ ਕਿਹੜੀ ਡਾਕਟਰੀ ਦੀ, ਕਿਉਂਕਿ ਡਾਕਟਰੀ ਨੂੰ ਤਾਂ ਇਲਾਜ ਕਰਨਾ ਨਾ ਆਖਰਕਾਰ। ਤੇ 13,000 ਰਹੀ। ਔਰ ਪ੍ਰਾਈਵੇਟ ਦੀ ਵੀ ਅਗਲੀ ਗੱਲ, ਇਹਨਾਂ ਨੂੰ ਤਾਂ ਯੂਨੀਵਰਸਿਟੀਆਂ 'ਚ ਫੀਸਾਂ ਮੈਨੂੰ ਪਤਾ ਕਿਵੇਂ ਵਧਾਈਆਂ ਹੋਈਆਂ ਨੇ। ਪ੍ਰਾਈਵੇਟ ਕਾਲਜਾਂ 'ਚ ਮੈਨੇਜਮੈਂਟ ਕੋਟੇ ਦੀ ਫੀਸ 13,000, DMC CMC 'ਚ ਨਾ, ਸੌਰੀ ਸਰਕਾਰੀ ਕੋਟੇ ਦੀ, ਗਲਤ ਕਹਿ ਗਿਆ ਮੈਂ, ਸਰਕਾਰੀ ਕੋਟੇ ਦੀ 50% ਸਰਕਾਰੀ ਕੋਟਾ ਸੀ। ਇਹਨਾਂ ਦੇ ਕਿਸੇ ਕਾਲਜ 'ਚ ਵੀ ਅੱਜ ਦਿਖਾ। ਸੋ ਇਸ ਕਰਕੇ ਆਪਾਂ ਐਂ ਨਾ ਕਹੀਏ, ਆਪਾਂ ਨੂੰ ਬੜੇ ਖੁੱਭ ਕੇ ਕਰਨਾ ਪੈਂਦਾ ਆਪਦੇ ਪੰਜਾਬ ਵਾਸਤੇ, ਆਪਦੀ ਭਾਸ਼ਾ ਵਾਸਤੇ, ਆਪਦੇ ਲੋਕਾਂ ਵਾਸਤੇ, ਆਪਦੇ ਸੱਭਿਆਚਾਰ ਵਾਸਤੇ। ਜਦ ਅਸੀਂ ਉਹ ਖੁੱਭ ਕੇ ਕਰਦੇ ਹਾਂ
ਤਾਂ ਸਾਨੂੰ ਉਹ ਗੱਲ ਦੀ ਸਮਝ ਆਉਂਦੀ। ਮੈਨੂੰ ਕਿਸੇ ਨੇ ਸਿਖਾਇਆ ਨਹੀਂ ਸੀ, ਮੈਂ ਆਪਦੀ ਕਾਪੀ ਤੇ ਲਿਖਿਆ ਸੀ ਦਵਾ ਵਿਗਿਆਨ ਦੀ ਤੇ ਰੋਗ ਵਿਗਿਆਨ ਦੀ ਤੇ ਪਹਿਲਾਂ ਰੋਗ ਪਛਾਣ, ਦਵਾ ਵਿਗਿਆਨ ਤੇ ਲਿਖਿਆ ਐਸਾ ਦਾਰੂ ਲੋੜ ਲੈ ਜਿਤ ਵੰਝੇ ਰੋਗਾਂ ਕਾਣ। ਮਨੋਰੋਗ ਤੇ ਲਿਖਿਆ ਸੀ ਵੈਦ ਬੁਲਾਇਆ ਵੈਦਗੀ ਪਕੜ ਢੋਲੇ ਜਾਂ ਭੋਲਾ ਵੈਰ ਨਾ ਜਾਣੀ ਕਰਕ ਕਲੇਜੇ ਮਾਂ। ਮੈਡੀਸਨ ਦੀ ਕਾਪੀ ਤੇ ਲਿਖਿਆ ਸੀ ਵੈਦ ਹੋਵੇ ਸੋ ਵੈਦ ਤੂੰ ਇਹਨਾਂ ਰੋਗ ਪਛਾਣ ਰੋਗ ਦਾਰੂ ਦੋਵੇਂ ਵਿੱਚ ਤਾਂ ਤੂੰ ਵੈਦ ਸਦਾ। ਸੋ ਇਹ ਜਿਹੜਾ ਜਦ ਅਸੀਂ ਕਹਿੰਦੇ ਆ ਵੀ ਤੁਹਾਨੂੰ ਕੋਈ ਸਿਖਾਉਂਦਾ ਨਹੀਂ ਹੈ, ਉਹ ਆਪਣੇ ਆਪ ਦੇ ਵਿੱਚੋਂ ਨਿਕਲ ਆਉਂਦਾ ਜੇ ਤੁਸੀਂ ਸਾਰੇ ਕਸ ਨੂੰ ਜੋੜ ਕੇ ਦੇਖਦੇ ਹੋ। ਤੋੜ ਕੇ ਨਾ ਦੇਖੋ। ਪੰਜਾਬੀ ਹੈ, ਪੰਜਾਬੀ ਇਤਿਹਾਸ ਨਾਲੋਂ ਟੁੱਟੀ ਨਹੀਂ ਹੋਈ। ਜਿਹਨੂੰ ਪੰਜਾਬੀ ਨਹੀਂ ਆਉਂਦੀ ਇਤਿਹਾਸ ਕਿਵੇਂ ਲਿਖੂਗਾ? ਜਿਹਨੂੰ ਪੰਜਾਬੀ ਨਹੀਂ ਵਿਗਿਆਨ ਕਿਵੇਂ ਲਿਖੂਗਾ? ਜਾਂ ਕੋਈ ਵੀ ਭਾਸ਼ਾ ਨਹੀਂ ਆਉਂਦੀ। ਮੈਂ ਰੋਜ਼ ਕਹਿਣਾ ਜੀ, ਜੇ ਮੇਰੇ ਟੀਚਰ ਸੀ ਇੱਥੇ ਬਾਦਲ ਸਾਹਿਬ ਨੂੰ ਇੱਕ ਮੈਂ ਡੈਮੋਨਸਟ੍ਰੇਸ਼ਨ ਦਿੱਤੀ ਸੀ, ਸੈਕਟਰੀ ਮੇਰੇ ਨਾਲ ਐਗਰੀ ਕਰਦਾ ਸੀ ਵੀ ਆਪਾਂ 5ਵੀਂ ਤੱਕ ਕਹੋ ਵੀ ਇੱਕ ਗਣਿਤ ਇੱਕ ਪੰਜਾਬੀ, ਇਹ ਦੋ ਚੀਜ਼ਾਂ 'ਚ ਤਾਂ ਕਰ ਦਿਓ ਬੱਚੇ ਨੂੰ। ਵੈਸੇ ਤਾਂ 8ਵੀਂ ਤੱਕ ਇਹ ਦੋ ਤੇ ਜ਼ੋਰ ਲਾਉਣਾ ਚਾਹੀਦਾ ਹੈ, ਨਹੀਂ 5ਵੀਂ ਤੱਕ ਕਰ ਦਿਓ। ਜੇ ਬੱਚਾ ਕਿਸੇ ਚੀਜ਼ 'ਚੋਂ ਫੇਲ ਹੋ ਗਿਆ ਤਾਂ ਸਾਨੂੰ ਕਹਿ ਦਿਓ, ਉਹਨੂੰ ਸਿਖਾਉਣਾ ਹੈ। ਉਹਦੇ ਉੱਤੇ ਸੈਕਟਰੀ ਸਿੱਖਿਆ ਨੇ ਜਿਹੜੇ ਸਿੱਖਿਆ ਡੀਪੀਏ, ਉਹ ਨਹੀਂ ਜੀ ਇਹ ਤਾਂ ਜੀ ਇਹ ਅਸੀਂ ਆਖਿਆ ਚਲੋ ਤੁਹਾਡੀ ਮਰਜ਼ੀ, ਪਰ ਸਾਡੀ ਸਮਝ ਇਹੀ ਹੈ ਵੀ ਜੇ ਉਹਨੂੰ ਗਣਿਤ ਤੇ ਮੈਂ ਇੱਥੇ ਤੱਕ ਵੀ ਦਿੱਤੀ, ਮੈਂ ਜੀ ਇਹ ਪੰਡਤ ਨੇ ਅਸੀਂ ਬਾਣੀਏ ਆ, ਸਾਨੂੰ ਇੱਕ ਗਣਿਤ ਆਉਂਦਾ ਸੀ, ਇੱਕ ਭਾਸ਼ਾ ਆਉਂਦੀ ਸੀ, ਹੋਰ ਕੱਖ ਨਹੀਂ ਆਉਂਦਾ ਸੀ, ਅਸੀਂ ਦੁਨੀਆ ਤੇ ਰਾਜ ਕਰੀ ਜਾਂਦੇ ਸੀ। ਤੁਸੀਂ ਬੱਚਿਆਂ ਨੂੰ ਜੇ ਟ੍ਰੇਨਡ ਕਰਨਾ ਹੈ ਅੱਜ, ਉਹਨੂੰ ਗਣਿਤ ਤੇ ਭਾਸ਼ਾ ਸਿਖਾਓ। ਮੂਲ ਨੇ ਗਿਆਨ ਦੇ, ਮੂਲ ਸਰੋਤ ਨੇ, ਉਦੋਂ ਅੱਗੇ ਸਾਰੇ ਵਿਗਿਆਨਾਂ ਸਭ ਕੁਛ ਇਹਦੇ ਆਲੇ ਦੁਆਲੇ ਘੁੰਮਣਾ ਤੇ ਉਹ ਕਿੰਨਾ ਸੌਖਾ ਹੈ। ਉਹ ਵੀ ਕੈਮਿਸਟਰੀ ਹੈ। ਇਹ ਕਦੇ ਪ੍ਰੋਫੈਸਰ ਸਾਹਿਬ ਤਾਂ ਜ਼ਰੂਰ ਜਾਣਦੇ ਨੇ ਵੀ 35 ਅੱਖਰ ਨੇ ਸਾਡੇ ਕੋਲੇ, ਲਗਾ ਮਾਤਰਾ ਨੇ। ਉਹਦੇ ਨਾਲ ਦੁਨੀਆ ਦੀ ਜਿੱਡੇ ਮਰਜ਼ੀ ਕਿਤਾਬ ਲਿਖ ਲਓ, ਵੱਡੇ ਵੱਡੇ ਗ੍ਰੰਥ ਲਿਖ ਲਓ, ਇੱਦਾਂ ਹੀ ਕੈਮਿਸਟਰੀ ਹੈ। ਸੋ ਜੇ ਅਸੀਂ ਊੜੇ ਵਾਲੇ ਨੂੰ ਆਪਦੀ ਮਰਜ਼ੀ ਨਾਲ ਬਦਲਾਂਗੇ ਤਾਂ ਠੀਕ ਨਹੀਂ ਰਹੇਗਾ। ਅੱਜ ਸਾਡੀ ਲੋੜ ਇਹ ਹੈ ਕਿ ਅਸੀਂ ਸਾਰੇ ਪਾਸੇ ਮਟੀਰੀਅਲ ਤਿਆਰ ਕਰਕੇ ਦਿਖਾਈਏ ਉਹਨਾਂ ਨੂੰ ਪੈਰਲਲ ਵੀ ਆਹ ਪਿਆ, ਇਹਦੇ ਨਾਲ ਤੁਹਾਡਾ ਬੱਚਾ ਨਾ ਪਿੱਛੇ ਰਹੇਗਾ, ਪੜ੍ਹਾਈ ਵਧੀਆ ਹੋਏਗੀ, ਪੜ੍ਹਾਉਣਾ ਸੌਖਾ ਹੋਏਗਾ, ਤੁਹਾਡੇ ਸਕੂਲਾਂ 'ਚ ਕੋਈ ਬਹੁਤਾ ਪੈਸਾ ਨਹੀਂ ਖਰਚ ਹੋਏਗਾ ਤੇ ਹਰ ਜਗ੍ਹਾ ਤੇ ਟੀਚਰ ਪੜ੍ਹਾ ਸਕੇਗਾ। ਜੇ ਅਸੀਂ ਇਹ ਸਾਬਤ ਕਰ ਦਾਂਗੇ ਤਾਂ ਪੰਜਾਬੀ ਦੀ ਪੜ੍ਹਾਈ ਹੋਏਗੀ। ਠੀਕ ਹੈ, ਬਹੁਤ ਸ਼ੁਕਰੀਆ ਗਰਗ ਸਾਹਿਬ। ਡਾਕਟਰ ਸੁਰਜੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਕੱਢਿਆ ਤੇ ਤਮਾਮ। ਇੱਕ ਗੱਲ ਮੈਂ ਜੋੜਦਾ ਵਿੱਚ, ਇੱਕ ਗੱਲ ਜੋੜਦਾ ਜੀ, ਜੋੜ ਦਿਓ। ਕਿਉਂਕਿ ਇਹ ਨਾ ਗਰਗ ਸਾਹਿਬ ਤੁਸੀਂ ਵੀ ਸੋਚੋ ਇਸ ਗੱਲ ਬਾਰੇ, ਕਿਉਂਕਿ ਮੈਂ ਇਸ ਗੱਲ ਲਈ ਕਾਫੀ ਮੱਥਾ ਮਾਰਿਆ ਕਿ ਜਿਨ੍ਹਾਂ ਭਾਸ਼ਾਵਾਂ ਦੇ ਵਿੱਚ ਅੱਜ ਇਹ ਸਾਰਾ ਕੁਝ ਉਪਲਬਧ ਹੈ, ਗਿਆਨ ਦੀਆਂ ਕਿਤਾਬਾਂ ਉਪਲਬਧ ਨੇ, ਮੈਂ ਸੋਚਿਆ ਵੀ ਪਹਿਲਾਂ ਇਹਨਾਂ 'ਚ ਮਟੀਰੀਅਲ ਪੈਦਾ ਹੋਇਆ ਸੀ, ਫਿਰ ਇਹ ਗੱਲਾਂ ਲਾਗੂ ਹੋਈਆਂ ਕਿ ਪਹਿਲਾਂ ਇਹ ਫੈਸਲੇ ਹੋ ਗਏ ਤੇ ਮਟੀਰੀਅਲ ਪੈਦਾ ਹੋਣ ਦੀ ਜਿਹੜੀ ਪ੍ਰਕਿਰਿਆ ਹੈਗੀ ਹੈ ਬਹੁਤ ਤੇਜ਼ੀ ਨਾਲ ਹੋਣੀ ਸ਼ੁਰੂ ਹੋ ਗਈ। ਜਿੱਥੇ ਤੱਕ ਮੈਂ ਜਾਣਦਾ ਦੁਨੀਆ ਭਰ ਦੇ ਵਿੱਚ ਜਦੋਂ ਆਪਾਂ ਨੂੰ ਪਤਾ ਹੈ ਕਿ ਯੂਰਪ ਦੇ ਵਿੱਚ ਜਿਹੜੀ ਅੰਗਰੇਜ਼ੀ ਹੈਗੀ ਆ ਉਹ ਪਹਿਲਾਂ ਮੰਨੀ ਜਾਂਦੀ ਸੀ ਕਿ ਇਹ ਗਵਾਰਾਂ ਦੀ ਭਾਸ਼ਾ ਹੈ। ਉੱਥੇ ਫਰਾਂਸੀਸੀ ਤੇ ਜਰਮਨ ਦਾ ਜਿਹੜਾ ਬੋਲਬਾਲਾ ਉਹਨਾਂ ਨੂੰ ਐਲੀਟ ਦੀ ਭਾਸ਼ਾ, ਅਮੀਰਾਂ ਦੀ ਤੇ ਗਿਆਨ ਦੀ ਭਾਸ਼ਾ ਮੰਨਿਆ ਜਾਂਦਾ ਸੀ। ਤਾਂ ਜਦੋਂ ਇਸ ਦਿਸ਼ਾ ਵੱਲ ਜਦੋਂ ਉੱਥੇ ਰਾਜਨੀਤਿਕ ਤਬਦੀਲੀਆਂ ਹੋਈਆਂ ਤੇ ਅੰਗਰੇਜ਼ੀ ਜਿਹੜੀ ਹੈਗੀ ਆ ਉਹ ਬੋਲਣ ਵਾਲੇ ਪਿੰਡਾਂ ਦੇ ਉੱਥੋਂ ਦੀ ਜਿਹੜੀ ਸਥਾਨਕ ਕਹਿ ਲਓ ਕਿ ਵਸੋਂ ਹੈ, ਸਧਾਰਨ ਵਸੋਂ ਹੈ, ਉਹ ਜਦੋਂ ਗਿਣਤੀ ਦੇ ਵਿੱਚ ਆਈ, ਜਦੋਂ ਉਹਨਾਂ ਦੇ ਕੋਲ ਰਾਜਕੀ ਤਾਕਤਾਂ ਆਉਣੀਆਂ ਸ਼ੁਰੂ ਹੋਈਆਂ, ਤਾਂ ਇਹ ਗੱਲ ਦੇ ਫੈਸਲੇ ਹੋਏ ਕਿ ਭਾਈ ਜਿਹੜੀ ਪੜ੍ਹਾਈ ਲਿਖਾਈ ਆ ਉਹ ਸਾਡੀ ਹੁਣ ਆਪਣੀਆਂ ਭਾਸ਼ਾਵਾਂ ਦੇ ਵਿੱਚ ਹੋਊਗੀ। ਤੁਹਾਨੂੰ ਪਤਾ ਹੈ ਕਿ ਜਦੋਂ ਭਾਰਤ ਦੇ ਵਿੱਚ ਜਦੋਂ ਪ੍ਰਕਿਰਿਆ ਚੱਲੀ ਇਹ, ਤਾਂ 1928 ਦੇ ਵਿੱਚ ਫੈਸਲਾ ਹੋਇਆ ਸੀ ਕਿ ਸਾਰੀ ਭਾਰਤ ਦੇ ਵਿੱਚ ਜਦੋਂ ਸਾਡਾ ਰਾਜ ਆਜੂ ਆਜ਼ਾਦ ਹੋ ਜਾਾਂਗੇ ਤਾਂ ਆਪਣੀਆਂ ਭਾਸ਼ਾਵਾਂ ਦੇ ਵਿੱਚ ਸਰਕਾਰਾਂ ਚੱਲਣਗੀਆਂ, ਆਪਣੀਆਂ ਭਾਸ਼ਾਵਾਂ ਦੇ ਵਿੱਚ ਸਾਰੀ ਵਿੱਦਿਆ ਹੋਊਗੀ। ਤੇ ਅਸੀਂ ਫੈਸਲੇ ਕੀਤੇ ਸੀਗੇ, ਪਰ ਜਦੋਂ ਆਜ਼ਾਦੀ ਹੋਈ ਤਾਂ ਅਸੀਂ ਉਹਨਾਂ ਫੈਸਲਿਆਂ ਨੂੰ ਕਦੇ ਵੀ ਲਾਗੂ ਨਹੀਂ ਕੀਤਾ ਹੈਗਾ। ਇਹ ਗੱਲ ਵੀ ਨਾ ਆਪਣੇ ਇੱਕ ਤਰ੍ਹਾਂ ਨਾਲ ਹਾਰੀ ਹੋਈ ਖੇਡਣ ਵਾਲੀ ਗੱਲ ਹੁੰਦੀ ਹੈ, ਹਾਰੀ ਹੋਈ ਜੰਗ ਲੜਨ ਵਾਲੀ ਗੱਲ ਹੁੰਦੀ ਹੈ ਜਦੋਂ ਅਸੀਂ ਇਸ ਤਰਕ ਦੇ ਅਧੀਨ ਆ ਜਾਂਦੇ ਹਾਂ ਕਿ ਪਹਿਲਾਂ ਅਸੀਂ ਸਾਰੇ ਕੁਝ ਸਾਲ ਦਹਾਕੇ ਲਾ ਕੇ ਮਟੀਰੀਅਲ ਪੈਦਾ ਕਰਾਂਗੇ ਤੇ ਫਿਰ ਉਹਦੇ ਵਿੱਚ ਗਿਆਨ ਸ਼ੁਰੂ ਹੋਊਗਾ। ਦੁਨੀਆ 'ਚ ਐਵੇਂ ਵਾਪਰਿਆ ਹੋਇਆ ਕਿ ਪਹਿਲਾਂ ਚੀਜ਼ਾਂ ਫੈਸਲੇ ਹੋਏ, ਉਸ ਤੋਂ ਬਾਅਦ ਤੁਹਾਡਾ ਵਿਚਾਰ ਹੈ ਲੋਕਾਂ ਨੇ ਚੀਜ਼ਾਂ ਨੂੰ ਕੀਤਾ। ਸਮਝ ਆ ਗਈ ਤੁਹਾਡੀ ਗੱਲ ਜੀ, ਸਮਝ ਆ ਗਈ, ਬਹੁਤੀ ਲੰਬੀ ਕਰਨ ਦੀ ਲੋੜ ਨਹੀਂ, ਆਪਣੇ ਕੋਲ ਟਾਈਮ ਨਹੀਂ ਹੈ, ਗੱਲ ਸਮਝ ਆ ਗਈ। ਇਹ ਤੁਹਾਡਾ ਵਿਚਾਰ ਹੈ, ਮੇਰਾ ਵਿਚਾਰ ਇਹ ਹੈ ਕਿ ਜਿਹੜੀ ਲੈਣੀ ਚਾਹੀਦੀ ਲੰਬੀ ਗੱਲ ਸੁਣ ਵੀ ਲੈਣੀ ਚਾਹੀਦੀ, ਆਰਗੂਮੈਂਟ ਹੁੰਦਾ ਲੰਬੀ ਗੱਲ ਦੇ ਵਿੱਚ, ਹੈ ਨਾ। ਤੁਸੀਂ ਇਸ ਗੱਲ ਨੂੰ ਇੱਕ ਵਿਚਾਰ ਨਹੀਂ ਹੈਗਾ, ਤੁਸੀਂ ਬੋਲ ਰਹੇ ਹੋ, ਤੁਸੀਂ ਬੋਲੋ ਮੈਂ ਤਾਂ ਬੋਲੇ ਨਹੀਂ, ਬੇਚੈਨਾ ਨਾ ਇੰਨੇ ਹੋਵੋ, ਮੈਂ ਤਾਂ ਬੋਲੇ ਹੀ ਨਹੀਂ, ਤੁਸੀਂ ਲੰਬੀ ਗੱਲ ਕਰ ਜਾਓ, ਮੈਂ ਤਾਂ ਗੱਲ ਹੀ ਉਹੀ ਕਰ ਰਿਹਾ। ਗੱਲ ਮੇਰੀ ਸੁਣ ਲਓ, ਤੁਸੀਂ ਕਿਉਂ ਕਿਹਾ ਹੈ, ਚਲੋ ਗਰਗ ਸਾਹਿਬ ਡਿਫਰੈਂਸ ਕਿਹਨੇ ਮੰਨ ਲਿਆ? ਮੈਂ ਕਹਿੰਦਾ ਮੈਂ ਤੁਹਾਡੇ ਨਾਲ ਡਿਫਰ ਕਰਦਾ, ਮੈਂ ਐਕਸਪਲੇਨ ਨਹੀਂ ਕਰਾਂਗਾ। ਮੈਂ ਥਾਂ ਦੇ ਉੱਤੇ ਇਹ ਜਦ ਤੁਸੀਂ ਉਹ ਤੁਹਾਡਾ opinion ਹੈ, ਤੁਹਾਡਾ ਆਪਣਾ opinion ਹੈ, ਤੁਸੀਂ ਹੁਣ ਮੈਨੂੰ ਧੱਕੇ ਨਾਲ ਥੋੜ੍ਹਾ ਬਣਾਉਣਾ ਹੈ, ਆਹੀ ਫਰਕ ਹੈ। ਮੈਂ ਕਹਿੰਦਾ ਤੁਹਾਡਾ ਇੱਕ opinion ਹੈ, ਤੁਸੀਂ ਕਾਊਂਟਰ ਕਰਿਆ, ਆਈ ਹੈਵ ਅ ਰਾਈਟ ਟੂ ਕਾਊਂਟਰ ਇਟ, ਡੋਂਟ ਆਈ ਹੈਵ, ਮੇਰਾ ਰਾਈਟ ਹੈ। ਤੁਸੀਂ ਗਲਤ, ਤੁਸੀਂ ਕਿਹਾ, ਮੈਂ ਕਹਿੰਦਾ ਤੁਸੀਂ ਗਲਤ ਹੋ, ਤੁਸੀਂ ਕਿਉਂ ਨਹੀਂ ਸੁਣਨ ਤਿਆਰ? ਮੈਂ ਸੁਣਿਆ। ਮੈਂ ਇਹ ਕਹਿਣਾ
ਵੀ ਜਿਹੜੀ ਸਥਿਤੀ 'ਚ ਅਸੀਂ ਫਸ ਗਏ, ਮਟੀਰੀਅਲ ਨਾ ਹੋਣ ਕਰਕੇ ਪੰਜਾਬੀ ਦੂਜੇ ਪਾਸੇ ਗਈ ਹੈ। ਪਾਲਸੀ ਦੇ ਤੌਰ ਤੇ ਪੰਜਾਬੀ 1968 ਦੇ ਵਿੱਚ ਇਹ ਲੈਂਗੁਏਜ ਆਫੀਸ਼ੀਅਲ ਲੈਂਗੁਏਜ ਬਣ ਗਈ। ਫਾਈਲਾਂ ਤੇ ਅੱਜ ਵੀ ਪੰਜਾਬੀ 'ਚ ਲਿਖਿਆ ਜਾਂਦਾ, ਪਰ ਗੁਰਮੁਖੀ ਲਿਪੀ 'ਚ ਲਿਖਿਆ ਜਾਂਦਾ ਹੈ। ਉਹ ਵਿਦਵਾਨਾਂ ਦੀ ਘਾਟ ਸੀ ਜਿਨ੍ਹਾਂ ਨੇ ਉਹਨਾਂ ਨੂੰ ਸ਼ਬਦਾਵਲੀ ਨਹੀਂ ਦਿੱਤੀ। ਅੱਜ ਵੀ ਥਾਣੇ ਦੀਆਂ ਐਫਆਈਆਰਾਂ ਗੁਰਮੁਖੀ ਲਿਪੀ 'ਚ ਲਿਖੀਆਂ ਜਾਂਦੀਆਂ ਨੇ। ਅੱਜ ਵੀ ਅਦਾਲਤਾਂ ਦੇ ਵਿੱਚ ਬਹਿਸ ਪੰਜਾਬੀ 'ਚ ਹੀ ਹੁੰਦੀ ਹੈ, ਹੁਣ ਜੋ ਲਿਖਦੇ ਅੰਗਰੇਜ਼ੀ 'ਚ ਨੇ ਸਾਰਾ। ਸੋ ਇਹ ਨਹੀਂ ਹੈ, ਮਟੀਰੀਅਲ ਵੀ ਤਿਆਰ ਹੋਣਾ ਜ਼ਰੂਰੀ ਹੈ। ਮਟੀਰੀਅਲ ਕਿਉਂਕਿ ਅਸੀਂ ਤਿਆਰ ਕਰ ਰਹੇ ਹਾਂ, ਅਸੀਂ ਉਸ ਤੋਂ ਭੱਜਦੇ ਹਾਂ ਵੀ ਨਹੀਂ ਜੀ ਪਹਿਲਾਂ ਮਟੀਰੀਅਲ ਹੋ। ਅੱਜ ਜਿਹੜੀ ਸਿਚੁਏਸ਼ਨ 'ਚ ਅਸੀਂ ਫਸ ਗਏ, ਸਾਨੂੰ ਇੱਕ ਦਿਖਾਉਣਾ ਪਏਗਾ ਕਿ ਆਹ ਦੇਖ ਲਓ ਇੱਥੇ ਹੋ ਸਕਦਾ ਹੈ। ਉਹ ਕਹਿੰਦੇ ਠੀਕ ਹੈ, ਹੋ ਨਹੀਂ ਸਕਦਾ, ਠੀਕ- ਪਰ ਇਹਨਾਂ ਠੀਕ। ਦੀ ਆਰਗੂਮੈਂਟ ਮੰਨ ਅਸੀਂ ਕਹਿੰਦੇ ਹੋ ਸਕਦਾ। ਜੀ ਇਹ ਅਸੀਂ ਉਹ ਜਿਹੜੇ ਪੰਜਾਬੀ 'ਚ ਪੜ੍ਹਦੇ ਸੀ, ਉਹ ਸਾਇੰਸ ਗੁੰਮ ਕਿਉਂ ਹੋ ਗਈ? ਦੂਜੀ ਗੱਲ, ਜਿਹੜੇ ਪੰਜਾਬੀ 'ਚ ਪੜ੍ਹਾਏ ਜਾਂਦੇ ਨੇ ਸਾਇੰਸ, ਉਹ ਅੱਜ ਪੰਜਾਬੀ 'ਚ ਸਾਇੰਸ ਉਹਨਾਂ ਨੂੰ ਕਿਉਂ ਨਹੀਂ ਆਉਂਦੀ? ਜਿਹੜੇ ਪੜ੍ਹ ਰਹੇ ਨੇ ਨਾ, ਹੁਣ ਸੁਣ ਲਓ, 28 ਲੱਖ ਬੱਚਾ ਸਰਕਾਰੀ ਸਕੂਲਾਂ 'ਚ ਪੜ੍ਹਦਾ ਹੈ। ਟੋਟਲ 62 ਲੱਖ ਬੱਚਾ ਹੈ। 22 ਬੱਚਿਆਂ ਪਿੱਛੇ ਇੱਕ ਟੀਚਰ ਹੈ। 55,000 ਰੁਪਇਆ ਪ੍ਰਤੀ ਬੱਚਾ ਸਰਕਾਰ ਦਾ ਖਰਚਾ ਹੋ ਰਿਹਾ ਇੱਕ ਬੱਚੇ ਤੇ। ਕੀ ਜਵਾਬ ਦੇਵਾਂਗੇ ਅਸੀਂ? ਅਸੀਂ ਕਹਾਣੀਆਂ ਬਹੁਤ ਪਾ ਸਕਦੇ ਹਾਂ, ਮੈਂ ਵੀ ਪਾ ਸਕਦਾ, ਮੈਂ ਰੋਜ਼ ਹੀ ਪਾਉਣਾ, ਮੈਨੂੰ ਪਤਾ ਕਹਾਣੀਆਂ ਦਾ। ਇਹਦਾ ਜਵਾਬ ਦੇਣਾ ਪਊਗਾ ਵੀ ਉਹ ਪੰਜਾਬੀ ਭਾਸ਼ਾ ਉੱਥੇ ਜਿੰਨਾ ਸਕੂਲਾਂ 'ਚ ਪੰਜਾਬੀ ਵੱਧੇ, ਮੈਂ ਟੀਚਰ ਵੱਧ ਲੱਗੇ ਹੋਏ ਨੇ, ਬੱਚੇ ਉਹਨੇ ਹੈ ਨਹੀਂ, ਇਹਦੇ ਬਾਵਜੂਦ ਸਮਾਨ ਸਾਰਾ ਬਿਲਡਿੰਗ ਹੈ, ਫਿਰ ਵੀ ਉੱਥੇ ਕਿਉਂ ਨਹੀਂ ਪੜ੍ਹੀ ਹੋਈ? ਇਹਦਾ ਜਵਾਬ ਦੇ ਦੇਣਾ। ਜਦ ਤੁਸੀਂ ਇਹ ਜਵਾਬ, ਮੈਂ ਆਪਦੇ ਡਾਕਟਰ ਨੂੰ ਪੁੱਛਦਾ ਸੀ ਵੀ ਯਾਰ ਤੈਨੂੰ ਨਬਜ਼ ਦੇਖ ਕੇ ਦਵਾਈ ਲਿਖਣੋਂ ਕੋਈ ਰੋਕਦਾ ਹੈ? ਮੈਂ ਜਨਰਲ ਸੈਕਟਰੀ ਸੀ ਉਹਨਾਂ ਦਾ। ਤੂੰ ਜਦ ਜਾਂਦਾ ਹੀ ਨਹੀਂ, ਗੈਰ ਹਾਜ਼ਰ ਰਹਿਣਾ ਹੈ, ਤੂੰ ਕਾਹਦਾ ਡਾਕਟਰ ਹੈ? ਤੋ ਜਿੰਨਾ ਚਿਰ ਅਸੀਂ ਆਪਦੇ ਕਲੈਨ ਨੂੰ ਇਹ ਦੱਸਣੋਂ, ਆਰਗੂਮੈਂਟ ਬਹੁਤ ਆਉਂਦੇ ਨੇ, ਇਹ ਪ੍ਰੋਫੈਸਰ ਸਾਹਿਬ ਭੁਲੇਖਾ ਨਾ ਰੱਖਿਓ, ਆਪਾਂ ਜਿੰਨੇ ਮਰਜ਼ੀ ਬਹਿਸ ਕਰ ਲਿਓ, ਆਪਾਂ ਵੀ ਕੋਈ ਐਵੇਂ ਨੇ ਪੂਨੀਆਂ ਕੱਤ ਕਰਨੀ ਹੋਵੇ। ਸੋ ਇਹ ਆਪਾਂ ਸਭ ਜਾਣਦੇ ਹਾਂ। ਵੈਸੇ ਤਾਂ ਇਹ ਮੈਨੂੰ ਬਹਿਸ ਨਹੀਂ ਪਈ ਤੁਹਾਡੀ ਗੱਲ ਸੁਣ ਕੇ ਨਾ ਬੜੀ ਖੁਸ਼ੀ ਹੋਈ ਹੈ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਸਾਰਾ ਮੈਂ ਕਹਿੰਦਾ ਮੈਂ ਸੁਣ ਲਈ ਤੁਹਾਡੀ। ਸਾਰੇ ਅਧਿਆਪਕ ਨੇ, ਇਹ ਤਾਂ ਮੈਨੂੰ ਖੁਸ਼ੀ ਹੋ ਰਹੀ ਹੈ ਜਾਣ ਕੇ ਕਿ ਅੱਛਾ ਇਸ ਤਰ੍ਹਾਂ ਹੈਗਾ। ਇਹ ਬਹਿਸ ਜਿੱਦੇ ਮਰਜ਼ੀ ਤੁਸੀਂ ਕਰ ਲਿਓ। ਤੁਸੀਂ ਸਕੂਲ ਐਜੂਕੇਸ਼ਨ ਬੋਰਡ ਨੂੰ ਲੈ ਲਿਓ, ਆਪਾਂ ਕਰੀ ਜਾ ਤੁਸੀਂ ਰਹੇ ਹਾਂ, ਸਰਕਾਰੀ ਸਕੂਲਾਂ ਨੂੰ ਲੈ ਲਿਓ, ਆਪਾਂ ਕਰੀ ਜਾ ਰਹੇ ਹਾਂ। ਪ੍ਰਾਈਵੇਟ ਸਕੂਲਾਂ ਨੂੰ ਲੈ ਲਿਓ, ਤੁਸੀਂ ਆਪਦੇ ਸਿਲੇਬਸਾਂ ਨੂੰ ਲੈ ਲਿਓ, ਤੁਸੀਂ ਭਾਸ਼ਾ ਨੂੰ ਲੈ ਲਿਓ, ਜਿੱਥੇ ਤੁਹਾਡਾ ਦਿਲ ਕਰੇ। ਇਹ ਗੱਲ ਵਿਚਾਰ ਚੁੱਕੇ ਹਾਂ ਕਿ ਤਕਨੀਕੀ ਸ਼ਬਦਾਵਲੀ ਉਹ ਵਰਤੀ ਜਾ ਰਹੀ ਹੈ ਜਿਹੜੀ ਕਿ ਅੰਤਰਰਾਸ਼ਟਰੀ ਸ਼ਬਦਾਵਲੀ ਨਹੀਂ ਹੈਗੀ। ਚਲੋ ਆਪਾਂ ਉਸ ਨਾ ਮੈਂ ਹੰਕਾਰ ਨਹੀਂ ਕਰਨਾ ਚਾਹੁੰਦਾ। ਜਿੱਦਾਂ ਤੁਹਾਡਾ ਦਿਲ ਕਰੇ ਉਹਦੇ ਬਹਿਸ ਕਰ ਲਿਓ, ਸੈਮੀਨਾਰ ਰੱਖ ਲਿਓ, ਆਪਣੀ ਯੂਨੀਵਰਸਿਟੀ 'ਚ ਰੱਖ ਲਿਓ, ਉੱਥੇ 20 ਬੰਦੇ ਬੁਲਾ ਲਿਓ ਜਿਹੜੇ ਮੇਰੀ ਖਾਵੇ ਲਾਉਣ ਕਿ ਮੈਂ ਇਕੱਲਾ ਬੋਲੂ। ਨਹੀਂ ਜੀ, 20 ਬੰਦੇ ਦੀ ਲੋੜ ਨਹੀਂ ਹੈ, ਮੈਂ ਇਕੱਲੇ ਹੀ ਤੁਹਾਡੇ ਨਾਲ ਗੱਲ ਕਰ ਸਕਦਾ। 20 ਬੰਦੇ ਦੀ ਲੋੜ ਨਹੀਂ ਹੈਗੀ ਇਸ ਗੱਲ ਲਈ। ਮੇਰਾ ਮਤਲਬ ਇਹ ਹੈ। ਸੋ ਇਹ ਜਿਹਾ ਕੋਈ ਨਹੀਂ ਹੁੰਦਾ। ਵਿਚਾਰ ਹਮੇਸ਼ਾ ਹੀ ਭਿੜਦੇ ਨੇ ਆਪਸ ਵਿੱਚ, ਵਿਚਾਰਾਂ 'ਚੋਂ ਗੱਲ ਠੀਕ ਨਿਕਲਦੀ ਹੈ। ਵਿਚਾਰਾਂ 'ਚੋਂ ਅਸੀਂ ਕਿਹਾ, ਮੈਂ ਤਾਂ ਪਹਿਲਾਂ ਹੀ ਇਹ ਕਿਹਾ ਹੈ ਵੀ ਪੰਜਾਬੀ ਦੇ ਵਿਦਵਾਨ ਇੱਕ ਥੋੜੀ ਮੋਟੀ ਰਾਏ ਬਣਾ ਦੇਣ, ਉਹ ਨਹੀਂ ਬਣੀ ਹੋਈ, ਇਹ ਸੱਚ ਹੈ, ਕੋਈ ਮੰਨੇ ਕੋਈ ਨਾ ਮੰਨੇ। ਠੀਕ ਹੈ, ਠੀਕ ਹੈ। ਮੈਂ ਚਾਹੁੰਦਾ ਕਿ ਹੋਰ ਆਪਾਂ ਇਹਦੇ ਵਿੱਚ ਵਿਸਤਾਰ ਦੇ ਵਿੱਚ ਅੱਗੇ ਨਾ ਜਾਈਏ। ਤੁਹਾਡਾ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਨੇ। ਸੋ ਦੀ ਸਪੋਕਸਮੈਨ ਡਿਬੇਟ 'ਚ ਅੱਜ ਦੇ ਲਈ ਇੰਨਾ ਹੀ। ਭਲਕੇ ਕਿਸੇ ਹੋਰ ਵਿਸ਼ੇ ਨਾਲ ਰੂਬਰੂ ਹੋਵਾਂਗੇ। ਉਦੋਂ ਤੱਕ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।